ਵਾਹਿ ਗੁਰੂ। ਸਾਹਿਬ ਜੀਓ ਦੋਏ ਕਰ ਜੋੜ ਮੰਗੋ ਇਕ ਦਾਨਾ। ਸਾਹਿਬ ਤੁਠੇ ਪਾਵਾ ਸਾਸ ਸਾਸ ਨਾਨਕ ਆਰਾਧੇ। ਆਠ ਪਹਿਰ ਗੁਣ ਗਾਵਾ ਡੰਡੋਤ ਬੰਦਨ ਅਨੇਕ ਵਾਰ। ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਸਤਨਾਮ। ਧੰਨ ਵਾਹਿ ਗੁਰੂ। ਸਾਹਿਬ ਜੀਓ ਪੌੜੀ। ਨਾਉ ਤੇਰਾ ਨਿਰੰਕਾਰ ਹੈ। ਨਾਏ ਲੈ ਨਰਕ ਨਾ ਜਾਈਐ। ਨਾਉ ਤੇਰਾ ਨਿਰੰਕਾਰ ਹੈ। ਨਾਏ ਲੈ ਨਰਕ ਨਾ ਜਾਈਐ। ਜਿਉ ਪਿੰਡ ਸਭ ਤਿਸ ਦਾ ਦੇ ਖਾਜੈ ਆਖ ਗਵਾਈਐ। ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨਹੁ ਨੀਚ ਸਦਾਈਐ। ਜੇ ਜਰਵਾਣਾ ਪਰ ਹਰੈ ਜਰ ਵੇਸ਼ ਕਰਿੰਦੀ ਆਈਐ। ਕੋ ਰਹਿ ਨਾ ਭਰੀਐ ਪਾਈਐ। ਜੇ ਜਰਵਾਣਾ ਪਰ ਹਰੈ ਜਰ ਵੇਸ਼ ਕਰਿੰਦੀ ਆਈਐ। ਕੋ ਰਹਿ ਨਾ ਭਰੀਐ ਪਾਈਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਫ਼ਤਾਵਾਰੀ ਜੋ ਗੁਰਮਤਿ ਦੀਵਾਨ ਹਜ਼ੂਰ ਦੇ ਇਸ ਅਸਥਾਨ ਤੇ ਸਜਦੇ ਨੇ, ਇਸ ਹਫ਼ਤਾਵਾਰੀ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਗੁਰੂ ਸਵਾਰੇ ਉਹਨਾਂ ਭਾਈ ਸਾਹਿਬ ਜੀ ਨੇ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦਾ ਰਸ ਪੀਨਾ ਕੀਰਤਨ ਆਪ ਜੀ ਨੂੰ ਸਰਵਣ ਕਰਾਇਆ ਹੈ। ਇਸ ਵਰੇ ਦੇ ਇਸ ਗੁਰਦੁਆਰਾ ਸਾਹਿਬ ਜੀ ਦੀ
ਵਰੇ ਗੰਢ ਨੂੰ ਸਮਰਪਿਤ ਜੋ ਦੀਵਾਨ ਨੇ, ਉਸ ਲੜੀ ਦਾ ਅੱਜ ਇਹ ਆਖਰੀ ਦੀਵਾਨ ਹੈ ਇਸ ਵਰੇ ਦਾ। ਇਸ ਹਫ਼ਤੇ, ਪਿਛਲੇ ਹਫ਼ਤੇ ਅਸੀਂ ਲੜੀਵਾਰ ਆਸਾ ਕੀ ਵਾਰ ਦੀ ਕਥਾ ਵਿਚਾਰ ਪ੍ਰਾਰੰਭ ਕੀਤੀ ਸੀ ਤੇ ਪੂਰਾ ਹਫ਼ਤਾ ਸਿਰਫ 2 ਪੌੜੀਆਂ ਨਾਲ ਆਏ ਹੋਏ ਸ਼ਲੋਕ ਹੀ ਆਪਾਂ ਵਿਚਾਰ ਸਕੇ। ਇਹ ਮੈਂ ਆਰੰਭਤਾ ਚਰਜ ਕੀਤੀ ਸੀ। ਆਪ ਸਭ ਨੂੰ ਪਤਾ ਹੈ ਕਿ PTC ਚੈਨਲ ਤੇ ਰੋਜ਼ਾਨਾ ਸ਼੍ਰੀ ਦਰਬਾਰ ਸਾਹਿਬ ਜੀ ਦੀ ਲਾਈਵ ਕਥਾ ਤੋਂ ਬਾਅਦ ਕਈ ਸਾਲਾਂ ਤੋਂ ਨਿਰੰਤਰ ਉਹਨਾਂ ਵੱਲੋਂ ਰਿਕਾਰਡਿੰਗ ਕਥਾ ਐਪੀਸੋਡ ਬਣਾ ਕੇ ਸੰਗਤ ਦੀ ਸੇਵਾ ਕੀਤੀ ਜਾਂਦੀ ਹੈ। ਪਰ ਚੈਨਲ ਵੱਲੋਂ ਸੀ ਵੀ ਆਸਾ ਕੀ ਵਾਰ ਦਾ ਕੀਰਤਨ ਅਸੀਂ ਰੋਜ਼ ਦਿੰਦੇ ਹਾਂ ਲਾਈਵ, ਤੇ ਸਾਡੀ ਇੱਛਾ ਵੀ ਆਸਾ ਕੀ ਵਾਰ ਦਾ ਉਚਾਰਨ ਔਰ ਉਸ ਦੇ ਅੱਖਰੀ ਅਰਥ, ਭਾਵ ਅਰਥ ਤੇ ਡਿਟੇਲ ਨਾਲ ਵਿਸਤਾਰ ਸਹਿਤ ਵਿਚਾਰ ਹੋ ਸਕੇ। ਆਰੰਭ ਕਰ ਦਿੱਤੀ ਤੇ 5ਵੀਂ ਪੌੜੀ ਤੱਕ ਅਸੀਂ ਅੱਜ ਪਹੁੰਚੇ ਹਾਂ। ਜੇ ਮੈਂ ਭੁੱਲਾਂ ਨਾ ਤਕਰੀਬਨ 5ਵੀਂ ਪੌੜੀ ਤੱਕ ਪਹੁੰਚਦਿਆਂ 25 ਜਾਂ 26 ਘੰਟਿਆਂ ਦੀ ਕਥਾ ਹੋ ਚੁੱਕੀ ਹੈ। ਇਹਨੂੰ ਖੰਗਤਾਂ ਜਾਂ ਵਿਦਵਤਾ ਨਾਲ ਨਹੀਂ ਜੋੜਨਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਇੱਕ ਇੱਕ ਸ਼ਬਦ ਇੰਨਾ ਕੁ ਗਹਿਰਾ ਹੈ, 25 ਘੰਟੇ ਕੀ 25 ਜਨਮ ਲੈ ਕੇ ਵੀ ਕੋਈ ਕਹਿ ਮੁਕੰਮਲ ਬਿਆਨ ਕਰ ਸਕਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਮੈਨੂੰ ਉਰਦੂ ਦਾ ਇੱਕ ਸ਼ੇਰ ਯਾਦ ਆਉਂਦਾ ਹੈ। ਉਹ ਲਿਖਦਾ, ਕਹਿਨੇ ਵਾਲਾ ਕਹਿ ਗਿਆ 2 ਹਿਚਕਿयों में राज़े दिल। फिर शब्द सुनियो, कहने वाला कह गया 2 हिचकियों, हिचकी आप समझने, कहने वाला कह गया 2 हिचकियों में राज़े दिल, लोग पीछे मुद्दतों तक गुफ्तगू करते रहे। कहने वाला 2 शब्द कह गया ਤੇ ਸਦੀਆਂ ਹੋ ਗਈਆਂ ਨੇ ਉਹਦੇ ਤੇ ਵਿਚਾਰਾਂ ਕੀਤੀਆਂ ਜਾ ਰਹੀਆਂ ਨੇ, ਪਰ ਅੱਜ ਤੱਕ ਕਿਸੇ ਨੇ ਅੰਤ ਨਹੀਂ ਪਾਇਆ। ਅਸੀਂ ਇਹ 2 ਪੌੜੀਆਂ ਇਸ ਅਸਥਾਨ ਤੇ ਸਵਾਰ ਕੀਤੀਆਂ। 5ਵੀਂ ਪੌੜੀ ਨਾਲ 2 ਸ਼ਲੋਕ ਜੇ ਰੋਜ਼ਾਨਾ ਜਿਹੜੇ ਗੁਰਮੁਖ ਕਥਾ ਸੁਣਦੇ ਰਹੇ ਆ, ਇਸ ਪੌੜੀ ਨਾਲ 2 ਸ਼ਲੋਕ ਅਸੀਂ ਵਿਚਾਰੇ ਨੇ ਤੇ ਦੋਨੋਂ ਦੇ ਦੋਨੋਂ ਸ਼ਲੋਕ ਜਿਹੜੇ ਨੇ ਉਹ ਰਾਸ ਲੀਲਾ ਦੇ ਨਾਲ ਸੰਬੰਧਿਤ ਨੇ। ਇੱਕ ਤਾਂ ਪਰਮਾਤਮਾ ਦੀ ਬਣਾਈ ਹੋਈ ਰਾਸ ਲੀਲਾ ਤੇ ਦੂਸਰਾ ਰੋਟੀਆਂ ਕਾਰਨ ਪੂਰੇ ਤਾਲ ਵਾਲਿਆਂ ਦੀ ਰਚੀ ਹੋਈ ਰਾਸ ਲੀਲਾ। ਹਜ਼ੂਰ ਨੇ ਪਹਿਲੇ ਵਿੱਚ ਸ਼ਲੋਕ ਵਿੱਚ ਘੜੀਆਂ ਸੱਬੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ, ਨਾਨਕ ਮੁਸਹਿ ਗਿਆਨ ਵੀ ਹੋਣੀ ਖਾਏ ਗਿਆ ਜਮਕਾਲ, ਮੌਤ ਖਾ ਗਈ ਗਿਆਨ ਤੋਂ ਵਿਗੂਣਿਆਂ ਨੂੰ। ਉਸ ਤੋਂ ਅਗਲਾ ਸ਼ਲੋਕ ਅਸੀਂ 2 ਦਿਨਾਂ 'ਚ ਵਾਚੇ। ਵਾਇਨ ਚੇਲੇ ਨੱਚਨ ਗੁਰ, ਪੈਰ ਹਲਾਇਨ ਫੇਰਨ ਸੁਰ, ਉੱਡ ਉੱਡ ਰਾਵਾ ਝਾਟੈ ਪਾਏ, ਵੇਖੈ ਲੋਕ ਹੱਸੈ ਕਰ ਜਾਏ, ਰੋਟੀਆਂ ਕਾਰਨ ਪੂਰੈ ਤਾਲ, ਆਪ ਪਛਾੜੈ ਧਰਤੀ ਨਾਲ। ਇਹਦੇ ਵਿੱਚ ਫਿਰ ਕੱਲ ਅਸੀਂ ਵਿਚਾਰਿਆ, ਸਤਿਗੁਰੂ ਨੇ ਕਿਹਾ ਕੇਵਲ ਪਖੰਡ ਨਹੀਂ, ਹਰ ਬੰਦੇ ਨੂੰ ਪਖੰਡੀ ਮਤ ਸਮਝਿਓ, ਸੱਚ ਇਹ ਇਸ ਪਰਪੰਚ ਵਿੱਚ ਵੀ ਬੰਦਗੀ ਕਰਨ ਵਾਲੀ ਅਸਲੀਅਤ ਪਈ ਹੋਈ। ਮੈਂ ਇੱਥੇ ਥੋੜੀ ਜੀ ਗੱਲ ਕਹਿ ਕੇ ਅੱਗੇ ਤੁਰਾਂਗਾ। ਟਾਈਮ ਮੈਂ 2 ਵਜੇ ਪੂਰੀ ਸਮਾਪਤੀ ਕਰ ਦਿਆਂਗਾ, ਯਤਨ ਕਰਾਂਗਾ, ਕਿਉਂਕਿ ਆਪਣੇ ਮਾਈਂਡ ਪਹਿਲਾਂ ਥੋੜੇ ਪ੍ਰਪੇਅਰ ਕਰ ਲਿਓ ਵੀ ਇੰਨਾ ਸਮਾਂ ਬਹਿਣਾ ਹੈ ਆਪਾਂ। ਮੇਰੀ ਬੇਨਤੀ ਹੈ, ਦੇਖੋ ਗੁਰੂ ਕਦੀ ਵੀ ਦਵੈਸ਼ 'ਚ ਆ ਕੇ ਨਹੀਂ ਬੋਲਦਾ। ਜੇ ਗੁਰੂ ਦਵੈਸ਼ 'ਚ ਬੋਲੇਗਾ ਤੇ ਸਰਬੱਤ ਦਾ ਭਲਾ ਕਿਵੇਂ ਹੋ ਸਕੇਗਾ? ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ? ਅਗਲੀ ਬੇਨਤੀ, ਰੱਬ ਨੇ ਸਾਡੇ ਅੰਗਾਂ 'ਚ ਦਵੈਸ਼ ਨਹੀਂ ਪੈਦਾ ਕੀਤੀ। ਯਾਦ ਰੱਖੋ, ਨੇ ਅੱਖਾਂ 2 ਦਿੱਤੀਆਂ ਨੇ ਪਰ ਜੋਤਾਂ 2 ਨਹੀਂ ਦਿੱਤੀਆਂ। ਉਹਨੇ 2 ਅੱਖਾਂ ਦੀ ਜੋਤ ਕੇਵਲ ਇੱਕੋ ਬਣਾਈ ਹੈ। ਉਹਨੇ ਕੰਨ ਖੱਬੇ ਸੱਜੇ ਲਾ ਦਿੱਤੇ ਨੇ ਪਰ ਸਰੋਤ ਸਿਰਫ ਇੱਕ ਪੈਦਾ ਕੀਤੀ।
ਉਹਨੇ ਨਾਸਕਾਵਾਂ 2 ਦਿੱਤੀਆਂ ਨੇ, ਪਰ ਸੁੰਘਣ ਦੀ ਸ਼ਕਤੀ ਤਾਕਤ ਜਿਹੜੀ 1 ਦਿੱਤੀ। ਕਿਉਂਕਿ ਜਦੋਂ ਇਹੋ ਜਿਹੇ ਸ਼ਬਦ ਹੁੰਦੇ ਨੇ, ਮੈਨੂੰ ਬਖਸ਼ ਦਿਆ ਜੇ, ਸਾਡਾ ਅੰਦਰ ਜਿੱਧਰ ਝੁਕਾਅ ਹੋਵੇਗਾ ਉਹਦੀ ਵਿਆਖਿਆ ਜ਼ਿਆਦਾ ਕਰੇਗਾ। ਇਹ ਸਾਡੇ ਤੇ ਨਿਰਭਰ ਕਰਦਾ। ਮੰਨ ਲਓ ਜਿਵੇਂ ਇੱਕ ਨਿਊਜ਼ਪੇਪਰ ਦਾ ਐਡੀਟਰ, ਸਿੱਧੀ ਜੀ ਗੱਲ, ਕਿਸੇ ਖਬਰ ਨੂੰ ਫਲੈਸ਼ ਕਰਨਾ ਚਾਹੇ, ਉਹ ਨਿੱਕੀ ਗੱਲ ਨੂੰ ਵੀ ਬੜੇ ਟੌਪ ਤੇ ਵੱਡੇ ਫਰੰਟ ਤੇ ਲਿਖੇਗਾ। ਪਰ ਪਿਆਰਿਓ, ਜਿਸ ਖਬਰ ਵੱਡੀ ਨੂੰ ਵੀ ਉਹ ਲੁਕਾਉਣਾ ਚਾਹੇ ਤੇ ਚੇਤੇ ਰੱਖਿਓ, ਉਹਨੂੰ ਵੀ ਨਿੱਕੀ ਜੀ ਕਿਤੇ ਡੱਬੀ ਜੀ ਬਣਾ ਕੇ ਪਿੱਛੇ ਲਾ ਦੇਗਾ। ਇਹੀ ਹਾਲ ਸਾਡੇ ਅੰਦਰ ਦਾ। ਅਸੀਂ ਕੀ ਕਰਨੇ ਆ, ਜਿਹੜੀ ਚੀਜ਼ ਜਿਸ ਪ੍ਰਤੀ ਮੇਰੇ ਅੰਦਰ ਨਫ਼ਰਤ ਹੈ, ਧਿਆਨ ਰੱਖਿਓ ਕੀ ਹੈ ਸਾਡਾ ਸਟੇਜਾਂ ਦਾ ਸਿਸਟਮ। ਮੈਨੂੰ ਪਤਾ ਜੋ ਬੰਦੇ ਸੰਗਤ 'ਚ ਆ ਗਏ ਨੇ, ਤੇ ਮੈਂ ਫਿਰ ਜਿੰਨਾ ਮੇਰੇ ਅੰਦਰ ਦਾ ਗੁਬਾਰ ਹੈ ਨਾ, ਮੈਂ ਜ਼ਬਾਨ ਦੀ ਡਾਂਗ ਰਾਹੀਂ ਪੂਰੇ ਦਾ ਪੂਰਾ ਉਹਨਾਂ ਤੇ ਵਰਸਾਉਣਾ। ਤੇ ਪਰਤ ਕੇ ਜਿਹੜੇ ਉਹਨਾਂ ਦੇ ਵਿਰੋਧੀ ਵਿੱਚ ਬੈਠੇ, ਉਹਨਾਂ ਕਹਿਣਾ ਜਿਹੜਾ ਆਹ ਭਾਈ ਸਾਹਿਬ ਆਇਆ ਨਾ, ਇਸ ਬੜਾ ਸੱਚ ਬੋਲਦਾ ਜੇ। ਕਿਉਂਕਿ ਸਾਡੇ ਸੱਚ ਦੀ ਪਰਿਭਾਸ਼ਾ ਵੀ ਦਵੈਸ਼ ਤੇ ਖਲੋਤੀ ਏ। ਜਿਹੜਾ ਮੇਰੇ ਮੁਤਾਬਕ ਬੋਲਦਾ ਉਹ ਸੱਚ ਕਹੇ, ਹੋ ਸਕਦਾ ਜਿਹੜਾ ਗੁਰੂ ਮੁਤਾਬਕ ਬੋਲੇ ਮੇਰੀ ਨਜ਼ਰ ਵਿੱਚੋਂ ਝੂਠਾ ਹੋ, ਕਿਉਂਕਿ ਸਾਡਾ ਅੰਦਰ ਉੱਥੇ ਟਿਕਿਆ। ਗੁਰੂ ਕਦੀ ਦਵੈਸ਼ 'ਚ ਨਹੀਂ ਬੋਲਦਾ। ਮੈਂ ਇੱਕ ਪ੍ਰਮਾਣ ਤੁਹਾਨੂੰ ਹੋਰ ਆਸਾ ਕੀ ਵਾਰ 'ਚੋਂ ਦੇ ਦੇਣਾ। ਇੱਕ ਸ਼ਲੋਕ ਅਸੀਂ ਪੜ੍ਹਨੇ ਕਿ ਅੰਦਰੋਂ ਝੂਠੇ ਪੈਜ ਬਾਹਰ, ਪਖੰਡ ਹੋ ਗਿਆ ਨਾ ਜੀ। ਇਹ ਅੱਗੇ ਆਉਣੇ ਨੇ ਸ਼ਲੋਕ। ਅੰਦਰ ਹੈ ਝੂਠ ਕਪਟ ਤੇ ਬਾਹਰੋਂ ਪੈਜ ਬਾਹਰ ਅਡੰਬਰ ਬੜਾ ਹੈ। ਸਤਿਗੁਰੂ ਕਹਿੰਦੇ ਨੇ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ। ਆਪਣਾ ਉਹਨਾਂ 4 ਚੁਫੇਰੇ ਵਿਸਤਾਰ ਕੀਤਾ ਹੋਇਆ। ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, 68 ਤੀਰਥ ਜੇ ਨਾਵੇਂ ਉਤਰੈ ਨਾਹੀ ਮਹਿਲ। ਹੁਣ ਇਹਦਾ ਅਗਲਾ ਸ਼ਲੋਕ ਧਿਆਨ ਇਸੇ ਬਚਨ ਨੂੰ ਪੜੋ ਕਿ ਸਤਿਗੁਰੂ ਦਵੈਸ਼ 'ਚ ਬੋਲਦੇ। ਇਹਦਾ ਮਤਲਬ ਸਚਾਈ ਕਿਤੇ ਨਹੀਂ, ਕਮਾਈ ਕਿਤੇ ਨਹੀਂ, ਬੰਦਗੀ ਕਰਨ ਵਾਲਾ ਕੋਈ ਨਹੀਂ। ਸਤਿਗੁਰੂ ਕਦੀ ਵੀ ਉਲਾਰੂ ਹੋ ਕੇ ਨਹੀਂ ਬੋਲਦੇ। ਸਤਿਗੁਰੂ ਫਿਰ ਅੱਗੇ ਕਹਿੰਦੇ ਨੇ ਜਿਨ ਪਟ ਅੰਦਰ ਬਾਹਰ ਗੁੱਦਰ ਤੇ ਭਲੇ ਸੰਸਾਰ। ਇੱਕ ਪਾਸੇ ਝੂਠੇ ਨੇ, ਇੱਕ ਪਾਸੇ ਸੱਚੀ ਮੁੱਚੀ ਅੰਦਰੋਂ ਜੁੜੇ ਨੇ। ਫਰਕ ਇੰਨਾ ਕਿ ਝੂਠੇ ਦੇ ਕੋਲ ਵਿਖਾਵੇ ਵਾਲਾ ਅਡੰਬਰ ਬਹੁਤ ਹੈ, ਸੱਚੇ ਦੇ ਕੋਲ ਸਾਦੇ ਕੱਪੜੇ ਤੇ ਮੈਲੇ ਕੱਪੜੇ ਨੇ। ਜਾਪਾਨ 'ਚ ਲੋਕ ਕਹਿੰਦੇ ਨੇ ਕਿ ਸੁੰਦਰਤਾ ਤੇ ਕਰੂਪਤਾ 2 ਦੇਵੀਆਂ ਸਨ। ਉਹਨਾਂ ਦੇ ਸਾਹਿਤ ਦੀ ਇਹ ਕਹਾਣੀ ਅਕਸਰ ਸੁਣਾਉਂਦੇ, ਕਹਿੰਦੇ ਦੋਨੋਂ ਇਸ਼ਨਾਨ ਕਰਨ ਆਈਆਂ ਅਰਸ਼ਾਂ ਤੋਂ। ਜਿਹੜੀ ਕਰੂਪਤਾ ਸੀ ਉਹਦੇ ਕੱਪੜੇ ਵੀ ਕਰੂਪ ਸਨ ਤੇ ਸਰੂਪਤਾ ਦੇ ਕੱਪੜੇ ਵੀ ਸੋਹਣੇ ਸਨ। ਉਹ ਕਹਿੰਦੇ ਨੇ ਕਰੂਪਤਾ ਤੇ ਸਰੂਪਤਾ ਕੱਪੜੇ ਲਾ ਕੇ ਨਹਾਉਣ ਵੜੀਆਂ। ਕਰੂਪਤਾ ਨੇ ਚਲਾਕੀ ਵਰਤੀ, ਉਹਨੇ ਟੁੱਬੀ ਲਾ ਕੇ ਸਰੂਪਤਾ ਵਾਲੇ ਕੱਪੜੇ ਪਾ ਕੇ ਦੁਨੀਆ ਚਲੀ ਗਈ। ਜਿਹੜੀ ਸਰੂਪਤਾ ਸੀ ਉਹ ਵਿਚਾਰੀ ਕਰੂਪਤਾ ਵਾਲੇ ਕੱਪੜੇ ਪਾ ਕੇ ਤੁਰੀ ਫਿਰਦੀ। ਸਮਝਿਓ, ਉਹ ਕਹਿੰਦੇ ਜਿਹੜੀ ਕਰੂਪਤਾ ਸੀ ਉਹਨੇ ਅਡੰਬਰ ਬਣਾ ਲਿਆ। ਲਿਸ਼ਕਦੇ ਪੁਸ਼ਕਦੇ ਕੱਪੜੇ ਜਿਹੜੇ ਨੇ ਉਹ ਪਾ ਕੇ ਤੁਰੀ ਫਿਰਦੀ ਹੈ। ਪਰ ਸਤਿਗੁਰੂ ਦੀ ਬਾਣੀ 'ਚ ਜੇ ਇਸ਼ਾਰਾ ਦੇਖੀਏ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, 68 ਚੀਰਤ ਜੇ ਨਾਮੈ ਉਤਰੈ ਨਾਹੀ ਮਹਿਲ। ਜਿਨ ਪਟ ਅੰਦਰ, ਜਿਨ੍ਹਾਂ ਅੰਦਰ ਨਾਮ ਦਾ ਰੇਸ਼ਮ ਹੈ, ਬਾਹਰ ਗੁੱਦੜ ਪੁਰਾਣੇ ਕੱਪੜੇ ਨੇ ਮੈਲ ਨਾਲ ਭਰੇ ਪਏ ਨੇ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਤੇ ਨਿਗੋ ਲੱਗਾ ਰੱਬ ਸੇਤੀ ਦੇਖਣਾ ਵਿਚਾਰ। ਰੰਗ ਹੱਸੈਂ ਰੰਗ ਰੋਵੇਂ ਚੁੱਪ ਪੀ ਕਰ ਜਾਹੇ। ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾਹੂ। ਇਹਦਾ ਮਤਲਬ ਪਤੀ। ਕੱਲ ਅਰਜ਼ ਕੀਤੀ ਸੀ ਸੇਵਕ ਸੇਵੈ ਕਰਮ ਚੜਾਓ, ਭਿੰਨੀ ਰਹਿਣ ਜਿੰਨਾ ਮਨ ਚਾਓ। ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ। ਪਰ ਸਤਿਗੁਰਾਂ ਨੇ ਵਿੱਚ ਤਾਂ ਦਰਜ ਕੀਤਾ ਭਲੇ ਲੋਕੋ, ਇਸ ਗੱਲ ਨੂੰ ਕੱਲਾ ਪਖੰਡ ਨਾ ਸਮਝਿਓ। ਇੱਥੇ ਕਮਾਈ ਵਾਲਿਆਂ ਦਾ ਜੀਵਨ ਐਸਾ ਹੈ। ਹੁਣ ਇਸ ਤੋਂ ਅੱਗੇ ਆ ਗਈ ਪੌੜੀ। ਕੱਲੇ ਜੇ ਪੌੜੀ ਦੇ ਕੇ ਤੁਕ ਦੇ ਅਰਥ ਕਰਦੇ ਤੇ ਇਹ 5 ਦਿਨਾਂ ਦੀ ਕਥਾ ਸਿਰਫ ਕੱਲੀ ਪੌੜੀ। ਮੈਂ ਸਿਰਫ 1 ਘੰਟੇ 'ਚ ਇਹਨੂੰ ਸਮੇਟਣਾ ਹੈ ਵਿਚਾਰ ਨੂੰ। ਇਹਦੇ 'ਚ 3-4 ਗੱਲਾਂ ਸਮਝਣ ਵਾਲੀਆਂ। ਪਹਿਲੀ ਗੱਲ ਕਿ ਸਤਿਗੁਰੂ ਨੇ ਸ਼ਬਦ ਵਰਤਿਆ ਸੀ ਨਿਰਭਉ ਨਿਰੰਕਾਰ ਸੱਚ ਨਾਮ। ਅਸੀਂ ਸਵੇਰ ਕੱਲ ਪੜ੍ਹਿਆ। ਇੱਥੇ ਸਤਿਗੁਰੂ ਨੇ ਵਾਹਿਗੁਰੂ ਜੀ ਨੂੰ ਸੰਬੋਧਨ ਕਰਕੇ ਤੇ ਅੱਧੀ ਤੁਕ ਵਿੱਚ ਸਾਡੇ ਜੀਵਾਂ ਨੂੰ ਕਿਹਾ। ਉਹ ਪੌੜੀ ਦੀ ਪਹਿਲੀ ਤੁਕ ਹੈ ਨਾਉ ਤੇਰਾ ਨਿਰੰਕਾਰ ਹੈ। ਵਾਹਿਗੁਰੂ ਜੀ ਨੂੰ ਮੁਖਾਤਬ ਕੀਤਾ ਜਿਹਦਾ ਆਕਾਰ ਕੋਈ ਨਹੀਂ, ਆਕਾਰ ਤੋਂ ਰਹਿਤ ਹੈ। ਹਜ਼ੂਰ ਕਹਿੰਦੇ ਨੇ ਉਹਦਾ ਨਾਮ ਹੈ। ਹੇ ਵਾਹਿਗੁਰੂ ਜੀ ਤੇਰਾ ਨਾਮ ਹੈ। ਬਸ ਇਹ ਥੋੜੀ ਜਿਹੀ ਬਰੀਕ ਗੱਲ ਹੈ ਪਿਆਰਿਓ।
समझ पै जाएगी। थोड़ा जिहा मेरा साथ तुसीं दिओ। कल असीं निराकार ते शब्द कुछ वरते, हुण जिहड़ी आकार वाली चीज़ वो बिनसेगी, ਉਹਦਾ नाम भी बिनसेगा। पर जिहदा आकार कोई नहीं, पर कमाल की गल ਉਹਦਾ नाम है। नाउ तेरा निरंकार है, नाए लें नरक ना जाइए। परमात्मा तेरा नाम है, नाउ तेरा निरंकार दा अर्थ है कि हे वाहिगुरू जी तेरा नाम है। नाम है दा मतलब कि जिहड़ा तेरे नाम नाल जुड़ जाता है, निराकार दी अदृष्ट शक्ति उस शरीर विच अपनी किरपा कर लग पैंदी, जिहदे विच उहदा नाम चलन लग पैंदा है। वो जिहड़ा असीं कहने नाम कोई चीज़ नहीं जी। गुरु नानक साहब वाहिगुरू जी नूं संबोधन करके कह रहे कि नाउ तेरा निरंकार है। इत्थे मैं थोड़ी जी बेनती करदे हां। पहली पौड़ी जिद्दन शुरू कीती सी उस दिन अर्ज कीती सी मैं, असल च नाम की है। चलो असी गुरमत नाम वाहिगुरू शब्द पढ़ते, राम शब्द पढ़ने, अल्लाह शब्द पढ़िया जाता है, पर गुरु के सिखो नाम की है। जेड़े ये कहने जी नाम कोई चीज़ नहीं, नरजिंद है, नहीं नहीं, मेरी बेनती है, नाम विच बड़ी वड्डी शक्ति है। मैं एक बार अर्ज की सी, जे कोई पूछे भी नाम च की ताकत है, मैं उदाहरण दी सी, एक बच्चा जन्म लेंदा है तो असी गुरुद्वारे आके उसका नाम रखने। हुण जदों बच्चे का नाम रखिया कि उस बच्चे नूं पता है भी जिहड़ा नाम मेरा रखिया गया ये पंजाबी बोलण वालियां ने रखे। जमदे बच्चे नूं कोई पता नहीं अखरां दा, पर चेते रखियो अखरां दा नाम ही पता होवे ते साउंड फिर भी काम करदा। संगीत क्यों चुनिया गुरुदेव ने? हुणे तुसीं कीर्तन सरवण कीता, जिन्हां ने कदी नहीं पाठ कीता होना उन्हां भी भाई साहब दे नाल कीर्तन च बोले, क्योंकि जिहड़ी भाषा है, जिहड़ा वार्तालाप है, वो ही समझदा जिहड़ा उस भाषा का ज्ञाता है। मैं पंजाबी च बोल रहा, गोरा बिठा दो बेचारा टाइम पास करेगा, उन्होंने समझ कोई नहीं पैनी। इत्थे कोई अरबी च आके बोले तो असी सारे एक दूजे के मूँह वाल देखांगे, सानू समझ नहीं पैनी। बेनती है कि भाषा की समझ होवे ते उस भाषा च बोलिया होया ही रस देंदा है। पर चेते रखियो कीर्तन वास्ते, संगीत वास्ते किसी भाषा की लोड़ नहीं, क्योंकि संगीत तो रब की अपनी आवाज़ है, ये ब्रह्मंड की आवाज़ है। ये मेरा ख्याल अरबी च कोई गाए कुछ भी समझ ना पाए, पर संगीत साढ़े अंदर नूं टुंबेगा। कोई इंग्लिश च गाए तां भी टुंबेगा। मेरे सतगुरु ने संगीत नूं तां लैके तुरे क्योंकि संगीत कला इंसानां लई नहीं, क्योंकि संगीत तां धरती की बनस्पति विच भी खेड़ा पैदा कर दिंदा। संगीत तां पंछियां दे अंदर भी खेड़ा पैदा करदा। ज़्यादा दूर ना जाओ, सब तो जहरीला सप जिहदे बारे कहने कन कोई नहीं, पर जदों संगीत दियां तरंगां उठदियां ने, एक जहरीला सप भी सच ए जे उस बीन दे उत्ते नचना शुरू कर दिंदा। मैं कहना कमाल कर दी सतगुरां ने। उन्होंने संगीत की चोण की, हालांकि इनू माड़ा ना समझिए, 7 सुरां च ही सब कुछ आउंदा है जी। मैं तो खैर इन्नी संगीतकार बाणी जान के नहीं रखता। 7 सुरां 3 सप्तक ने ना जेड़े जी, चलो खीर वाला अति तार सप्तक तुसीं कह दिंदे हो। मेरी बेनती है, सतगुरां ने उन्होंने रबाब चुनी, रबाब नाल जोड़ी की लोड़ नहीं पैंदी, क्योंकि उसकी रिदम ही इन्नी है कि वह जोड़ी तो बिना भी सर जाता है। पर सतगुरां ने संगीत चुनिया। पर जदों असी बोलांगे वार्तक च, इहदा रस उन्होंने ही आएगा जिहड़ा उस भाषा का जाणू है। बेनती सुनो, हुण असी कहने नाम की है, ये बड़ा गहरा विषय। मैनूं याद है कि भाई योध सिंह वाइस चांसलर रहे ने, चलाना कर चुके ने। उन्होंने एक किताब लिखी सी, मेरा ख्याल गुरमत निर्णय, बड़ी पुरानी गल है। उहदे च उन्हें दसिया नाम की बड़ी डिटेल नाल उन्हें गल की। श्रीमान भाई वीर सिंह उन्होंने दे टीके नूं पढ़ो तो तुहानूं थां थां मिलेगा नाम की। भाई साहब भाई रणधीर सिंह उन्होंने दियां लिखतां पढ़ो गुरमुखां दियां, पता लगेगा नाम की। कहते पढ़ो भाई कश्मीर से भाई शेर प्रोफैसर शेर सिंह कश्मीर वाले, जदों उन्होंने पढ़ने आत्मा की वाहिगुरू दर्शन ते आत्म दर्शन की। रघबीर सिंह बीर दियां रचनावां नूं पढ़ोगे तो थोड़ी थोड़ी झलक मिलेगी नाम की। उन्हां सारियां ने, क्योंकि जिन्हां दा मैं जिक्र किया ये असल च बोले घट ने, इन्हां ने कमाया बहुत ज़्यादा है।
मैं अर्ज कर लगा, नाउ तेरा निरंकार है, नाए लिया नरक ना जाई। एक एक तुक असीं लई जांगे, नाले अर्थ नाले व्याख्या। बेनती है भी नाम च की ताकत है। मैं अर्ज की, बच्चे का नाम रख दिता, उन्होंने कोई पता नहीं आ मेरे मापे सिख ने, ये हिंदू मुसलमान कौन ने, पर कमाल की गल उन्होंने ये भी समझ कोई नहीं आ जो कुछ जबान तो बोलते हैं ये शब्दावली की है, ये वाक की ने। पर उस बच्चे का नाम रखने तो बाद जिन्ने परिवार दे जी आ, असी उस शब्द नूं वार वार रिपीट करने। माँ भी वो शब्द वरदी, बाप भी वरदा, भैन भरा सारे वरदे ने। देखो, जिस बच्चे नूं अजे भाषा का बोध नहीं, जिहदी अपनी वकैबलरी बचपन विच अपनी है, ਉਹਦਾ ਕੋਸ਼ ਆਪਣਾ ਹੁੰਦਾ ਹਰ ਬੱਚੇ ਦਾ ਜਨਮ ਤੋਂ ਬਾਅਦ ਜਦੋਂ ਬੋਲਦਾ, ਉਹਨੂੰ ਭਾਸ਼ਾ ਦੀ ਸਮਝ ਨਹੀਂ, ਅੱਖਰਾਂ ਦੀ ਸਮਝ ਨਹੀਂ, ਵਰਨਮਾਲਾ ਦੀ ਸਮਝ ਨਹੀਂ, ਉਹਨੂੰ ਲਿਪੀ ਦੀ ਸਮਝ ਨਹੀਂ। ਪਰ ਕੁਝ ਮਹੀਨੇ ਨਿਰੰਤਰ ਇੱਕ ਸ਼ਬਦ ਘਰ ਵਿੱਚ ਵਾਰ-ਵਾਰ ਦੁਹਰਾਇਆ ਜਾਣ ਲੱਗ ਪਿਆ। 2.5 ਸਾਲ ਦੇ 2.5-3 ਮਹੀਨੇ ਦੇ ਬੱਚੇ ਨੂੰ ਉਹ ਸ਼ਬਦ ਦੀ ਸਮਝ ਪੈ ਜਾਂਦੀ ਹੈ। ਜਦੋਂ ਉਹਨੂੰ ਕੋਈ ਆਵਾਜ਼ ਮਾਰਦਾ ਹੈ, सचमुचों मां का दुध चुंगदा छड्ड के भी आवाज़ मारन वाले देख लग पैंदा। क्यों? क्योंकि एक साउंड वो अंदर जा रही सी। उस साउंड ने कहा भी तेरी बॉडी नाल इहदा संबंध है, हालां उन्होंने खुद बोलना नहीं आ रहा। जे एक बच्चे का नाम वार वार पुकारो तो ना बोलन वाला बच्चा, ना तुरन वाला बच्चा, ना समझ रखने वाला बच्चा उस नाम की आवाज़ नूं सुन के नाम वार बोलन वाले वाल ध्यान देंदा है, उहदे वाल चलना शुरू कर देंदा है। पर मैं बेनती करा प्यारिओ, जिहड़ा सारियां दिलां दियां जानदा है, जदों उहदा नाम लैके कोई आवाज़ मारेगा, क्यों नहीं साडे वाल ध्यान देगा। सिर्फ एक मैं उदाहरण, एडी कोई वड्डे पद्धर की उदाहरण नहीं है, सिर्फ मैं बेनती कर लगा प्यारिओ, निराकार है पर नाम एक शक्ति। सवाल उठेगा, आकार दी जिदा आकार ही तुसी नाम किवें कह दिता। कल मैं प्रमाण दिते सन, बहुत कुछ ऐसा है जिदा आकार नहीं पर आकार उत्ते कब्जा करी बैठा है। कल तुसी जिहड़े आए सुनिया तुसी, मैं बेनती की सी, क्रोध का कोई आकार नहीं, पर जिदन आकार वाली बॉडी नूं पकड़दा ते बॉडी वो कुछ कर जाती है कि मानवता भी शर्मसार होण लग पैंदी। आकार नहीं क्रोध दा। हुण जिहड़ा निराकार है, जिदा रूप रेख कोई नहीं, ओदी एनर्जी, ओदी नाम की शक्ति केड़ी थां है। मैं बेनती करा कि तुहाडे बिजनेस च नाम नहीं, नाम कला गुरुद्वारे नहीं बख्श दिया जे। केड़ी थां है, जेता कीता तेता नाउ विण नाम है नाही को थां, कोई थां नाम तो बिना नहीं। बस फर्क इन्ना है, अखरी नाम। फिर सवाल उठता भी अखरी नाम क्यों दिता। उस एनर्जी नूं, उस शक्ति नूं ਜਿਹੜੀ ਸਰਬ ਵਿਆਪਕ ਹਰ ਥਾਂ ਤੇ ਵਰਦੀ ਪਈ ਹੈ, ਜਦੋਂ ਕੋਈ ਗੁਰੂ ਦੇ ਦਿੱਤੇ ਹੋਏ ਉਸ ਅੱਖਰਾਂ ਦੇ ਨਾਮ ਦਾ ਅਭਿਆਸ ਕਰਦਾ ਹੈ, ਸੱਚ ਇਹ ਵੇ ਕਿ ਉਹ ਨਿਰਾਕਾਰ ਦੇ ਉਸ ਪਰਮ ਨਾਮ ਨਾਲ ਜੁੜ ਜਾਂਦਾ ਹੈ। ਜਦੋਂ ਉਹ ਆਕਾਰ ਰਹਿਤ ਹੋਵੇਗਾ, ਨਾਮ ਆਕਾਰ ਤੋਂ ਬਿਨਾਂ ਵੀ ਉਹਦੀ ਮਦਦ ਕਰੇਗਾ। ਫਿਰ ਬੇਨਤੀ ਸੁਣੋ, ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ, ਉਹ ਆਕਾਰ ਤੋਂ ਬਿਨਾਂ ਹੈ ਪਰ ਉਹਦਾ ਨਾਮ ਹੈ। ਅੱਜ ਮੇਰਾ ਤੁਹਾਡਾ ਆਕਾਰ ਹੈ, ਜਿੱਦਣ ਸਾਡੀ ਮੌਤ ਹੋਣੀ ਇਸ ਆਕਾਰ ਨੇ ਸੜਨਾ ਹੈ, पर अंदरों जिन्हें निकलना वह आकार कोई नहीं। इस तरह है ना जी, वह कोई आकार नहीं। जदों वो निराकार अंदरों निकलेगा तो ओदी मदद कोई आकार वाला कर सकूगा। मेरे अंदरों मेरी आत्मा ने निकलना तो मेरे पिछे मेरे घर दे जी दौड़ के कहने इस तेरी मदद करांगे। वो भलिओ आकार वाले दी मदद आकार वाला ही कर सकता है, तो जिदा आकार ही कोई नहीं ओदी मदद कौन करेगा। गुरमुखो, फिर उस आकार वाले जिदा आकार नहीं होण निराकार है, ओदी मदद सिर्फ वो नाम करेगा जिहड़ा निराकार दा अपना नाम है। बेनती समझ पै गई होनी। अगली गल मैं करा, देखो सब तो तेज है लाइट स्पीड। सूरज की रोशनी सब तो तेज है ना। अज जे तुसी किसी चीज़ नूं भी आपां देखने रफ्तार लाइट स्पीड, तो लाइट स्पीड तो तेज की है। एक चीज़ होर है, वो साडा मन, ये लाइट स्पीड नूं भी पिछे छड़ जांदा। लाइट स्पीड सब तो ज़्यादा है, मन की स्पीड लाइट स्पीड तो कई गुणा वध है। हुण मन तो तेज कौन है? मन तो तेज गुरु का शब्द है। जिथे शब्द आ जाए उत्थे मन भी पिघला हो जाता है, क्योंकि शब्द की ताकत इतनी है।
मैं बेनती करा उस निराकार दी जिहड़ी नाम दी एनर्जी, नाम दी शक्ति, नाम दी ताकत हर पासे वरदी पई है। मेरे सतगुरां ने कुछ शब्द दे दिते, कहन लगे जिवें असीं वाहिगुरू शब्द कहने, इस विच नाम समाया हुआ है। फिर बेनती जे, हर सिमरन में आप निरंकारा, नाउ तेरा निरंकार है, नाए लए नरक ना जाइए, तेरा नाम है। सतगुरु कहंदे ने सिमरन विच ओ आप समाया है। मैं बेनती करांगा, फिर जदों कोई उसका नाम जपदा, ज्यों ज्यों अभ्यास करदा, गुरमंत्र का अभ्यास सवासां नाल हो सकता है, मूल मंत्र का नहीं हो सकता। गुस्सा ना करियो, बाणी का अभ्यास नहीं सवासां नाल हो सकना, क्योंकि जदों सवास की गति चलती है उदों नाम खास करके असी वाहिगुरू शब्द कहने। वाहिगुरू शब्द ही सवास विच रच मिल सकता है। लगातार तुसी कोई शब्द बोल के देखो, वो सवासां ते फिर अल्लाहू फकीर बोलदा है, सच्ची मुच्ची वो सवास चलता है। राम शब्द चलता है सवास च। वाहिगुरू शब्द बनतर ऐसी दिती सतगुरां ने, वो शब्द सवासां दे विच रच मिल जाता है। जदों लगातार तुसी आपां इस शब्द का अभ्यास करने आ, सच एवे इस शब्द विच गुरु की किरपा वरदी है। ये शब्द सानू उस परम परमात्मा की उस एनर्जी नाल जोड़ दिंदा है जिहदा नाम चार चफेरे वरत रहा है। मेरी बेनती सुना, सैटेलाइट की है जी? अज बंदे ने बौद्धिक तल ते बहुत कुछ दिता। सैटेलाइट तो आसमान च है ना जी, वो घूम रहा है, पर वो तस्वीरां भी दे रहा, वो शब्द भी बोल भी दे रहे। पर सच है जे ये सैटेलाइट तो बंदे का बनाया है, यदी कोई सीमा है, पर जिहड़ा ओहदा नाम दा सैटेलाइट घूमदा पिया ओहदी कोई सीमा नहीं। उन्होंने कित्थों बनांगे? जिथे भी आप बोलोगे, जदों ओहदे नाल संबंध जुड़ गया, प्यारिओ आप जमीन ते बैठे कोई भी अरशां दे उड़ारी मारन वाले बन जाओगे। निरंकार दा नाम, हुण वाहिगुरू शब्द जदों असीं जपने आ, साडा रिलेशन परमात्मा नाल बनेगा। फिर ये नाम च किन्नी कु ताकत है। मैं सिर्फ एक शब्द सतगुरु का सुना देना, उहदे विच सब कुछ आएगा। नरक अगे देखने, आवागुण मुक जाता जिन्हां कोल नाम है। जदों हालांकि साडी बॉडी च दो शरीर होर ने, एक साडा स्थूल शरीर है, एक साडा सूक्ष्म शरीर है, एक साडा कारण शरीर है। आ स्थूल दी अपनी लोड़ है, सूक्ष्म स्थूल नालों कई गुणा ताकत वाला है। कारण शरीर इस तो अगे क्या जाता है। पर प्यारिओ जिहड़ा सूक्ष्म है उहदा आकार की बनावांगे। मैं फिर जिहड़ी गल ते जोर देना चाहना, आकार वालियां चीज़ां दा साथ आकार देगा, पर जिहदा आकार कोई नहीं उहदा साथ वही देगा जिहड़ा निराकार होवेगा। उस निराकार दा जिहड़ा नाम है, गुरु रामदास जी ने पुछो नाम च की ताकत है। सतगुरु कहंदे ने, सो ऐसा हर नाम ध्याइए मन मेरे, जो सबना ऊपर हुक्म चलाए। उसका नाम जप, ओनू ध्यान, जिस दे नाम दा हुक्म सारे संसार ते चलदा पे। सो ऐसा हर नाम ध्याइए मन मेरे, जो सबना ऊपर हुक्म चलाए। सो ऐसा हर नाम जपिए मन मेरे, जो अंती अवसर लै छड़ाए। सतगुरु कहते अंतले समय जो अंति अवसर लै छड़ाए। सो ऐसा हर नाम जपिए मन मेरे, जो मन की तृष्णा सब भुख गवाए। सो गुरमुख नाम जपिया वडभागी, तिन निंदक दुष्ट सब पैरी पाए। नानक नाम आराध सबना ते वड्डा, सब नाम है अगे आन निभाए। इस तो अगली बेनती मैं करा, गुरमुखो, जदों असी नाम की गल शुरू की, देखो कई बारी मन च आवेगा आ जिहड़ा जपिया है ये अगे किते जांदा है। गुरु नानक साहब कह रहे ने, जिहड़ा जपेगा निरंकार दे नाम नूं, वो नरक च नहीं जाएगा, वो दोजक च नहीं जाएगा। चेते रखो, सुरग ते नरक ओदी मंजिल ही नहीं। जिहड़ा परमात्मा दा नाम जपदा है, नाम जपण वाला एक दिन नामी विच अभेद हो जाता है। हुक्म मनण वाला हुक्मी भी चला जाता है। प्रोफैसर पूਰਨ सिंह की एक किताब है, ਉਹਦੇ ਵਿੱਚ ਉਹਨਾਂ ਨੇ ਭਾਈ ਡੱਲਾ ਜੀ ਤੇ ਗੁਰੂ ਗੋਬਿੰਦ ਸਿੰਘ ਦਾ ਸੰਵਾਦ ਗੱਲਬਾਤ ਕਰਾਈ। ਉਹ ਮੈਨੂੰ ਬੜੀ ਚੰਗੀਆਂ ਲੱਗੀਆਂ। ਉੱਥੇ ਕੁਝ ਗੱਲਾਂ ਸ਼ਬਦ ਬੜੇ ਸੋਹਣੇ ਵਰਤੇ ਉਹਨੇ। ਕਹਿੰਦੇ ਭਾਈ ਡੱਲਾ ਇੱਕ ਸਵਾਲ ਪੁੱਛਦਾ ਹੈ,
ਗੁਰੂ ਗੋਬਿੰਦ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਅਰਥ ਕੀ ਨੇ? ਆਪਾਂ ਸੁਣਦਿਆਂ ਹੀ ਕਹਾਂਗੇ ਲਓ ਜੀ ਇਹ ਵੀ ਕੋਈ ਔਖੇ ਅਰਥ ਨੇ। ਉਹ ਪੁੱਛ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਕੀ ਅਰਥ ਨੇ? ਸਤਿਗੁਰੂ ਮੁਸਕਰਾ ਪੈਂਦੇ ਨੇ, ਕਹਿੰਦੇ ਨੇ ਡੱਲਿਆ ਤੂੰ ਕੀ ਸਮਝਣਾ? ਵਾਹਿਗੁਰੂ ਜੀ ਕਾ ਖਾਲਸਾ ਦੇ ਅਰਥ ਇਹ ਨੇ ਜਿਵੇਂ ਡੱਲਾ ਤੇ ਡੱਲੇ ਦੀ ਪੈਲੀ, ਪੈਲੀ ਚਲੋ ਸ਼ਬਦ ਵਰਤਿਆ ਜ਼ਮੀਨ, ਸੁਣਿਓ, ਜਿਵੇਂ ਡੱਲਾ ਤੇ ਡੱਲੇ ਦੇ ਘੋੜੇ, ਜਿਵੇਂ ਡੱਲਾ ਤੇ ਡੱਲੇ ਦੀਆਂ ਫੌਜਾਂ, ਜਿਵੇਂ ਡੱਲਾ ਤੇ ਡੱਲੇ ਦੀ ਹਵੇਲੀ। ਇਹਦੇ ਅਰਥ ਇਸ ਤਰ੍ਹਾਂ ਨਹੀਂ ਬਣਨਗੇ ਕਿ ਵਾਹਿਗੁਰੂ ਜੀ ਕਾ ਖਾਲਸਾ ਦਾ ਅਰਥ ਜਿਵੇਂ ਡੱਲੇ ਦਾ ਘਰ, ਡੱਲੇ ਦੀ ਜ਼ਮੀਨ, ਡੱਲੇ ਦੇ ਹਾਥੀ ਘੋੜੇ, ਡੱਲੇ ਦੀਆਂ ਫੌਜਾਂ, ਡੱਲੇ ਦੇ ਆਦਮੀ। ਕਹਿੰਦਾ ਮਹਾਰਾਜ ਅਰਥ ਇਸ ਤਰ੍ਹਾਂ ਹੀ ਬਣਨਗੇ ਨਾ ਵਾਹਿਗੁਰੂ ਜੀ ਕਾ ਖਾਲਸਾ। ਸਤਿਗੁਰੂ ਕਹਿੰਦੇ ਨੇ ਨਹੀਂ, ਇਹ ਤੇਰੇ ਵਾਸਤੇ ਅਰਥ ਨੇ। ਤੇਰਾ ਵਜੂਦ ਖਤਮ ਹੋਵੇਗਾ ਪਰ ਚੀਜ਼ ਫਿਰ ਵੀ ਕਾਇਮ ਰਹੇਗੀ। ਸੁਣਿਓ ਇਸ ਬਰੀਕ ਗੱਲ ਨੂੰ। ਡੱਲੇ ਦਾ ਘਰ, ਕਿ ਡੱਲੇ ਦੀ ਹਸਤੀ ਮਰਨ ਦੇ ਨਾਲ ਤੇਰੇ ਘਰ ਦੀ ਹੋਂਦ ਖਤਮ ਹੋ ਜਾਏਗੀ, ਤੂੰ ਮਰ ਜਾਏਗਾ ਪਰ ਘਰ ਰਹੇਗਾ। ਡੱਲੇ ਦੀ ਫੌਜ, ਤੇਰੀ ਮੌਤ ਹੋ ਜਾਏਗੀ ਪਰ ਚੇਤੇ ਰੱਖੀ ਫੌਜ ਨਹੀਂ ਖਤਮ ਹੋਵੇਗੀ। ਤੇਰੀ ਡੈਥ ਤੋਂ ਬਾਅਦ ਤੇਰੇ ਮਰੱਬੇ ਨਹੀਂ ਖਤਮ ਹੋਣਗੇ, ਤੇਰੀ ਮੌਤ ਤੋਂ ਬਾਅਦ ਤੇਰੀਆਂ ਹਵੇਲੀਆਂ ਨਹੀਂ ਖਤਮ ਹੋਣਗੀਆਂ। ਚੇਤੇ ਰੱਖ ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਨਹੀਂ। ਜੇ ਮਾਲਕ ਦੀ ਹੋਂਦ ਖਤਮ ਹੋ ਜਾਏ ਤੇ ਉਸ ਤੋਂ ਬਾਅਦ ਵੀ ਚੀਜ਼ਾਂ ਕਾਇਮ ਨੇ, ਕਹਿਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਹੈ ਜਿਵੇਂ ਸੂਰਜ ਤੇ ਸੂਰਜ ਦੀ ਕਿਰਨ ਹੈ। ਉਹ ਕਹਿੰਦਾ ਮੈਂ ਸਮਝਿਆ ਨਹੀਂ ਸੂਰਜ ਤੇ ਸੂਰਜ ਦੀ ਕਿਰਨ। ਕਹਿੰਦੇ ਸਮਝ ਇਸ ਗੱਲ ਨੂੰ, ਕਿਰਨ ਦੀ ਹੋਂਦ ਤਾਂ ਹੈ ਜੇ ਸੂਰਜ ਹੈ। ਜੇ ਸੂਰਜ ਨਹੀਂ ਇਕੱਲੀ ਕਿਰਨ ਕਦੀ ਨਹੀਂ ਰਹਿ ਸਕਦੀ। ਜੇ ਸਮੁੰਦਰ ਨਹੀਂ ਤੇ ਲਹਿਰ ਕਦੀ ਨਹੀਂ ਰਹਿ ਸਕਦੀ। ਚੇਤੇ ਰੱਖਿਓ ਜੇ ਝੀਲ ਨਹੀਂ ਤੇ ਪਾਣੀ ਦੀ ਆੜ ਕਦੇ ਨਹੀਂ ਰਹਿ ਸਕਦੀ। ਜੇ ਅੰਦਰ ਵਾਹਿਗੁਰੂ ਦਾ ਨਾਮ ਨਹੀਂ ਤੇ ਖਾਲਸਾ ਕਦੀ ਨਹੀਂ ਰਹਿ ਸਕਦਾ, ਕਿਉਂਕਿ ਉਸ ਮਾਲਕ ਦੀ ਸਿਮਰਨ ਕਰਕੇ ਹੀ ਖਾਲਸਾ ਹੈ। ਜੇ ਸਿਮਰਨ ਨਹੀਂ ਤੇ ਚੇਤੇ ਰੱਖੋ ਖਾਲਸਾ ਨਾਮ ਦੀ ਕੋਈ ਚੀਜ਼ ਨਹੀਂ। ਮੇਰੀ ਬੇਨਤੀ ਸਮਝ ਗਏ ਜੀ? ਦੇਖੋ ਵਾਹਿਗੁਰੂ ਜੀ ਕਾ ਖਾਲਸਾ ਜੇ ਅੰਦਰ ਸੰਚਾਰ ਚੱਲ ਰਿਹਾ, ਬੇਨਤੀ ਹੈ। ਉਹਨੇ ਅਗਲੀ ਗੱਲ ਪੁੱਛੀ, ਕਹਿੰਦਾ ਦਾਤਾ ਨਾਮ ਬਾਣੀ। ਇਹ ਵੀ ਸਵਾਲ ਉੱਠਦਾ ਜੀ ਕੀ ਬਾਣੀ ਨਾਮ ਨਹੀਂ? ਨਾਮ ਜ਼ਰੂਰੀ ਹੈ? ਦੇਖੋ ਕਦੀ ਵੀ ਫਿਰ ਬੇਨਤੀ ਕਰਾਂਗਾ, ਕਈ ਵਾਰੀ ਸਾਡੇ ਕੌਮ 'ਚ ਨਾ ਲਹਿਰਾਂ ਉੱਠਦੀਆਂ ਰਹਿੰਦੀਆਂ ਨੇ, ਥੋੜਾ ਜਿਹਾ ਉੱਠਦੇ ਨੇ, ਝਲਕਾ ਝੁਲਕਾ ਦਿਖਾ ਕੇ ਭੱਜ ਭੁੱਜ ਕੇ ਫਿਰ ਆਰਾਮ ਨਾਲ ਬਹਿ ਬੁਝਾਉਂਦੇ। ਅਸਲੀਅਤ ਕੋਈ ਬ੍ਰਹਮ ਗਿਆਨੀਆਂ ਨੂੰ ਜਨਮ ਦੇਣ ਲੱਗ ਪੈਂਦਾ, ਕੋਈ ਵਿਦਵਾਨਾਂ ਨੂੰ ਜਨਮ ਦੇਣ ਲੱਗ ਪੈਂਦਾ। ਉਹ ਚਾਰ ਕੁ ਛਿੱਲੜ ਇਕੱਠੇ ਹੋ ਗਏ, ਕਹਿੰਦੇ ਨੇ ਚਲੋ ਹੁਣ ਆਪਣਾ ਕੰਮ ਚੱਲ ਗਿਆ, ਹੁਣ ਛੱਡੋ ਪਰ। ਨਹੀਂ, ਇਸ ਤਰ੍ਹਾਂ ਨਹੀਂ। ਮੇਰੀ ਬੇਨਤੀ ਹੈ ਬਾਣੀ ਨਾਮ ਤੋਂ ਵੱਖ ਨਹੀਂ, ਬਾਣੀ ਨਾਮ ਤੋਂ ਵੱਖ ਨਹੀਂ। ਪਰ ਜਦੋਂ ਕੋਈ ਬਾਣੀ ਨਾਲ ਜੁੜਦਾ ਉਦੋਂ ਵੀ ਅੰਦਰ ਨਾਮ ਦੀ ਰੋਹ ਚੱਲਦੀ ਏ। ਤੇ ਪਿਆਰਿਓ ਜਦੋਂ ਕੋਈ ਨਾਮ ਨਾਲ ਜੁੜਦਾ ਉਦੋਂ ਬਾਣੀ ਪਿਆਰੀ ਲੱਗਦੀ ਹੈ। ਇਹ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਇਹਨੂੰ ਗੱਪ 'ਚ ਨਾਲ ਜਾਇਓ। ਅੰਮ੍ਰਿਤ ਵੇਲੇ ਕਿਤੇ ਇੱਕ ਅਸੀਂ ਪਾਠ ਕਰਨੇ ਆ, ਬੋਲ ਕੇ ਕਰਨੇ ਆ ਨਾ ਜੀ। ਉਹ ਤਿੰਨ ਕੰਮ ਉਦੋਂ ਹੁੰਦੇ ਨੇ, ਇੱਕ ਸਾਡੀਆਂ ਅੱਖਾਂ ਦੇਖਦੀਆਂ ਨੇ, ਇੱਕ ਸਾਡੀ ਜ਼ਬਾਨ ਬੋਲਦੀ, ਹਾਂਜੀ, ਤੀਜਾ ਮਨ ਉਹ ਬੇਈਮਾਨੀ ਕਰ ਜਾਂਦਾ। ਅੱਖਾਂ ਦੇਖਦੀਆਂ ਨੇ, ਜ਼ਬਾਨ ਬੋਲਦੀ ਏ, ਤੇ ਮਨਵਾ ਜਿਹੜਾ ਪੂਰਾ ਜਪਜੀ ਸਾਹਿਬ ਕਰਨ ਤੋਂ ਬਾਅਦ ਵੀ ਅੰਦਰ ਨੂੰ ਪੁੱਛਦਾ ਵੇ ਮੰਨੇ ਦੀਆਂ ਪੌੜੀਆਂ ਪੂਰੀਆਂ ਪੜ੍ਹ ਲਈਆਂ ਸਨ। ਇਹ ਹਾਲਤ ਹੈ ਸਾਡੀ। ਇਹਨੂੰ ਮਜ਼ਾਕ 'ਚ ਨਾ ਲਿਜਾਇਓ। ਇਹ ਕਾਰਨ ਕਿ ਨਿਤਨੇਮ ਦੀ ਬਾਣੀ ਵਿੱਚ ਜੇ ਇਕਾਗਰਤਾ ਨਾ ਬਣਾਓ ਤੇ ਬਾਣੀ ਪੜ੍ਹੀ ਨਹੀਂ ਜਾਣੀ। ਕਿਉਂਕਿ ਮੰਨੇ ਕੀ ਗਤ ਕਹੀ ਨਾ ਜਾਏ, ਪੜ੍ਹਦੇ ਪੜ੍ਹਦੇ ਉਹ ਪਹੁੰਚ ਜਾਂਦੇ ਨੇ। ਸਰਮਖੰਡ ਕੀ ਬਾਣੀ ਰੂਪ ਤਿੱਥਾ ਘਾੜਤ ਘੜੀਆ ਬਹੁਤ ਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ। ਸ਼ਲੋਕ ਪੜ੍ਹ ਕੇ ਕਹਿੰਦੇ 2.5 ਮਿੰਟ ਚਾਹੇ ਜਪਜੀ ਸਾਹਿਬ ਹੋ ਗਿਆ। ਉਹ ਕਿੱਥੇ ਗਿਆ? ਮੰਨੇ ਤੋਂ ਚੁੱਕਿਆ ਉਹ ਤੂੰ ਤੀਜੇ ਖੰਡ ਤੇ ਜਾ ਪਹੁੰਚੀ। ਸੋਦਰ ਦਾ ਪਾਠ ਸ਼ੁਰੂ ਹੁੰਦਾ ਹੈ ਤੇ ਸੱਚੀ ਮੁੱਚੀ ਜੀ ਕੀਤੀ ਛੁੱਟੀ ਨਾਲ ਕਰਕੇ ਫਿਰ ਸੋਚਦਾ ਮੈਂ ਤਾਂ ਰਹਿ ਰਸ ਕਰਦਾ ਪਿਆ ਸੀ, ਤਾਂ ਜਪਜੀ ਸਾਹਿਬ ਹੋ ਗਿਆ। ਇਹ ਵਾਪਰਦਾ ਲੋਕਾਂ ਨਾਲ। ਜਾਪ ਸਾਹਿਬ ਭੁਜੰਗ ਪ੍ਰਿਆਤ ਛੰਦ ਨਮਸਤਮਾ ਅਕਾਲੇ ਵਾਲਾ ਪੜ੍ਹਨਾ ਤੇ ਪਹੁੰਚ ਕਿਤੇ ਹੋਰ ਜਾਂਦਾ। ਰਵਾਲ ਦੀ ਥਾਂ ਰਸਾਵਲ ਪੜ ਜਾਂਦਾ। ਸਤਿਗੁਰੂ ਨੇ ਦੇਖੋ ਜਿਹੜਾ ਨੇਮ ਦੇਣ ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਵਾਰ-ਵਾਰ ਹੁੰਦਾ, ਬੰਦਾ ਵਿਚਲ ਜਾਂਦਾ ਕਈ ਵਾਰ ਸਵਈਆਂ 'ਚ। ਇੱਥੋਂ ਤੱਕ ਕਿ ਆਨੰਦ ਸਾਹਿਬ ਦੀਆਂ ਪੌੜੀਆਂ ਵਿੱਚ ਵੀ ਜਦੋਂ ਕਹੇ ਨਾਨਕ ਆਉਂਦਾ, ਬੰਦਾ ਉਸੇ ਪੌੜੀ ਨੂੰ ਰਿਪੀਟ ਫਿਰ ਕਰਨ ਲੱਗ ਪੈਂਦਾ। ਇਹਦਾ ਮਤਲਬ ਸੀ ਬਾਣੀ ਸੁਚੇਤ ਹੋ ਕੇ ਪੜ੍ਹੀ।
मैं बेनती करांगा कि जदों असीं मान लो बाणी पढ़ रहे हैं, मेरी जबान साथ दे रही है, अखां साथ दे रही हैं, चलो जे मैनू जबानी चेते वे तो मैं जबान नाल पढ़िया तो मेरी चिप दिमाग दी विच अखर याद ने, वो पढ़ी गए बोली गए, पर मन नूं नहीं पता। मन गैर हाजिर है, मन दसी पासी दौड़दा पे। पर गुरमुखो जदों जबान भी बंद कर दिओ, नेत्र भी बंद कर दिओ, सिर्फ अपनी सुरत नाल उस याद किए हुए शब्द का अभ्यास, जपजी साहब का पाठ सुरत नाल करके देखो, बोल के 7 मिनट च 8 मिनट च पाठ हो जाएगा। सुरत नाल पाठ करदियां कदी कदी 1.5 घंटा भी लग जाता है, क्योंकि मार्ग बड़ा विख में मरना पैंदा उत्थे। पर एक बेनती करा, जिदन सुरत नाल गुरु जपना समझ पै गई, तुसी टैक्सी चलाते, तुसी दुकान ते खलोते, तुसी खेतां च खलोते, उदों भी गुरुद्वारे की हाज़री भरदे होगे। जदों अद्दर की सुरत खिंड जाए तो बंदा चौर करदा भी दुकान उत्ते सौदा तोली जाता है। हाज़र गैर हाज़र हुंदा, गैर हाज़र हाज़र हो जाता है। फिर बेनती करांगा, जदों असीं सिमरन करिए, मान लो वाहिगुरू गुर शब्द है जी, इनू ये ना समझो मैं बाबियां की तरह कोई जुगता दसन लग पिया, नाम की किहड़ी जुगत होए। सीधी गल, जिदन न्याणा जम्मिया, किहड़ी माँ ने पहला नर्सिंग च लिजा के हस्पताल च कहा भी मेरे बच्चे नूं दुध चुंगना सिखा दिओ, ये किवें मेरा दुध चुंगेगा। प्यारिओ, स्कूल च अखर पढ़ने सिखवाने आ, जिंदगी जीण दे सलीके सिखाने आ। जमदे बच्चे नूं कदी किसी ने कहा दुध किवें पीना, इहनूं सिखाइए। जदों पेट च भुख पैदा होवे, 1 घंटे का बच्चा खुद ही दुध चुंगन लग पैंदा है। किहड़ी जुगत होए नाम दे जपण दी, अंदर गुरु नानक की भुख पैदा हो जाए तो सिमरन करन दी जाच अपने आप ही आ जाती है। जमदा बच्चा किहड़ा सिखदा। मैनू जी असी एक केरा करदे सां कणक दा, एक छट्टा बीजदे सां जी, आपां केरा करदे कणक दा, छट्टा भी। मैनू दसो, केरा करदिआं छट्टा करदिआं कदी किसे कहा भी नौकर नूं पिछों वेखी दाणा किहड़ा सीधा सटिया, वो दाणा पुट्ठा डिग पै, सीधा डिग पै, छट्टा दे दिओ। दाने च एनर्जी होवे ते जमीन जरखेज होवे, पुट्ठा डिग्गा होया भी सीधा हो के पुंगर जांदे। तू सवासां नाल जप, तू रसना नाल जप, तू सुरत नाल जप, तेरे अंदर दी भावना होवे ते नाम अंदरों जरूर प्रगट होवेगा। ये तो एवें पखंडी जी ने बलाने बाबा जी तो जुगत सिख ली। वो मैनूं दसो, गुरु ग्रंथ साहिब च कित्थे लिखिआ है जुगती नाल रब मिलदा है? जुगती नाल मिलदा होवेगा बुद्धि दे तल ते आ जाएंगे। ये गुरप्रसाद है। 524 वार गुरु ग्रंथ साहिब च एक ओंकार सतगुर प्रसाद है, 524 वारी। ये मैं इत्थे एक बारी कथा च कहा सी, ये 524 वारी बाबे फरीद ने ते किते ओंकार शब्द वरते नहीं, उन्हां रब ते अल्लाह शब्द वरते बाबा साहब ने, ओंकार शब्द कबीर साहब ने वरते। पर एक ओंकार सतगुरु प्रसाद का मतलब सी, सिखा तू जुड़ना एक नाले, अपनियां कमाइयां उक्तियां जुगतियां ना सोची जाई, गुर प्रसाद होवेगा तो उहदे नाल जुड़ेगा। तू किरपा मंग। बेनती करा, एक तां नेम बनाइए, ये नहीं भी कथा कर दी अर्थ मैं कर देंगा, नाउ तेरा निरंकार है, नाए लाया नरक ना जाइए। जदों नाम जपांगे नहीं नरकां नूं जाएगा, दोजक च नाम जपण वाले दा की सबंध। देखो अमृत वेले उठिए, जे हुण साडा तां अमृत वेला सच्ची गल घरां च ही हो जांदा, पर तुसी खुशकिस्मत हो जिहड़े अपने घरां च रहिंदे हो। जिस बंदे ने 8-9 बजे पै जाना, 6 घंटे बड़ी नींद हुंदी। असीं तां कई वारी तरले मारने 24 घंटिਆਂ 'ਚ किते 4-5 घंटे मिल जाण टेक के। उठ के ना, उठदिआं सार सब तो पहला नाम जपना शुरू करो। हुण असीं भजांगे जी, पहलां करूली कर लईए। कोई सिंह गुस्सा ना करन भी भाई साहब सुचमता दे बिलाप बोलते हैं। कई बारी सुत्तिਆਂ अंदर बड़ा टिकिया होंदा है। हुण इत्थे करिए कि सुत्ते उठते हैं पहला फेसबुक वेखते हैं। मेरी गल ध्यान नाल सुनियो, हासे वाली नहीं जे। बाबा अपने जी जिन्हां दुपहरे का कीर्तन किया दरबार साहब, बाबा शाम सिंह आटा मंडी वाले 70 साल कीर्तन किया, 125 साल वो जी के गए दुनिया। शेरे पंजाब के वेले का जन्म है। मैनू याद है पटियाला यूनीवर्सिटी ने किताब छापी, तो जो बिरध हो गए ना, एक पत्रकार उन्होंने सेवा वाली रात में आउंदा हुंदा सी।
ਤੇ ਉਹਨਾਂ ਕਹਿਣਾ ਬਾਬਾ ਜੀ ਮੈਂ ਰਾਤ ਨੂੰ ਆਵਾਂਗਾ। ਚਲੋ ਕਿਰਿਆ ਵਗੈਰਾ, ਬਜ਼ੁਰਗ ਹੋ ਗਏ ਨੇ, ਬਿਰਧ ਬਹੁਤ ਸਨ। ਉਹ ਵੇਖਿਆ ਤੇ 1 ਵਜੇ ਉੱਠੇ ਤੇ ਉਹ ਅਖਬਾਰ ਪਿਆ ਪੜੇ ਪੁਰਾਣੀ। ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਹਿੰਦੁਸਤਾਨ ਤੇ 3 ਚੀਜ਼ਾਂ ਮਿਲਦੀਆਂ ਨੇ, ਹਰ ਬੰਦਾ ਤੁਹਾਨੂੰ ਅਖਬਾਰ ਪੜ੍ਹਦਾ ਮਿਲੇਗਾ, ਅਖਬਾਰ ਭਾਵੇਂ 15 ਦਿਨਾਂ ਦੀ ਪੁਰਾਣੀ ਹੋਵੇ, ਲੱਭ ਜੈਸੇ। ਉਹ ਵੀ ਸਿਰਫ ਹਰ ਬੰਦਾ ਤੁਹਾਨੂੰ ਚਾਹ ਪੀਂਦਾ ਮਿਲੇਗਾ ਕਿਤੇ ਵੀ ਜਾਓਗੇ, ਤੇ ਹਰ ਬੰਦਾ ਤੁਹਾਡਾ ਡਾਕਟਰ ਬਣਦਾ, ਤੁਹਾਡਾ ਇਲਾਜ ਕਰਦਾ ਦਿਸੇਗਾ। ਬਿਮਾਰੀ ਦੱਸੋ ਸਹੀ, ਸੱਚੀ ਗੱਲ ਇਸ ਤਰ੍ਹਾਂ ਹੀ ਹੈ ਜੀ। ਉਹ ਜੇ ਅਖਬਾਰ ਪੜ੍ਹੇ ਪਿਆ ਤੇ ਬਾਬਾ ਸ਼ਾਮ ਸਿੰਘ ਨੇ ਜਿਹੜੇ ਸ਼ਬਦ ਵਰਤੇ, ਚਲੋ ਮੈਂ ਤੁਹਾਨੂੰ ਸੰਗਤ ਸੁਣਾ ਦੇਣਾ, ਕਿਉਂਕਿ ਕਮਾਈ ਵਾਲੇ ਦੀਆਂ ਤੇ ਗਾਲਾਂ ਵੀ। ਉਹ ਕਹਿੰਦੇ ਭੜਵਿਆ ਆ ਸਵੇਰੇ ਸਵੇਰੇ ਅੰਦਰ ਕਚਰਾ ਕੀ ਸਾਟਣਾ ਪਿਆ, ਤੇਰਾ ਤੇ ਅੰਦਰ ਪਹਿਲੇ ਹੀ ਗਰਕਿਆ ਪਿਆ, ਅੰਦਰ ਸਵੇਰੇ ਸਵੇਰੇ ਗੁਰੂ ਨੂੰ ਜਾਣ ਦਿਆ ਕਰ। ਮੇਰੀ ਬੇਨਤੀ ਹੈ, ਨਾਏ ਲਿਆਂ ਦਾ ਮੈਂ ਸਿਰਫ ਸੰਖੇਪ ਜੀਆਂ ਗੱਲਾਂ ਕਰਾਂਗਾ। ਅੰਮ੍ਰਿਤ ਵੇਲੇ ਉੱਠ ਕੇ ਜਦੋਂ ਆਪ ਜੀ ਉੱਠੇ ਹੋ, ਸਭ ਤੋਂ ਪਹਿਲਾਂ ਉੱਠਦਿਆਂ ਸਾਰ ਵਾਹਿਗੁਰੂ ਜਪਣਾ ਸ਼ੁਰੂ ਕਰੋ, ਵਾਹਿਗੁਰੂ ਬੋਲੋ ਉੱਠਦਿਆਂ ਸਾਰ, ਕਿਉਂਕਿ ਨਾਮ ਨੇ ਸਾਡੇ ਮੂੰਹ ਨੂੰ ਸੁੱਚਿਆਂ ਕਰਨਾ। ਜਿੰਨਾ ਮਰਜੀ ਮੂੰਹ ਤੇ ਪਾਣੀ ਪਾਈ ਜੋ, ਕਦੀ ਮੂੰਹ ਨਹੀਂ ਜੇ ਧੁਪਣਾ। ਜਿੱਦਣ ਗੁਰੂ ਗੁਰੂ ਜਪ ਲਿਆ, ਤੁਹਾਡਾ ਮੂੰਹ ਰੱਬ ਦੀ ਦਰਗਾਹ ਤੱਕ ਉਜਲਾ ਜਾਏਗਾ। ਉੱਠ ਕੇ ਪਹਿਲਾਂ ਨਾਮ ਸ਼ੁਰੂ ਕਰੀਏ। ਜਿਨ੍ਹਾਂ ਨੇ ਅਭਿਆਸ ਕਰਨਾ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ, ਇਹ ਨਹੀਂ ਮੈਂ ਸਭ ਨੂੰ ਕਹਿ ਰਿਹਾ, ਇੱਕ ਕਮਰੇ ਦੀ ਥਾਂ ਰੋਜ਼ ਨਾ ਬਦਲੋ। ਨਿਤਨੇਮ ਕਰਨਾ ਇੱਕ ਥਾਂ ਤੇ ਬੈਠ ਕੇ ਕਰੋ। ਉਹਦਾ ਕਾਰਨ ਹੈ ਗੁਰਮੁਖੋ, ਸਾਡੀ ਬਾਡੀ ਚੋਂ ਨੈਗੇਟਿਵ ਤੇ ਪੋਜ਼ਿਟਿਵ ਔਰਾ ਨਿਕਲਦਾ, ਜਿਹਨੂੰ ਆਪਾਂ ਆਭਾ ਮੰਡਲ ਕਹਿੰਦੇ ਆ ਨਾ ਜੀ। ਸਾਡੀ ਬਾਡੀ 'ਚ ਹੁਣ ਤੁਸੀਂ ਬੈਠੇ ਹੋ, ਭਾਈ ਸਾਹਿਬ ਕੀਰਤਨ ਕੀਤਾ, ਤੁਸੀਂ ਸਾਰੇ ਬੋਲੇ, ਜਿਹੜਾ ਹੁਣ ਕੁਝ ਸਮਾਂ ਪਹਿਲਾਂ ਮੇਰੀ ਤੁਹਾਡੀ ਬਾਡੀ 'ਚੋਂ ਔਰਾ ਸੀ, ਲੰਗਰ 'ਚ ਥੱਲੇ ਜਾਓਗੇ ਉਹ ਚੇਂਜ ਹੋ ਜਾਏਗਾ, ਕਿਉਂਕਿ ਉੱਥੇ ਲੋਕ ਹੋਰ ਮਿਲ ਰਹੇ। ਸਤ ਸੰਗਤ ਦਾ ਕਨਸੈਪਟ ਹੀ ਇਹ ਸੀ। ਪਤਾ ਨਹੀਂ ਸੰਗਤ ਵਿੱਚ ਬੈਠਾ ਹੋਇਆ ਕਿਹਦਾ ਔਰਾ ਇੰਨੀ ਕੁ ਪੋਜ਼ਿਟਿਵ ਹੈ, ਜਿਸ ਬੰਦੇ ਦਾ ਬੰਦਗੀ ਵਾਲਾ ਔਰਾ ਹੋਵੇ, ਉਹ ਪੂਰੇ ਸ਼ਹਿਰ ਦਾ ਔਰਾ ਚੇਂਜ ਕਰ ਸਕਦਾ। ਇਹਨੂੰ ਗੁਰਬਾਣੀ 'ਚ ਇੱਕ ਬਚਨ ਕਿਹਾ, ਕਬੀਰ ਸੋਈ ਮੁਖ ਧਨ ਹੈ, ਜੇ ਮੁਖ ਕਹੀਆ ਰਾਮ ਦੇਹੀ ਕਿਸਕੀ ਬਾਪਰੀ ਪਵਿੱਤਰ ਹੋਏਗੋ ਗ੍ਰਾਮ। ਬਾਬਾ ਜੀ ਬੋਲੇ ਔਰਾ ਇੰਨਾ ਪੋਜ਼ਿਟਿਵ ਕਿ ਦਸਤਗੀਰ ਵਰਗਾ ਵੀ ਕੰਬ ਗਿਆ। ਉਹ ਕਹਿੰਦਾ ਹੱਦ ਹੋ ਗਈ, ਬਾਂਗਾਂ ਅਸੀਂ ਵੀ ਰੋਜ਼ ਦਿੰਨੇ ਆ, ਪਰ ਇੱਥੇ ਕਦੀ ਟਿਕਿਆ ਨਹੀਂ। ਉਹ ਕਿਹੜਾ ਆ ਗਿਆ ਜਿਹਨੇ ਸਾਰੇ ਬਗਦਾਦ ਨੂੰ ਸੁੰਨ ਕਰ ਦਿੱਤਾ, ਕਿਉਂਕਿ ਉਹ ਬਾਡੀ 'ਚ ਔਰਾ ਜਿਹੜਾ ਨਿਕਲਿਆ, ਇਸੇ ਔਰੇ ਤੋਂ ਹੀ ਸ਼ਬਦ ਬਣਦਾ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ। ਪਰ ਆਪਾਂ ਥਾਂ ਤਾਂ ਉਡਾ ਦਿੱਤੇ। ਸਿੱਖਾਂ ਕੋਲ ਰੁਪਈਆ ਬੜਾ ਸੀ ਜੀ, ਇਹਨਾਂ ਨੇ ਮਾਂ ਦੀ ਉਹ ਠੰਡਾ ਬੁਰਜ ਢਾ ਦਿੱਤਾ, ਜਿੱਥੇ 3 ਰਾਤਾਂ ਪੋਤਿਆਂ ਨੂੰ ਗੁਰੂ ਮਾਂ ਨੇ ਆਪਣੀ ਪੂਰੀ ਤਾਕਤ ਦਿੱਤੀ। ਉਹ ਇੱਟਾਂ ਨਹੀਂ ਸਨ, ਉਹ ਇੱਟਾਂ 'ਚ ਕੋਈ ਰੂਹਾਨੀਅਤ ਲੁਕੀ ਸੀ। ਜਿਸ ਗੜੀ 'ਚ ਬਾਪੂ ਨੇ ਸਾਰੀ ਰਾਤ ਕਿਹਾ, ਮੇਰੇ ਬੱਚਿਓ ਕਿ ਸਵੇਰੇ ਦੇਖਿਓ ਪੁਰਜਾ ਪੁਰਜਾ ਕੱਟ ਮਰਿਓ, ਪਰ ਪੰਥ ਗੁਲਾਮ ਨਾ ਹੋਵੇ। ਸਾਡੇ ਕੋਲ ਪੈਸੇ ਹੋ ਗਏ। ਜਿਸ ਕੱਚੀ ਗੜੀ 'ਚੋਂ ਪੱਕੀ ਸਿੱਖਣੀ ਕੀ, ਸਾਡੇ ਕੱਚੇ ਲੋਕਾਂ ਨੇ ਉਹਨੂੰ ਪੱਕੇ ਪੱਥਰਾਂ ਨਾਲ ਮਾਰ ਦਿੱਤਾ। ਇਹ ਹੱਥ ਨਹੀਂ ਆਉਣਾ ਹੁਣ, ਉਹ ਕਿੱਥੋਂ ਇੱਟਾਂ ਲੱਭਾਂਗੇ। ਇਹ ਨਾ ਸਮਝੋ ਕਿਉਂਕਿ ਸਾਡੇ ਗੱਲ 'ਚ ਇੱਕੋ ਆ ਗਈ, ਉਹ ਸਿੱਖ ਨਹੀਂ ਜੇ ਵਜੂਦ ਦਾ ਪੁਜਾਰੀ। ਉਹ ਨਹੀਂ ਪਿਆਰਿਓ, ਜਿੱਥੇ ਬਾਡੀ ਬੈਠੇਗੀ। ਮੈਂ ਹੋਰ ਬੇਨਤੀ ਕਰਦੇ ਆ, ਸਮਾਂ ਆਏਗਾ, ਮੈਂ ਗੱਲ 'ਚ ਕੱਪੜਾ ਪਾਇਆ, ਸਾਇੰਸ ਪੜ੍ਹਨ ਵਾਲਿਆਂ ਨੂੰ ਪਤਾ ਹੈ। ਇਹ ਕੱਪੜੇ ਨੂੰ ਤੁਸੀਂ ਰੱਖ ਲਓ, 500 ਸਾਲ ਬਾਅਦ ਇਸ ਕੱਪੜੇ ਨੂੰ ਜਦੋਂ ਸਾਇੰਸਦਾਨ ਦੇਖੇਗਾ, ਉਹ ਇਹਦੇ ਵਿੱਚੋਂ ਮੇਰੇ ਜਿਹੜੇ ਕੰਨ ਨੇ ਜਾਂ ਜੋ ਮੇਰਾ ਔਰਾ ਹੈ, ਉਹਦੇ ਲਈ ਵਿਆਖਿਆ ਕਰਦਾ ਹੈ ਕਿ ਉਸ ਬੰਦੇ ਦਾ ਸੁਭਾਅ ਕਿਹੋ ਜਿਹਾ ਸੀ। ਮੈਂ ਇੱਕ ਦਿਨ ਪੜ੍ਹ ਰਿਹਾ ਸਾਂ, ਇਹ ਹੋ ਰਿਹਾ। ਮੇਰੀ ਬੇਨਤੀ ਹੈ, ਜਿੱਥੇ ਬਹਿਣਾ ਘਰ 'ਚ ਇੱਕ ਥਾਂ ਬਣਾਓ। ਤੇ ਥਾਂ ਦਾ ਮਤਲਬ ਇਹ ਨਹੀਂ ਕਿ ਘਰ 10 ਮਿਲੀਅਨ ਦਾ ਹੋਵੇ। ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ 'ਚ ਬਾਣੀ, ਉਹਨਾਂ ਦੇ ਘਰ ਤਾਂ ਝੌਂਪੜੀ ਇੱਕੋ ਹੀ ਸੀ। ਕਬੀਰ ਸਾਹਿਬ ਦੇ ਘਰ ਜਦੋਂ ਬੰਦਗੀ ਕਰਨ ਵਾਲੇ ਹੁੰਦੇ ਸਨ ਤੇ ਨਿਆਣੇ ਜ਼ਮੀਨ ਤੇ ਸੌਂਦੇ ਸਨ, ਘਰ ਵਾਲੀ ਜ਼ਮੀਨ ਤੇ ਸੌਂਦੀ। ਉਹਨਾਂ ਬਾਣੀ 'ਚ ਕਿਹਾ, 1-2 ਮੰਦਰ 1-2 ਬਾਟ, ਹਮਕੋ ਸਾਥਰ ਉनको ਖਾਟ। ਉਹਨਾਂ ਨੂੰ ਮੰਜੀਆਂ ਨਹੀਂ। ਬਹੁਤ ਚੰਗਾ ਹੋਵੇ ਜੇ ਜ਼ਮੀਨ ਤੇ ਬੈਠਾ ਜਾਏ। ਅਗਲੀ ਗੱਲ, ਜਦੋਂ ਅਭਿਆਸ ਲਈ ਬਹਿਣਾ, ਮੈਂ ਨਾਏ ਲਿਆਂ ਕਰਕੇ ਥੋੜਾ ਜਿਹਾ ਪ੍ਰਕਰਨ ਸ਼ੁਰੂ ਕਰ ਲਿਆ। ਕਦੀ ਵੀ ਸਿਮਰਨ ਕਰਦਿਆਂ ਆਪਣੀ ਚੌਂਕੜੀ ਨੂੰ ਅੱਗੋਂ ਉੱਚਿਆਂ ਨਹੀਂ ਰੱਖਣਾ, ਨਹੀਂ ਸੌ ਜਾਣਗੀਆਂ ਲੱਤਾਂ। ਜਦੋਂ ਵੀ ਅਭਿਆਸ ਕਰਨਾ, ਆਪਣੀ ਸੀਟ ਇਹਦਾ ਪਾਸਾ ਉੱਚਾ ਹੋਣਾ ਚਾਹੀਦਾ ਹੈ, ਅਗਲਾ ਨੀਵਾਂ ਹੋਣਾ ਚਾਹੀਦਾ ਹੈ। ਤੁਸੀਂ 10 ਘੰਟੇ ਵੀ ਬੈਠੇ ਰਹੋਗੇ, ਤੁਹਾਡੀਆਂ ਲੱਤਾਂ ਨਹੀਂ ਸੌਣਗੀਆਂ। ਇਹ ਇੱਕ ਬੈਠਣ ਦਾ ਤਰੀਕਾ ਹੈ, ਬਹੁਤ ਚੰਗਾ ਹੈ। ਚੌਂਕੜੀ ਮਾਰ ਕੇ ਹੱਥ ਵਿੱਚ ਹੋਣ। ਇਹ ਨਾ ਮੇਰੀ ਬੇਨਤੀ ਜੇ ਇਹਨੂੰ
ਕਰਮ ਕਾਂਡ ਚੱਲਿਆ, ਮੈਂ ਸਿਰਫ ਉਹਨਾਂ ਲਈ ਬੋਲ ਰਿਹਾ ਜਿਹੜੇ ਗੁਰੂ ਨੂੰ ਮਿਲਣ ਦੀ ਤਾਂਘ ਰੱਖਦੇ। ਇਹ ਨਹੀਂ ਮੈਂ ਪੜ੍ਹ ਕੇ ਲਈ। ਯਤਨ ਕਰੋ ਪ੍ਰਸਾਦ ਵਾਲੇ ਹੱਥ ਬਣ ਕੇ ਰਹਿਣ। ਉਸ ਤੋਂ ਬਾਅਦ ਸਿਮਰਨ ਕਰ ਲੱਗਿਆ, ਸਭ ਤੋਂ ਪਹਿਲਾਂ ਸ਼ਬਦ ਵਰਤੋ ਇੱਕ ਧੰਨ ਗੁਰੂ ਨਾਨਕ ਸਾਹਿਬ, ਸਰਬੱਤ ਦਾ ਭਲਾ ਕਰੀ। ਇਹ ਕਿਉਂ ਕਿਹਾ ਜਾਂਦਾ ਹੈ? ਸ਼ਬਦ ਵਰਤੀ ਸਤਿਗੁਰੂ, ਜਿਹੜੇ ਮੇਰੇ ਨਿੰਦਕ ਨੇ ਮੈਂ ਅੱਜ ਤੇਰੇ ਤੋਂ ਮੰਗਣ ਲੱਗਾ ਉਹਨਾਂ ਦਾ ਵੀ ਭਲਾ ਕਰੀ। ਕਿਉਂ? ਕਿਉਂਕਿ ਜਦੋਂ ਤੁਸੀਂ ਪੋਜ਼ਿਟਿਵ ਅਰਦਾਸ ਕਰੋਗੇ ਤੁਹਾਡੇ ਸਿਮਰਨ ਦੇ ਵਿੱਚ ਕਿਸੇ ਦੁਸ਼ਮਣ ਦਾ ਖਿਆਲ ਪੈਦਾ ਨਹੀਂ ਹੋਵੇਗਾ। ਉਹ ਤੁਹਾਡਾ ਫੁਰਨਾ, ਉਹ ਤੁਹਾਡਾ ਥਾਟ ਰੋਕ ਦੇਗਾ ਉਹਨਾਂ ਨੂੰ। ਉਸ ਤੋਂ ਬਾਅਦ ਜ਼ਬਾਨ ਤੋਂ ਬੋਲ ਕੇ ਵਾਹਿਗੁਰੂ 5 ਮਿੰਟ ਤੋਂ ਸ਼ੁਰੂ ਕਰੋ ਗੁਰਮੁਖੋ, 10 ਮਿੰਟ ਤੋਂ ਸ਼ੁਰੂ ਕਰੋ। ਪਰ ਮੈਂ ਸਤਿਗੁਰੂ ਤੇ ਭੈ ਭਾਵਨੀ ਨੇ ਕਹਿਣਾ ਪਹਿਲਾ ਰਸਨਾ ਤੋਂ ਸ਼ੁਰੂ ਹੋਵੇਗਾ। ਰਸਨਾ ਨਾਲ ਜੇ ਕਿਤੇ ਕੋਈ ਅੱਧਾ ਘੰਟਾ, ਵੈਸੇ ਤਾਂ ਬਹੁਤ ਬੈਠੇ ਨੇ, ਅੱਧਾ ਘੰਟਾ ਵਾਹਿਗੁਰੂ ਵਾਹਿਗੁਰੂ ਬੋਲ ਕੇ ਤੇ ਇਸ ਤੁਕ ਨੂੰ ਸਾਹਮਣੇ ਰੱਖ ਕੇ ਕਿ ਨਾਉ ਤੇਰਾ ਨਿਰੰਕਾਰ ਹੈ, ਤੂੰ ਹੈ ਮੈਂ ਤੈਨੂੰ ਬੋਲਣਾ ਪਿਆ ਨਾ ਲੈ ਅਗਲੀ ਸਾਧਨਾ ਹੈ। ਦੇਖੋ ਇਸ ਤੁਕ ਦੇ ਅਰਥ ਮੈਂ ਇੱਕ ਦਿਨ ਚ ਕਰ ਜਾਣੇ, ਪਰ ਇੱਕ ਦਿਨ ਜੋਗੇ ਹੈ ਨਹੀਂ। ਹੈ ਕੀ ਚੀਜ਼? ਸਿਮਰਨ ਕਰਦੇ ਹਾਂ ਕਈ ਵਾਰੀ ਇਹ ਮਨ ਚ ਉੱਠਦਾ ਜਿਹਨੂੰ ਜਾਪਣਿਆ ਹੈ ਵੀ ਹੈ ਕਿ ਨਹੀਂ, ਬੰਦਾ ਭੁਲੇਖੇ ਚ ਪੈ ਜਾਂਦਾ। ਉਹਦੇ ਨਾਲ ਯਾਰੀ ਪਾਣੀ ਹੋ ਜਿਹਦਾ ਤੇ ਆਕਾਰ ਹੀ ਕੋਈ ਨਹੀਂ। ਇੱਥੇ ਤਾਂ ਲੋਕ ਆਕਾਰ ਵਾਲਿਆਂ ਨੂੰ ਧੋਖਾ ਦੇ ਜਾਂਦੇ ਆ, ਜਿਹਦਾ ਰੂਪ ਰੇਖ ਕੋਈ ਨਹੀਂ, ਅਦ੍ਰਿਸ਼ਟ ਨਾਲ ਦ੍ਰਿਸ਼ਟਮਾਨ ਬਲਾਵਾਂ ਫਲਾ ਕੇ ਮਿੱਤਰਤਾ ਪਾ ਰਿਹਾ। ਮੈਂ ਤੇਰੇ ਨਾਲ ਯਾਰੀ ਪਾਣਾ ਆ। ਪਹਿਲੀ ਗੱਲ ਤੂੰ ਜਪ ਵਾਹਿਗੁਰੂ 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 ਅੱਧਾ ਘੰਟਾ ਜਪ ਕੇ ਨਾ, ਕੱਲ ਨੂੰ ਤਜਰਬਾ ਕਰਿਓ ਗੁਰਮੁਖੋ, ਪੂਰਾ ਜ਼ੋਰ ਲਾ ਕੇ ਅੰਦਰੋਂ ਆਵਾਜ਼ ਨਿਕਲੇ। ਜਪਨ ਤੋਂ ਬਾਅਦ ਜ਼ਬਾਨ ਬੰਦ ਕਰਕੇ ਉਸ ਜਪੇ ਹੋਏ ਨੂੰ ਅੰਦਰੋਂ ਸੁਣਿਓ। ਕਿੰਨੇ ਕੁ ਜਵਾਬ ਦੇ ਲੋਗੇ? ਇਹ ਕਿਹੜੇ ਸਾਇੰਸ ਦੇ ਸੂਤਰ ਨੇ ਜਿਹੜੇ ਸਿੱਧ ਕਰ ਦਿਓਗੇ? ਕਬੀਰ ਜੈਸਾ ਮਹਾਂਪੁਰਖ ਉਹ ਅਨੁਭਵ ਦੀ ਗੱਲ ਕਰਕੇ ਕਹਿੰਦਾ, ਰੱਬੋ ਬੰਦਿਓ ਮੇਰਾ ਖੇੜਾ ਛੱਡੋ, ਮੈਂ ਜੇ ਬੋਲ ਬੈਠਾ ਇਹਨੂੰ ਮੰਨ ਲਓ, ਇਹ ਬੋਲਣ ਜੋਗਾ ਨਹੀਂ ਜੇ। ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ, चरण कमल की मौज में रहूं अंत अर आद। कबीर चरण कमल की मौज को कह कैसे अनुमान, कहबे को शोभा नहीं देखा ही परवान। कहो कबीर गुंगे गुड़ खाया, पूछे तो क्या कही है। गुंगे नू मिठा खवा के कहो दसी स्वाद किए, वो हसेगा, ਉਹਦੀਆਂ ਅੱਖਾਂ 'ਚੋਂ ਪਾਣੀ ਆਏਗਾ, ਉਹ ਕਹੇਗਾ ਮੈਂ ਮਾਣ ਰਿਹਾ ਨਹੀਂ ਦੱਸ ਸਕਦਾ। ਗੁਰੂ ਸਾਹਿਬ ਕਹਿੰਦੇ ਨੇ ਅੱਜ ਗੁਰਮੁਖ ਸਖੀ ਮਿਲੀ ਤੇ ਪੁੱਛਿਆ ਮਿਲ ਸਖੀਆਂ ਪੁੱਛੇ ਕਹੋ ਕੰਤ ਨਿਸ਼ਾਨੀ। ਦੇਖੋ ਕਦੀ ਇਸ ਤੁਕ ਨੂੰ ਧਿਆਨ ਨਾਲ ਪੜੋ। ਮਿਲ ਸਖੀਆਂ ਪੁੱਛੇ, ਗੁਰਮੁਖ ਭੈਣਾਂ ਮਿਲੀਆਂ, ਉਹਨਾਂ ਪੁੱਛਿਆ ਭੈਣੇ ਤੂੰ ਸਾਈਂ ਦੀ ਸੇਜ ਮਾਣੀ, ਕੀ ਆਨੰਦ ਕੀ ਸਿਮਰਨ ਦਾ। ਮਿਲ ਸਖੀਆਂ ਪੁੱਛੇ ਕਹੋ ਕੰਤ ਨਿਸ਼ਾਨੀ, ਅੱਗੇ ਕਹਿੰਦੇ ਨੇ ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ। ਕੀ ਬੋਲੇ ਕਿਉਂ? ਸਾਡੀ ਸਮੱਸਿਆ ਗੁਰਮੁਖੋ ਅਸੀਂ ਅਭਿਆਸ ਨਹੀਂ ਕਰਦੇ। ਅਸੀਂ ਥੁੱਕ ਨਾਲ, ਸਿੱਧੀ ਗੱਲ ਪੇਂਡੂ ਥੁੱਕ ਨਾਲ ਬੜੇ ਪਕਾਣੇ ਜਾਂਦੇ ਆ, ਬੜੇ ਤੇ ਤੇਲ ਨਾਲ ਹੀ ਪੱਕਦੇ ਆ, ਥੁੱਕਾਂ ਨਾਲ ਤੇ ਨਹੀਂ ਪੱਕਦੇ। ਸ਼ੁਰੂ ਹੋਵੇ ਇਹ ਚੱਲਣ ਦਾ ਰਾਹ ਹੈ। ਇਹ ਬਿਲਕੁਲ ਕਥਾ ਕਹਾਣੀਆਂ ਦਾ ਰਸਤਾ ਨਹੀਂ ਗੁਰੂ ਨਾਨਕ ਦਾ। ਸਤਿਗੁਰੂ ਨੇ ਇੱਕ ਦਿਨ ਕਿਹਾ ਗਿਆਨ ਨਾ ਗੱਲੀ ਢੂੰਡੀਏ। ਮੇਰੀ ਬੇਨਤੀ ਹੈ ਰਸਨਾ ਨਾਲ ਜਪੋਗੇ ਇਹ ਨਾਮ ਐਸਤਾ ਐਸਤਾ ਅੰਦਰ ਜਾਏਗਾ, ਇਹ ਨਾਮ ਹਿਰਦੇ 'ਚ ਵਸੇਗਾ, ਇਹ ਨਾਮ ਸਾਡੇ ਰੋਮ ਰੋਮ 'ਚ ਰਚੇਗਾ। ਜਿਸ ਦਿਨ ਕਿਸੇ ਉੱਤੇ ਗੁਰ ਪ੍ਰਸਾਦ ਵਰਤ ਗਿਆ ਉਹਦੀ ਬੋਡੀ ਨਾਮ 'ਚ ਅਭੇਦ ਹੋ ਜਾਏਗੀ, ਸਾਰਾ ਸੰਸਾਰ ਹੀ ਉਹਦੇ ਲਈ ਨਾਮ ਬੋਲਦਾ ਦਿਸੇਗਾ। 10 ਗੱਲਾਂ ਮੈਂ ਸੰਖੇਪ ਜੀਆਂ ਕਹਿਣੀਆਂ ਨੇ। ਜਿਹੜਾ ਬੰਦਾ ਉਹਨਾਂ 10 ਗੱਲਾਂ ਤੇ ਕੰਟਰੋਲ ਕਰ ਗਿਆ, ਉਹਦਾ ਜਪਿਆ, ਉਹਦਾ ਸੁਣਿਆ, ਉਹਦਾ ਕੀਰਤਨ, ਉਹਦੀ ਕਥਾ ਉਹੀ ਰਸ ਬਣ ਸਕੇਗੀ। ਉਹ 10 ਗੱਲਾਂ ਵਿੱਚੋਂ ਮੈਂ ਬੇਨਤੀ ਕਰਾਂ 4 ਤਾਂ ਸਾਡੀ ਜ਼ਬਾਨ ਦੀਆਂ ਨੇ। ਇਹ ਵੈਸੇ ਰਿਕਾਰਡ ਹੋ ਵੀ ਚੁੱਕੀਆਂ ਸਨ, ਮੈਂ ਰਿਪੀਟ ਕਰਨ ਲੱਗਾ। ਨਾ ਨਰਕ ਨਾ ਜਾਈਏ, ਕਿਉਂ ਨਹੀਂ ਨਾਮ, ਅਸ ਨਾਮ 'ਚ ਤੇ ਬਸ ਤਾਕਤ ਹੈ। ਸਭ ਤੋਂ ਪਹਿਲੀ ਗੱਲ, ਜਿਹੜਾ ਬੰਦਾ ਜ਼ਬਾਨ ਤੋਂ ਫਿੱਕਾ ਬੋਲਦਾ ਹੈ, ਯਾਦ ਰੱਖਿਓ ਉਹਦੇ ਅੰਦਰ ਰਸ ਨਹੀਂ ਬਣ ਸਕਣਾ। 4 ਦੋਸ਼ ਨੇ ਸਾਡੀ ਜ਼ਬਾਨ ਦੇ। ਫਿੱਕਾ ਬੋਲਣ ਵਾਲਾ, ਦੂਜੀ ਗੱਲ ਝੂਠ ਬੋਲਣ ਵਾਲਾ, ਨਾਮ ਦਾ ਰਸ ਨਹੀਂ ਬਣੇਗਾ। ਇਹ ਸੰਬੰਧ ਜ਼ਬਾਨ ਨਾਲ, ਫਿੱਕਾ ਬੋਲਣਾ, ਝੂਠ ਬੋਲਣਾ। ਤੀਜੀ ਗੱਲ ਨਿੰਦਕ ਬੰਦਾ, ਨਿੰਦਿਆ ਕਰਨ ਵਾਲਾ, ਉਹਦਾ ਰਸ ਨਹੀਂ ਬਣਨਾ। ਚੌਥੀ ਬੇਨਤੀ ਮੈਂ ਕਰਾਂਗਾ, ਚੁਗਲਖੋਰ ਦਾ ਕਦੀ ਰਸ ਨਹੀਂ ਬਣਦਾ। ਇਹ 4 ਜੀਭ ਦੇ ਦੋਸ਼ ਨੇ। ਮੈਂ ਇਹਦਾ ਡਿਟੇਲ ਨਾਲ ਫਿਰ ਕਿਤੇ ਵਿਆਖਿਆ ਕਰਾਂਗਾ।
ਜਿਹੜਾ ਬੰਦਾ ਫਿੱਕਾ ਬੋਲਦਾ ਪਿਆਰਿਓ, ਉਹਦਾ ਅੰਦਰ ਖੁਦ ਸੜਿਆ ਹੁੰਦਾ ਹੈ, ਕਿਉਂਕਿ ਮਾਚਿਸ ਦੀ ਤੀਲੀ ਦਾ ਮੂੰਹ ਸੜੇਗਾ ਤੇ ਕਿਸੇ ਨੂੰ ਸਾੜੇਗੀ। ਜਿਹੜਾ ਅਸੀਂ ਹੁਣ ਆਹ ਕਥਾ ਦਾ ਸਾਡਾ ਟ੍ਰੈਂਡ ਬਣ ਗਿਆ ਜੀ, ਦਬਕੇ ਮਾਰਦੇ ਆ ਸੰਗਤ ਨੂੰ, ਤੇ ਉਹ ਵੀ ਸੁਣੀ ਜਾਂਦੇ ਆ, ਬਸ ਨਹੀਂ ਜੀ ਸੱਚ ਹੋ ਗਿਆ, ਸਿਰੇ ਦਾ ਸੱਚ ਬੋਲਿਆ। ਬਾਬਾ ਜੀ ਨੇ ਕਿਹਾ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਹ। ਬਾਬਾ ਫਰੀਦ ਕਹਿੰਦਾ ਇੰਨਾ ਫਿੱਕਾ ਨਾ ਬੋਲ ਕਿ ਰੱਬ ਜਿਸ ਦਿਲ ਦੇ ਕਮਰੇ 'ਚ ਬੈਠਾ ਕਿਤੇ ਦਿਲ ਨੂੰ ਤੋੜ ਕੇ ਚਕਨਾਚੂਰ ਕਰਦਾ। ਇੱਕ ਫਿੱਕਾ ਨਾ ਗਾਲ ਆਏ, ਸਭਨਾ ਮੈਂ ਸੱਚਾ ਧਣੀ, ਖਿਆਓ ਨਾ ਕਹੀ ਠਾਏ ਮਾਨਕ ਸਭ ਅਮੋਲਵੇਂ। ਫਿੱਕਾ ਬੋਲਣ ਵਾਲਾ ਉਹਦਾ ਅੰਦਰ ਨਹੀਂ ਟਿਕਦਾ, ਝੂਠ ਬੋਲਣ ਵਾਲੇ ਦਾ, ਨਿੰਦਿਆ ਕਰਨ ਵਾਲੇ ਦਾ, ਚੁਗਲੀ ਕਰਨ ਵਾਲੇ ਦਾ। ਇਹ 4 ਦੋਸ਼ ਨੇ ਸਾਡੀ ਜੀਭਾ ਦੇ। ਤੇ ਉਸ ਤੋਂ ਬਾਅਦ 3 ਦੋਸ਼ ਨੇ ਸਾਡੀ ਇਸ ਬੋਡੀ ਦੇ, ਹੈ ਤੇ ਹਾਲਾਂ ਵੀ ਬੋਡੀ ਦਾ ਹਿੱਸਾ ਹੈ। ਜਿਹੜਾ ਬੰਦਾ ਹਿੰਸਾ ਕਰਦਾ ਹੈ, ਤਾਕਤ ਦੇ ਨਸ਼ੇ ਦਾ ਮਾਰਿਆ ਗਰੀਬ ਉੱਤੇ ਜ਼ੁਲਮ ਕਰਦਾ ਹੈ, ਉਹਦਾ ਅੰਦਰ ਨਹੀਂ ਟਿਕੇਗਾ। ਦੂਸਰੀ ਬੇਨਤੀ, ਜਿਹੜਾ ਸਰੀਰਕ ਤੌਰ ਤੇ ਦੂਜੇ ਦੇ ਸਰੀਰ ਵੱਲ ਆਕਰਸ਼ਿਤ ਹੋਣ ਲੱਗ ਪੈਂਦਾ, ਵਾਸ਼ਨਾ ਅਧੀਨ, ਉਸ ਬੰਦੇ ਦਾ ਅੰਦਰ ਵੀ ਨਹੀਂ ਟਿਕੇਗਾ। ਭਾਵੇਂ ਉਹ ਸਰੀਰ ਦੇ ਨੇੜੇ ਨਾ ਜਾਏ, ਪਰ ਅੱਖਾਂ ਕਰਕੇ ਵੀ ਆਕਰਸ਼ਿਤ ਹੋਵੇਗਾ, ਉਹਦਾ ਅੰਦਰ ਰਸ ਨਹੀਂ ਬਣੇਗਾ। ਇਹ ਵਿਗਨ ਨੇ ਸਾਡੇ ਸਰੀਰ ਤੇ। ਮੈਂ ਅਰਜ਼ ਕੀਤੀ ਹੈ ਕਿ ਹਿੰਸਾ ਕਰਨ ਵਾਲਾ, ਇੱਕ ਸਰੀਰਕ ਤੌਰ ਤੇ ਦੂਜੇ ਸਰੀਰ ਵੱਲ ਵਾਸ਼ਨਾ ਅਧੀਨ ਆਕਰਸ਼ਿਤ ਹੋਣ ਵਾਲਾ, ਤੇ ਤੀਸਰੀ ਚੋਰੀ ਕਰਨ ਵਾਲਾ ਬੰਦਾ, ਉਹਦਾ ਅੰਦਰ ਨਹੀਂ ਟਿਕ ਸਕਦਾ। 4 ਜ਼ਬਾਨ ਦੇ ਹੋ ਗਏ, 3 ਸਾਡੇ ਸਰੀਰ ਦੇ, 7 ਹੋ ਗਏ ਜੀ। 3 ਨੇ ਜਿਹੜੇ ਅਦ੍ਰਿਸ਼ਟ ਨੇ, ਦਿਸਦੇ ਕੋਈ ਨਹੀਂ। ਇਹਦਾ ਪੁੱਤਰ ਨੂੰ ਵੀ ਨਹੀਂ ਪਤਾ ਚੱਲਦਾ। ਚਲੋ ਨਿੰਦਿਆ ਕਰੇ ਬੰਦਾ ਫਸ ਜਾਂਦਾ ਫਲਾਣੇ ਕੋਲ, ਉਹ ਪ੍ਰਗਟ ਹੋ ਜਾਂਦੀ ਹੈ। ਇਸ ਤਰ੍ਹਾਂ ਹੈ ਨਾ ਜੀ। ਝੂਠ ਬੋਲੋ ਬੰਦਾ ਕਾਬੂ ਆ ਜਾਂਦਾ, ਫਿੱਕਾ ਬੋਲੋ ਪਹਿਲਾਂ ਹੀ ਪਤਾ ਲੱਗ ਜਾਂਦਾ। ਸਰੀਰਕ ਤੌਰ ਤੇ ਵੀ ਕਿਸੇ ਬੋਡੀ ਵੱਲ ਆਕਰਸ਼ਿਤ ਹੋਵੇ, ਉਹਦੀ ਬੋਡੀ ਦਾ ਹਾਵ ਭਾਵ ਦੱਸ ਦਿੰਦਾ। ਚੋਰ ਵੀ ਪ੍ਰਗਟ ਹੋ ਜਾਂਦਾ, ਮਾਰਨ ਵਾਲਾ ਵੀ। ਪਰ 3 ਇੰਨੇ ਖਤਰਨਾਕ ਨੇ, ਪ੍ਰਗਟ ਨਹੀਂ ਹੁੰਦੇ। ਸਭ ਤੋਂ ਜ਼ਿਆਦਾ ਅੰਦਰ ਦਾ ਨੁਕਸਾਨ ਕਰਦੇ ਨੇ। ਇੱਕ ਮਨ ਕਰਕੇ ਕਿਸੇ ਦਾ ਬੁਰਾ ਚਿਤਵਣ ਵਾਲਾ। ਹੁਣ ਮੈਂ ਮੰਨ ਲਓ ਫੁਰਨਾ ਬਣਾ ਕੇ ਬੁਰਾ ਚਿਤਵੀ ਜਾਂ, ਕਿਸੇ ਨੂੰ ਪਤਾ ਲੱਗਣਾ। ਦੂਜਾ ਕਪਟੀ, ਕਪਟੀ ਬੰਦੇ ਦਾ ਅੰਦਰ। ਤੇ ਤੀਸਰੀ ਈਰਖਾ, ਜੈਲਸ ਵਾਲਾ, ਕਪਟ ਵਾਲਾ ਤੇ ਬੁਰਾ ਚਿਤਵਣ ਵਾਲਾ ਬੰਦਾ, ਖਿਮਾ ਕਰੇ, ਉਹਦੇ ਅੰਦਰ ਨਾਮ ਦਾ ਰਸ ਨਹੀਂ ਬਣਨਾ। ਪਰ ਹਾਂ, ਉਹ ਨਾਮ ਜਪਦਿਆਂ ਅਰਦਾਸ ਕਰੇ, ਗੁਰੂ ਉਹਦੇ ਔਗੁਣਾਂ ਨੂੰ ਖਤਮ ਜ਼ਰੂਰ ਕਰ ਸਕਦਾ। ਉਦੋਂ ਬਾਅਦ ਰਸ ਬਣੇਗਾ। ਮੇਰੀ ਬੇਨਤੀ ਹੈ, ਨਿਰੰਕਾਰ ਤੇਰਾ ਨਾਮ ਹੈ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਤੇਰਾ ਨਾਮ ਹੈ, ਨਾਉ ਤੇਰਾ ਨਿਰੰਕਾਰ ਹੈ। ਪਰ ਜਦੋਂ ਕੋਈ ਨਾਮ ਲੈਂਦਾ, ਨਾ ਹੀ ਲਏ ਨਰਕ ਨਾ ਜਾਈਏ। ਜਿਨ੍ਹਾਂ ਨੇ ਤੈਨੂੰ ਸੱਤ ਕਿਹਾ, ਉਹ ਨਰਕ ਨਾ ਡੀਠੜਿਆ। ਇੱਥੋਂ ਤੱਕ ਜਿਵੇਂ ਗਣਕਾ ਤੀ ਪ੍ਰਹਿਲਾਦ ਦੀ ਧਰੂ ਦੀ ਘਟਨਾ ਹੈ। ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਦੇਵ ਲੋਕ ਨੂੰ ਚੱਲਿਆ, ਗਣ ਗੰਧਰਵ ਸਭਾ ਸੁਖਵਾਸੀ। ਜੰਪੁਰ ਗਿਆ ਪੁਕਾਰ ਸੁਣ, ਵੀ ਲਾਵਨ ਜੀ ਨਰਕ ਨਿਵਾਸੀ। ਧਰਮ ਰਾਏ ਨੂੰ ਆਖਿਓਸ, ਸਭਨਾਂ ਦੀ ਕਰ ਬੰਦ ਖਲਾਸੀ। ਸਿਰਫ ਸਾਖੀ ਰੂਪ ਲਿਆ ਨਾ, ਇਹਦਾ ਤਤ ਭਾਵ ਅਖੀਰਲੀ ਤੋਂ ਰਾਜਾ ਜਨਕ ਚੋਂ ਲਿਆ। ਕਹਿੰਦੇ ਨੇ ਬੰਦਗੀ ਵਾਲਾ ਸੀ। ਰਸਤੇ 'ਚ ਕੂਕਾਂ ਪਈਆਂ, ਜਮਦੂਤਾਂ ਦੇ ਦੋਜ਼ਖ ਦੀ ਅੱਗ 'ਚ, ਨਰਕਾਂ 'ਚ ਜੀਵ ਸੜਨ, ਕੁਰਲਾਟ ਹਾਏ ਹਾਏ ਦੀ ਆਵਾਜ਼ ਪਈ। ਉਂਝ ਵੈਸੇ ਬਾਣੀ ਨੇ ਕਿਹਾ ਵੀ ਹੈ ਕਿ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ। ਨਾਨਕ ਜਿਉ ਮੱਥਣ ਮਾਧਾਣੀਆਂ ਤਿਉ ਮੱਥੈ ਧਰਮ ਰਾਏ। ਜਨਕ ਪੁੱਛਦਾ ਹੈ ਕਿ ਧਰਮਰਾਜ ਬਾਹਰ ਆ ਗਿਆ। ਸਿਰਫ ਕਹਾਣੀ ਦਾ ਤੱਤ ਭਾਵ ਲੈਣਾ ਜੀ। ਉਹਨੇ ਆ ਕੇ ਮੱਥਾ ਟੇਕਿਆ, ਕਹਿੰਦਾ ਸ਼ੁਕਰ ਮੇਰੇ ਭਾਗ ਮੇਰੇ ਚੰਗੇ, ਬੰਦਗੀ ਵਾਲਾ ਕੋਈ ਇਸ ਰਸਤੇ ਲੰਘਿਆ। ਜਨਕ ਪੁੱਛਦਾ ਕੁਰਲਾਟ ਕਾਹਦਾ, ਖਾਏ ਖਾਏ ਕਾਹਦੀ, ਰੋਣਾ ਕਾਹਦਾ? ਉਹ ਕਹਿੰਦਾ ਨਰਕਾਂ ਦੇ ਮੰਦ ਕਰਮੀ ਜੀਵ ਤਪਦੇ ਪਏ ਨੇ। ਉਹਨੇ ਕਿਹਾ ਮੇਰਾ ਅੰਦਰ ਕੂਕ ਨਹੀਂ ਸੁਣ ਸਕਦਾ, ਮੈਂ ਰੋਣਾ ਨਹੀਂ ਸੁਣ ਸਕਦਾ, ਬਚ ਸਕਦੇ ਨੇ? ਉਹ ਕਹਿੰਦਾ ਇਹਨਾਂ ਦੇ ਕਰਮ ਤਾਂ ਮਾੜੇ ਨੇ, ਕੋਈ ਬੰਦਗੀ ਕਰਨ ਵਾਲਾ ਥੋੜੀ ਜੀ ਬੰਦਗੀ ਦੇ ਦੇ, ਕੋਈ ਦੇ ਦੇ। ਜਨਕ ਨੇ ਕਿਹਾ ਮਣਾ, ਕਹਿਣ ਲੱਗਾ ਜਿੰਨੀ ਕੁ ਮੈਨੂੰ ਮੇਰੇ ਗੁਰੂ ਨੇ ਦਿੱਤੀ, ਦੇਖ ਇਹਦੇ ਨਾਲ ਕੁਝ ਕੁ ਛੁੱਟ ਸਕਦੇ ਨੇ। ਭਾਈ ਗੁਰਦਾਸ ਸਾਹਿਬ ਕਹਿੰਦੇ ਇੱਕ ਪਾਸੇ ਨਰਕਾਂ ਦੇ ਸਾਰੇ ਜੀਵ ਪਾਪ ਕਰਨ ਵਾਲੇ ਇੱਕ ਛਾਬੇ 'ਚ ਉਹ ਪਾਏ, ਤੇ ਜਿਵੇਂ ਨਾਮ ਜਪੇ ਦਾ ਚੌਥਾਈ ਹਿੱਸਾ ਪਾਸ ਕੁ ਇੰਨੀ ਕੁ ਕਮਾਈ ਪਾਈ ਤੇ ਸਾਰੇ ਨਰਕ ਛੁੱਟ ਗਏ।
ਕਹਿਣ ਲੱਗੇ ਬੰਦਗੀ ਕਰਨ ਵਾਲਾ ਤਾਂ ਨਜ਼ਰ ਭਰ ਕੇ ਵੇਖ ਲੈ ਤੇ ਦੋਜ਼ਖ ਵੀ ਠੰਡੇ ਹੋ ਜਾਂਦੇ। ਨਰਕ ਨੂੰ ਉਹਨੇ ਕਿੱਥੇ ਜਾਣਾ? ਸਿੱਖ ਦਾ ਕੋਈ ਸੰਬੰਧ ਨਰਕ ਨਾਲ ਨਹੀਂ। ਜੇ ਮੇਰੀ ਬੇਨਤੀ ਐਵੇਂ ਡਰਿਆ ਡੁਰਿਆ ਨਾ ਕਰੋ ਵੀ ਇਹ ਨਰਕਾਂ 'ਚ ਮਰੇ। ਹਾਂ, ਉਹਨਾਂ ਦਾ ਸੰਬੰਧ ਹੈ ਜਿਹੜੇ ਬੰਦਗੀ ਨਹੀਂ ਕਰਦੇ। ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਉਹ ਉਹਨਾਂ ਦਾ ਸੰਬੰਧ। ਉੱਥੇ ਭਾਈ ਸਾਹਿਬ ਨੇ ਪੌੜੀ ਮੈਂ ਜਦੋਂ ਪੜ੍ਹਨਾ ਮੇਰੇ ਮਨ 'ਚ ਆਉਂਦਾ, ਵਾਹ ਏਡੀ ਵੱਡੀ ਤਾਕਤ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਵਾਸੀ। ਜੰਪੁਰ ਗਿਆ ਪੁਕਾਰ ਸੁਣ ਵਿਲ ਲਾਵਨ ਜੀ ਨਰਕ ਨਿਵਾਸੀ। ਧਰਮ ਰਾਏ ਨੂੰ ਆਖਿਓਸ, ਆਰਡਰ ਮਾਰਿਆ ਸਿੱਧਾ, ਬੇਨਤੀ ਨਹੀਂ ਕੀਤੀ। ਦੇਖਿਓ ਇਹ ਤੁਕਾਂ ਧਿਆਨ ਨਾਲ ਪੜਿਓ। ਧਰਮ ਰਾਏ ਨੂੰ ਆਖਿਓ ਸਭਨਾ ਦੀ ਕਰ ਬੰਦ ਖਲਾਸੀ, ਕਰੇ ਬੇਨਤੀ ਧਰਮ ਰਾਏ। ਉਹ ਅਗਲਾ ਹੱਥ ਜੋੜ ਕੇ ਕਹਿੰਦਾ ਮਹਾਰਾਜ ਜਨਕ ਜੀ ਦੱਸੋ। ਕਰੇ ਬੇਨਤੀ ਧਰਮ ਰਾਏ, ਹਉ ਸੇਵਕ ਠਾਕੁਰ ਅਬਨਾਸ਼ੀ। ਗਹਿਣੇ ਧਰਿਆਨ ਏਕ ਨਾਉ, ਪਾਪਾਂ ਨਾਲ ਕਰੇ ਨਿਰਜਾਸੀ। ਤੋਲਣ ਲੱਗੇ ਪਾਪ ਤੇ ਨਾਮ, ਪਾਪਾਂ ਨਾਲ ਕਰੇ ਨਿਰਜਾਸੀ। ਪਾ ਸੰਗ ਪਾਪ ਨਾ ਪੁਜਨੀ, ਗੁਰਮੁਖ ਨਾਉ ਅਤੁਲ ਨਾ ਤੁਲਾਸੀ। ਨਰਕੋਂ ਛੱਟੇ ਜੂਈ ਜੰਤ, ਕਟੀ ਸਿਲਕ ਗਲੋ ਜਮ ਫਾਸੀ। ਅੱਗੇ ਕਹਿੰਦੇ ਮੁਕਤ ਜੁਗਤ ਨਾਮੈ ਕੀ ਦਾਸੀ। ਮਹਾਰਾਜ ਕਹਿੰਦੇ ਨਾਉ ਤੇਰਾ ਨਿਰੰਕਾਰ ਹੈ, ਨਾਏ ਨਾਏ ਲਈਏ ਨਹੀਂ ਕਹਿਣਾ। ਚੇਤੇ ਰੱਖਿਓ ਇੱਥੇ ਬਸ ਬੜਾ ਭੁਲੇਖਾ, ਨਾਏ ਲਏ ਸਿਹਾਰੀ ਲੱਗੀ ਹੈ, ਬਿਹਾਰੀ ਨਹੀਂ ਲੱਗੀ। ਨਾਉ ਤੇਰਾ ਨਿਰੰਕਾਰ ਹੈ, ਨਾਏ ਲਏ ਨਰਕ ਨਾ ਜਾਈਏ। ਹੁਣ ਮੰਨ ਲਓ ਤੁਸੀਂ ਵਾਹਿਗੁਰੂ ਅਸੀਂ ਸਾਰੇ ਜੇ ਜਾਪਣੇ ਆ ਨਾ, ਅਜੇ ਪਤਾ ਨਹੀਂ ਨਾ। ਨਿੱਕਾ ਨਿਆਣਾ ਹੀਰੇ ਨਾਲ ਖੇਡਦਾ ਹੋਵੇ, ਉਹਨੂੰ ਪਤਾ ਨਹੀਂ, ਤੇ ਜਿੱਦਣ ਪਿਆਰੇ ਉਹਦੀ ਸਮਝ ਪੈ ਜਾਂਦੀ ਉਦਣ ਸਾਂਭ ਕੇ ਰੱਖਣਾ ਸ਼ੁਰੂ ਕਰਦਾ। ਇਹ ਮਤ ਸਮਝਿਓ ਅਸੀਂ ਅੱਧੀ ਘੜੀ ਵਾਹਿਗੁਰੂ ਕਹਿ ਦੇਣਾ ਛੁੱਟ ਜਾਾਂਗੇ। ਬਿਲਕੁਲ ਛੁੱਟਾਂਗੇ। ਮੈਂ ਗੁਰੂ ਤੇ ਭਰੋਸਾ ਕਰਕੇ ਕਹਿਣਾ ਹੀਰਾ ਬਿਲਕੁਲ ਛੋਟਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜਦੋਂ ਕਿਤੇ ਗਾਹਕ ਮਿਲ ਜਾਏ, ਇੱਕ ਹੀਰਾ ਵਿਕ ਜਾਏ ਤੇ ਕਈ ਪੁਸ਼ਤਾਂ ਦੀ ਰੋਟੀ ਬਣ ਜਾਂਦੀ। ਤੁਹਾਡੇ ਕੋਲ ਪਲਾਸਟਿਕ ਮਣੀ ਹੈ ਤੁਹਾਡੇ ਜੇਬਾਂ ਸਾਰਿਆਂ 'ਚ ਨਾ ਜੀ, ਜਿਹਨੂੰ ਕਾਰਡ ਆਪਾਂ ਕਹਿੰਦੇ ਪਲਾਸਟਿਕ ਮਣੀ ਹੋ ਗਈ ਨਾ। ਪੁਰਾਣੇ ਸਮੇਂ ਖੁੰਡੀ ਦੇਖਦੇ ਸਨ, ਅੱਜ ਚੈੱਕ ਤੇ ਡਰਾਫਟ ਨੇ। ਇੱਕ ਬੰਦੇ ਨੂੰ 2 ਕਰੋੜ ਦਾ ਡਰਾਫਟ ਦੇ ਦਿੱਤਾ, ਉਹਨੇ ਲਪੇਟ ਕੇ ਜੇਬ 'ਚ ਪਾ ਲਿਆ ਤੇ ਬੈਂਕ ਜਾ ਕੇ ਕਹਿ ਦਿਆ 2 ਕਰੋੜ ਰੁਪਈਏ ਦਾ ਮੇਰਾ ਡਰਾਫਟ ਹੈ, ਮੈਂ ਕੈਸ਼ ਕਰਾਣਾ ਹੈ। ਉਹ ਪੁੱਛਣਗੇ ਕੋਈ ਟੈਚੀ ਲੈ ਕੇ ਆਏ? ਉਹ ਕਹੇ ਟੈਚੀ ਕਾਹਦੇ ਵਾਸਤੇ? ਉਹ ਕਹਿੰਦੇ ਜਿਹੜੇ ਅੱਖਰ ਇਹਦੇ ਤੇ ਲਿਖੇ ਹੋਏ ਨੇ ਇਹਦੇ ਨਾਲ ਤਾਂ ਟੈਚੀ ਨੋਟਾਂ ਦੇ ਭਰੇ ਜਾਣੇ ਨੇ। ਪਰ ਉਹ ਵਿਚਾਰੇ ਨੂੰ ਸਮਝ ਕੋਈ ਨਹੀਂ। ਚੈੱਕ ਉੱਤੇ ਲਿਖੇ ਹੋਏ ਅੱਖਰ ਅਗਿਆਨੀ ਬੰਦੇ ਨੂੰ ਸਮਝ ਨਹੀਂ, ਪਰ ਜਦੋਂ ਕੈਸ਼ ਹੁੰਦੇ ਨੇ ਘਰ ਭਰ ਜਾਂਦਾ ਹੈ। ਹੀਰੇ ਦੀ ਸਮਝ ਕੋਈ ਨਹੀਂ, ਜਦੋਂ ਕੀਮਤ ਪੈਂਦੀ ਹੈ ਤੇ ਘਰ ਭਰ ਜਾਂਦਾ ਹੈ। ਬੋੜ ਦਾ ਬੀਜ ਖਸਖਸ ਦੇ ਦਾਣੇ ਨਾਲੋਂ ਬਰੀਕ ਹੈ, ਜਦੋਂ ਬੀਜਿਆ ਜਾਂਦਾ ਸਦੀਆਂ ਤੱਕ ਜੀਣ ਵਾਲਾ ਰੁੱਖ ਪੈਦਾ ਹੁੰਦਾ ਹੈ। ਅੱਜ ਤੂੰ ਵਾਹਿਗੁਰੂ ਜਪਣਾ, ਸਮਝ ਕੋਈ ਨਹੀਂ। ਜਿੱਦਣ ਆਕਾਰ ਨੂੰ ਛੱਡ ਕੇ ਚੱਲੇਗਾ ਫਿਰ ਪਤਾ ਲੱਗੇਗਾ ਨਿਰਾਕਾਰ ਦੇ ਨਾਮ ਦੀ ਕੀਮਤ ਕੀ ਹੈ। ਉਦੋਂ ਤੇਰੇ ਨਾਲ ਚੱਲੇਗਾ। ਭਾਈ ਸਾਹਿਬ ਦੀ ਰਚਨਾ ਹੈ ਜੀ, ਜੈਸੇ ਹੀਰਾ ਹਾਥ ਮੈਂ ਤਨਕ ਸਹਿ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। जैसे बर बांडे खुंडी लागत न पार, कछ आगे जाए पाइयत लक्ष्मी अपार जी। जैसे बट बीज अत सूक्ष्म स्वरूप होत, बोए सब विद करे बिरखा विस्तार जी। तैसे गुर बचन सचन गुर सिखन में। इसे तरह गुरु दे बोल ने शब्द है। वाहिगुरू शब्द वाले नूं कोई परवाह नहीं किसी की, जिहड़ा दिन रात जपदा है। तैसे गुर बचन सचन गुर सिखन में, जानिए महात्म गई खर द्वार जी। ਇਹਦਾ ਪਤਾ ਲੱਗੇਗਾ ਜਦੋਂ ਆਕਾਰ ਨੂੰ ਛੱਡਿਆ, ਕਿਉਂਕਿ ਜੇ ਆਕਾਰ ਵਿੱਚ ਆ ਆਕਾਰ ਨੂੰ ਆਕਾਰ ਦਿਸਦਾ, ਆਕਾਰ ਨੂੰ ਪਤਨੀ ਦਿਸ ਰਹੀ, ਆਕਾਰ ਨੂੰ ਬੱਚੇ ਦਿਸ ਰਹੇ ਨੇ, ਆਕਾਰ ਨੂੰ ਧੀਆਂ ਦਿਸ ਰਹੀਆਂ ਨੇ। ਪਰ ਜਿੱਦਣ ਸਾਰਾ ਆਕਾਰ ਮੁੱਕੇਗਾ, ਮਹਿਸੂਸ ਕਰੋ ਉਦੋਂ ਕੀ ਹੋਵੇਗਾ ਸਾਡੇ ਕੋਲ। ਉਦੋਂ ਬਾਬਾ ਜੀ ਕਹਿੰਦੇ ਨੇ ਨਾਉ ਤੇਰਾ ਨਿਰੰਕਾਰ ਹੈ, ਨਾਏ ਲਏ ਨਰਕ ਨਾ ਜਾਈਏ। ਬੰਦਗੀ ਕਰਨ ਵਾਲਾ ਨਰਕ 'ਚ ਨਹੀਂ ਜਾਂਦਾ, ਉਹ ਨਰਕ ਖਾਲੀ ਕਰਾ ਦਿੰਦਾ। ਨਾ ਲਈਏ ਨਰਕ ਨਾ ਜਾਈਏ। ਹੁਣ ਅਗਲੀ ਤੁਕ ਤੇ ਮੈਂ ਪਹੁੰਚਣ ਲੱਗਾ। ਜੀਓ ਪਿੰਡ ਸਭ ਤਿਸ ਦਾ, ਜੇ ਉਹਦੇ ਨਾਮ ਨਾਲ ਜੁੜਨਾ ਤੇ ਸ਼ੁਕਰਾਨਾ ਕਰਨਾ ਸਿੱਖ, ਤੇਰੀ ਦਾਅਵੇ ਮੁੱਕਣ। ਇਹ ਜੀਓ ਜਿਹੜੀ ਮੇਰੇ ਤੁਹਾਡੇ ਸਭ ਦੇ ਵਿੱਚ ਇੱਕ ਜੋਤ ਹੈ, ਉਹ ਵਾਹਿਗੁਰੂ ਜੀ ਦੀ ਟਿਕਾਈ ਜੀਓ ਹੈ। ਪਿੰਡ ਦਾ ਅਰਥ ਆਪਾਂ ਸਰੀਰ ਕਰਨੇ। ਜੀਓ ਪਿੰਡ ਸਭ ਤਿਸ ਦਾ, ਇਹ ਜਿੰਦ, ਇਹ ਪਿੰਡ, ਇਹ ਸਰੀਰ ਉਹਦਾ। ਦੇ
ਖਾਜੈ ਆਖ ਗਵਾਈਐ। ਇਹ ਗਵਾਈਏ ਨਹੀਂ ਪਾਠ ਕਰਨਾ, ਐੜੇ ਉੱਤੇ ਦੁਲਾਵਾਂ ਲੱਗੀਆਂ ਨੇ, ਗਵਾਈਐ। ਮੇਰੀ ਬੇਨਤੀ ਮਤਲਬ ਮਹਿਸੂਸ ਨਾ ਕਰਿਓ, ਕਿਉਂਕਿ ਇੱਕ ਇੱਕ ਲਗ ਮਾਤਰ ਆਪਣੇ ਗਹਿੜੇ ਅਰਥ ਰੱਖਦੀ। ਜੀਓ ਪਿੰਡ ਸਭ ਤਿਸ ਦਾ, ਦੇ ਖਾਜੈ, ਇਹਦੇ ਮੈਂ ਅਰਥ ਪਹਿਲਾਂ ਕਰਦੇ ਨੇ, ਜਿੰਦ ਵੀ ਉਹਦੀ, ਸਰੀਰ ਵੀ ਉਹਦਾ, ਸਭ ਤਿਸ ਦਾ। ਦੇ ਖਾਜੈ, ਜੇ ਰੱਬ ਨੇ ਤੈਨੂੰ ਦਿੱਤਾ ਕਿਸੇ ਨੂੰ ਦੇ, ਵੰਡ ਕੇ ਖਾ। ਖਾਜੈ ਦਰ ਤੇ ਖਾਣਾ, ਤੈਨੂੰ ਦਿੱਤਾ ਪਿਆਰਿਆ, ਕਿਸੇ ਲੋੜਵੰਦ ਦਾ ਭਲਾ ਕਰ, ਇਹਨੂੰ ਵੰਡ ਕੇ ਖਾ। ਆਖ ਗਵਾਈਐ, ਪਰ ਜਿਹਨੂੰ ਤੂੰ ਵੰਡ ਕੇ ਦਿੱਤਾ ਹੈ, ਕੱਲ ਨੂੰ ਉਹਦੇ ਬੂਹੇ ਅੱਗੇ ਖਲੋ ਕੇ ਬੇਇੱਜ਼ਤੀ ਨਾ ਕਰੀ, ਤੈਨੂੰ ਕਿਹੜਾ ਜਾਣਦਾ ਸੀ ਮੈਂ ਪੈਸੇ ਦੇ ਕੇ ਤੈਨੂੰ ਉਠਾਇਆ ਹੈ। ਸਤਿਗੁਰੂ ਕਹਿੰਦੇ ਨੇ ਆਖ ਗਵਾਈਐ, ਜਦੋਂ ਤੂੰ ਇਹ ਦਾਅਵੇ ਕਰ ਦਿੱਤੇ ਬੋਲ ਕੇ ਕਿਹਾ ਮੈਂ ਤੁਹਾਡੀ ਮਦਦ ਕੀਤੀ, ਸਤਿਗੁਰੂ ਕਹਿੰਦੇ ਜਿੰਨਾ ਤੇਰਾ ਦਾਨ ਪੁੰਨ ਸੀ ਸਾਰਾ ਗਰਕ ਹੋ ਗਿਆ, ਚਲਾ ਗਿਆ। ਅਗਲੀ ਤੁਕ ਕਲੀਅਰ ਕਰੇਗੀ। ਹਜ਼ੂਰ ਕਹਿ ਰਹੇ ਨੇ ਜੀਓ ਪਿੰਡ ਸਭ ਤਿਸ ਦਾ, ਦੇ ਖਾਜੈ ਆ ਗਵਾਈਐ। ਜੇ ਲੋੜ ਹੈ ਚੰਗਾ ਆਪਣਾ, ਐੜੇ ਨੂੰ ਕਰਨਾ ਆਪਣਾ, ਕਰ ਪੁੰਨੋ ਹੋ, ਪੁੰਨੋ ਹੋ, ਹਾਏ ਨੂੰ ਔਂਕੜ, ਕਰ ਪੁੰਨੋ ਹੋ। ਜੇ ਤੂੰ ਚਾਹੁੰਦਾ ਵੀ ਮੇਰਾ ਲੋਕ ਪਰਲੋਕ ਭਲਾ ਹੋਵੇ, ਪੁੰਨ ਕਰ। ਪੁੰਨ ਕਰਨ ਤੋਂ ਬਾਅਦ ਮਹਾਰਾਜ ਕਹਿੰਦੇ ਨੇ ਨੀਚ ਸਦਾਈਐ, ਮੈਂ ਕੁਛ ਕਰਨ ਜੋਗਾ ਨਹੀਂ। ਫਿਰ ਇਹਨਾਂ ਤੁਕਾਂ ਨੂੰ ਮੇਰੀ ਤੁਹਾਡੀ ਜੀਓ ਪਿੰਡ ਵਾਹਿਗੁਰੂ ਜੀ ਦਾ ਦਿੱਤਾ ਹੋਇਆ। ਹਜ਼ੂਰ ਸੱਚੇ ਪਾਤਸ਼ਾਹ ਦੇ ਬੋਲ ਨੇ, ਰਮਈਆ ਕੇ ਗੁਣ ਚੇਤ ਪੁਰਾਨੀ, ਜੀਓ ਪਿੰਡ ਸਭ ਤਿਸ ਦਾ। ਕਵਨ ਮੂਲ ਤੇ ਕਵਨ ਤ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੈ ਉਭਾਰਿਆ। ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਬਿਰਧ ਭਇਆ ਊਪਰ ਸਾਖ ਸੈਨ, ਮੁਖ ਅਪਿਆਓ ਬੈਠ ਕੋ ਦੈਨ। ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤੋ ਨਾਨਕ ਸੀਜੈ। ਸਭ ਜੀਓ ਪਿੰਡ ਮੁਖ ਨੱਕ ਦਿਆ, ਵਰਤਨ ਕੋ ਪਾਣੀ। ਬਸ ਇਹ ਭਾਵਨਾ ਬਣ ਜਾਏ ਮੇਰਾ ਸਰੀਰ ਤਾਂ ਹੈ ਹੀ ਨਹੀਂ, ਜਿੰਦ ਵੀ ਮੇਰੀ ਨਹੀਂ, ਸੱਚੀ ਮੁੱਚੀ ਮੇਰਾ ਸਰੀਰ ਜੇ ਮੇਰਾ ਹੁੰਦਾ ਤੇ ਮੈਂ ਇਹਨੂੰ ਬਚਾ ਨਾ ਸਕਾਂ। ਸਤਿਗੁਰੂ ਕਹਿੰਦੇ ਨਹੀਂ, ਸਭ ਜੀਓ ਪਿੰਡ ਮੁਖ ਨੱਕ ਦਿਆ, ਵਰਤਨ ਕੋ ਪਾਣੀ। ਅੰਨ ਖਾਣਾ ਕੱਪੜ ਪਹਿਨਣ ਦਿਆ, ਰਸ ਅੰਨ ਭੋਗਾਣੀ। ਜਿਨ ਦੀਏ ਸੋ ਚੇਤਨ ਆਵੀ, ਪਸ਼ੂ ਹੋਂ ਕਰ ਜਾਣੀ। ਅਮਰੀਕਾ ਦੇ ਇੱਕ ਵਿਦਵਾਨ ਦੀ ਕਿਤਾਬ ਹੈ ਜੀ, ਉਹ ਹਿੰਦੀ ਜਿਹੜਾ ਐਡੀਸ਼ਨ ਆਇਆ ਮੈਂ ਪੜ੍ਹੀਏ, ਉਹਦਾ ਨਾਮ ਹੈ ਦੁਨੀਆ ਕਾ ਸਭ ਸੇ ਮਹਾਨ ਚਮਤਕਾਰ। ਕਹਿੰਦੇ ਕਈ ਵਾਰੀ ਬੰਦਾ ਨਾ ਉਤਾਵਲਾ ਹੋ ਕੇ ਸੱਚੀ ਮੁੱਚੀ ਲਾਭੇ ਦਿੰਦਾ, ਰੱਬ ਨੇ ਕੀ ਦਿੱਤਾ, ਫਲਾਣ ਕੀ ਕੀਤਾ। ਉਹ ਕਹਿੰਦਾ ਤੂੰ ਦੂਰ ਨਾ ਜਾ, ਤੂੰ ਆਪਣੀ ਬੋਡੀ ਵੱਲ ਝਾਤੀ ਮਾਰ, ਕਾਇਆ ਵੱਲ ਦੇਖ, ਰੱਬ ਨੇ ਤੈਨੂੰ ਕੀ ਦਿੱਤਾ। ਤਿੰਨ ਗੱਲਾਂ ਮੈਨੂੰ ਉਹਦੀਆਂ ਬੜੇ ਕਮਾਲ ਦੀਆਂ ਲੱਗੀਆਂ। ਉਹ ਕਹਿੰਦਾ ਜਿਸ ਬੰਦੇ ਦਾ ਹਾਰਟ ਪੰਪ ਨਾ ਕਰੇ, ਸਾਨੂੰ ਪਤਾ ਹੈ ਨਾ ਜੀ ਹਾਰਟ ਪੰਪ ਨਹੀਂ ਕਰਦਾ, ਤੇ ਅਸੀਂ ਫਿਰ ਮਸ਼ੀਨ ਲਾਉਂਦੇ ਹਾਂ, ਉਹ ਮਸ਼ੀਨ ਜਿਹੜੀ ਹਾਰਟ ਨੂੰ ਚਲਾਉਂਦੀ। ਉਹ ਕਹਿੰਦਾ ਇੱਕ ਤੰਦਰੁਸਤ ਬੰਦੇ ਦਾ ਹਾਰਟ 1 ਸਾਲ ਵਿੱਚ, ਜੋ ਉਹਨੇ ਕਿਹਾ 3 ਕਰੋੜ ਤੇ 60 ਵਾਰੀ ਪੰਪ ਕਰਦਾ ਹੈ, ਧੜਕਦਾ ਹੈ। ਮੈਂ ਬੇਨਤੀ ਕਰਾਂ, ਮੈਨੂੰ ਦੱਸੋ ਇਹ ਰੱਬ ਦੀ ਦਾਤ ਨਹੀਂ ਤੇ ਹੋਰ ਕੀ? ਅਸੀਂ ਬੈਠੇ ਹਾਂ ਸਾਨੂੰ ਪਤਾ ਨਹੀਂ, ਪਰ ਮਸ਼ੀਨ ਤੋਂ ਬਿਨਾਂ ਚੱਲਦਾ ਪਿਆ ਨਾ। 3 ਕਰੋੜ 60 ਵਾਰੀ ਧੜਕਦਾ। ਜਿਹੜਾ ਸਾਡਾ ਖੂਨ ਆ ਨਿੱਕੀਆਂ ਨਿੱਕੀਆਂ ਨਸਾਂ 'ਚ ਜਿਹੜੀ ਬਰੀਕ ਬਰੀਕ ਨਸਾਂ ਨੇ ਜੀ, ਨਰਵ ਸਿਸਟਮ ਜਿਹਨੂੰ ਕਹਿੰਦੇ ਆ, 60 ਲੱਖ ਵੈਗਰੂ 60,000 ਮੀਲ ਦੀ ਲੰਬਾਈ ਬਣਦੀ ਹੈ ਸਾਡੀਆਂ ਨਸਾਂ ਦੀ, ਨੇੜੇ ਤੇੜੇ ਜੇ 60,000 ਮੀਲ ਇੱਕ ਇੱਕ ਨਸ ਨੂੰ ਜੋੜ ਕੇ ਬਣਾਓ। ਤੇ ਕੌਣ ਹੈ ਉਹ ਪਿਆਰਿਓ ਜਿਹਨੇ 60,000 ਮੀਲ ਦੀਆਂ ਨਰਵਸ ਜਿਹੜੀਆਂ ਸਨ, ਜਿਹੜੀਆਂ ਨਿੱਕੀਆਂ ਨਿੱਕੀਆਂ ਨਾੜੀਆਂ ਨੇ, ਉਹਨਾਂ ਦੇ ਵਿੱਚ ਖੂਨ ਦਾ ਸੰਚਾਰ ਕੀਤਾ। 6 ਲੱਖ ਗੈਲਨ ਇੱਕ ਤੰਦਰੁਸਤ ਬੰਦੇ ਦੀਆਂ ਕਿਡਨੀਆਂ 1 ਸਾਲ 'ਚ ਖੂਨ ਸਾਫ਼ ਕਰਦੀਆਂ। ਤੇ ਤੁਸੀਂ ਦੇਖੋ ਇੱਕ ਜਿਹੜੇ ਬੰਦਿਆਂ ਦੀਆਂ ਕਿਡਨੀਆਂ ਖਰਾਬ ਹੋ ਗਈਆਂ, ਪੁੱਛੋ ਜਿੱਦਣ ਖੂਨ ਸਾਫ਼ ਕਰਾਉਂਦੇ ਨੇ ਕੀ ਹਾਲ ਹੁੰਦਾ ਉਹਨਾਂ ਦਾ। ਪੈਸੇ ਵੀ ਦਿੰਦੇ ਨੇ, ਡਾਇਲਸਿਸ ਜਿਹੜੇ ਕਰਾਉਂਦੇ ਪਿਆਰਿਓ, ਪੈਸੇ ਵੀ ਦਿੰਦੇ ਨੇ, ਉਦੋਂ ਬਾਅਦ ਬੋਡੀ ਦਾ ਹਾਲ ਬੜਾ ਮੰਦਾ ਹੁੰਦਾ। ਇਹ ਵੀ ਪਤਾ ਜੀਣਾ ਕੋਈ ਦਿਨ 6 ਲੱਖ ਗੈਲਨ 1 ਸਾਲ 'ਚ ਖੂਨ ਸਾਫ਼ ਕਰ ਰਿਹਾ। ਕਿਹਦੀ ਦਿੱਤੀ ਦਾਤ ਪਿਆਰਿਓ? ਇਸ ਮਸ਼ੀਨ ਨੂੰ ਚਲਾਉਣ ਵਾਲਾ ਨਿਰਾਕਾਰ ਦੀ ਆਪਣੀ ਤਾਕਤ ਹੈ। ਸਤਿਗੁਰੂ ਕਹਿੰਦੇ ਨੇ ਜੀਓ ਪਿੰਡ ਸਭ ਤਿਸ ਦਾ। ਇਹ ਜੀਓ, ਇਹ ਪਿੰਡ, ਇਹ ਸਰੀਰ ਉਹਦਾ ਹੈ। ਇਸੇ ਕਰਕੇ ਸਤਿਗੁਰੂ ਦੇ ਪਿਆਰੇ ਸਿੱਖ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਦੀ ਇੱਕ ਪੌੜੀ ਹੈ, ਪੰਜਾਬੀ 'ਚ ਮੈਂ ਉਹਦੇ ਅਰਥ ਨਹੀਂ ਜ਼ਿਆਦਾ ਕਰਾਂਗਾ।
ਉਹ ਕਹਿੰਦੇ ਰਕਤ ਬਿੰਦ ਕਰ ਨਿੰਮਿਆ, ਚਿੱਤਰ ਚਲਿੱਤਰ ਬਚਿੱਤਰ ਬਣਾਇਆ, ਗਰਭ ਕੁੰਡ ਵਿੱਚ ਰੱਖਿਆ, ਜਿਉ ਪਾਏ ਤਨ ਸਾਜ ਸੁਹਾਇਆ, ਮੂੰਹ ਅੱਖੀ ਦੇ ਨੱਕ ਕੰਨ ਹੱਥ ਪੈਰ ਦੰਦ ਵਾਲ ਗਣਾਇਆ, ਦਿਸ਼ਟ ਸ਼ਬਦਗਤ ਸੁਰਤ ਲਿਵ ਰਾਗ ਰੰਗ ਰਸ ਪਰਸ ਲੁਭਾਇਆ, ਉੱਤਮ ਕੁਲ ਉੱਤਮ ਜਨਮ ਰੋਮ ਰੋਮ ਗਰ ਅੰਗ ਬਣਾਇਆ, ਬਾਲ ਬੁੱਧ ਮੂੰਹ ਦੁੱਧ ਦੇ ਕਰ ਮਲ ਮੂਤਰ ਸੂਤਰ ਵਿੱਚ ਆਇਆ, ਹੋਏ ਸਿਆਣਾ ਸਮਝਿਆ ਕਰਤਾ ਛੱਡ ਕੀਤੇ ਲਵਟਾਇਆ। ਮੇਰੀ ਬੇਨਤੀ ਹੈ ਪਿਆਰਿਓ, ਇਹ ਸਰੀਰ ਮੇਰਾ ਤੁਹਾਡਾ ਨਹੀਂ, ਉਸ ਦਾ ਦਿੱਤਾ ਹੈ। ਮਹਾਰਾਜ ਕਹਿੰਦੇ ਜੀਓ ਪਿੰਡ ਸਭ ਤਿਸ ਦਾ, ਇਹ ਉਹਦਾ ਦਿੱਤਾ ਹੈ। ਦੇ ਖਾਜੈ, ਜੇ ਖਾਣ ਲੱਗਾ ਕਿਸੇ ਨੂੰ ਦੇ ਕੇ ਖਾ, ਵੰਡ ਕੇ ਛਕ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਬੜੀ ਇੱਕ ਵੱਖਰੀ ਬਖਸ਼ਿਸ਼ ਹੈ ਜੀ। ਦੇ ਖਾਜੈ, ਪਰ ਖਾਣ ਤੋਂ ਬਾਅਦ ਵੰਡਣ ਤੋਂ ਬਾਅਦ ਇਹ ਨਾ ਕਹੀਓ ਮੈਂ ਨਾ ਕੁਝ ਖਵਾਇਆ। ਸੱਚੀ ਮੁੱਚੀ ਹੁੰਦਾ ਇਹੀ ਜੇ। ਅਸੀਂ ਲੋਕ ਕਰਨੇ ਕੀ ਪਏ ਹਾਂ, ਮੰਨ ਲਓ ਇੱਕ ਬੰਦੇ ਨੂੰ ਅਸੀਂ ਮਦਦ ਕੀਤੀ, ਉਹਦੀਆਂ ਪੁਸ਼ਤਾਂ ਨੂੰ ਵੀ ਚਿਤਾਰਨੇ ਆ, ਤੁਸੀਂ ਤਾਂ ਡੁੱਬੇ ਬੈਠੇ ਸੀ, ਆ ਸੈੱਟ ਕਰਨ ਵਾਲੇ ਤੇ ਅਸੀਂ ਹਾਂ। ਗੁਰੂ ਸਾਹਿਬ ਕਹਿੰਦੇ ਸਭ ਕੁਝ ਗਵਾਚ ਗਿਆ ਜਦੋਂ ਤੂੰ ਇਹ ਕੀਤਾ। ਫਿਰ ਬੇਨਤੀ ਕਰਾਂਗਾ, ਮੈਨੂੰ ਦੱਸੋ ਰੱਬ ਕਦੀ ਸਾਨੂੰ ਚਿਤਾਰ ਕੇ ਕਹਿੰਦਾ ਮੈਂ ਤੈਨੂੰ ਕੱਲ ਇੰਨੇ ਸਾਹ ਦਿੱਤੇ, ਦੇ ਮੈਨੂੰ ਪੈਸੇ? ਕਦੀ ਨਹੀਂ ਚਿਤਾਰਦਾ। ਤਾਂ ਹੀ ਸਤਿਗੁਰੂ ਨੇ ਕਿਹਾ ਇਹ ਮਨ ਹਰ ਜੀ ਧਿਆਏ, ਤੂੰ ਇੱਕ ਮਨ ਇੱਕ ਚਿੱਤ ਪਾਏ, ਖਰਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾ। ਉਹ ਦੇ ਕੇ ਪਛਤਾਵਾ ਹੀ ਨਹੀਂ ਕਰਦਾ। ਫਿਰ ਸਤਿਗੁਰੂ ਕਹਿੰਦੇ ਨੇ ਤੂੰ ਜੇ ਕਿਸੇ ਨੂੰ ਦੇਣਾ ਹੈ, ਉਦੋਂ ਬਾਅਦ ਤੂੰ ਨਿਮਰਤਾ 'ਚ ਚਲਾ ਜਾ। ਤੂੰ ਸ਼ੁਕਰ ਕਰ, ਜਿਹੜਾ ਤੇਰੇ ਅੱਗੇ ਹੱਥ ਅੱਡ ਕੇ ਮੰਗਣ ਆਇਆ ਉਹ ਵੀ ਤਾਂ ਤੇਰੇ ਵਰਗਾ ਹੈ। ਤੂੰ ਸ਼ੁਕਰ ਕਰ, ਤੂੰ ਦੇਣ ਵਾਲਾ ਤੈਨੂੰ ਬਣਾ ਦਿੱਤਾ, ਉਹਨੂੰ ਵਿਚਾਰਾ ਮੰਗਣ ਵਾਲਾ ਬਣਾ ਦਿੱਤਾ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਢਾਣਾ। ਸਭ ਤੋਂ ਪਹਿਲਾਂ ਸਮਰਪਿਤ, ਜਿਹਨੂੰ ਗੁਰੂ ਘਰ ਵਿੱਚ ਕਿਹਾ ਗਿਆ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਮੇਰਾ ਕੁਛ ਨਹੀਂ, ਸਭ ਕੁਝ ਤੇਰਾ। ਜਿਉ ਪਿੰਡ ਸਭ ਤਿਸ ਦਾ, ਦੇ ਖਾਜੈ ਆ ਗਵਾਈਐ। ਬੋਲ ਕੇ ਗਵਾ ਨਾ ਲਈ, ਫਿਰ ਅਗਲਾ ਕੰਮ ਕਰ ਕੀ। ਸਤਿਗੁਰੂ ਕਹਿੰਦੇ ਨੇ ਜੇ ਲੋੜ ਹੈ ਚੰਗਾ ਆਪਣਾ, ਜੇ ਤੂੰ ਚਾਹੁੰਦਾ ਮੇਰਾ ਚੰਗਾ ਹੋਵੇ, ਮੇਰਾ ਬੁਰਾ ਨਾ ਹੋਵੇ, ਕਰ ਪੁੰਨੂ, ਪੁੰਨ ਕਰ, ਦਾਨ ਪੁੰਨ ਕਰ। ਦਾਨ ਪੁੰਨ ਕਰਨ ਤੋਂ ਬਾਅਦ ਕਰ ਪੁੰਨੋ ਨੀਚ ਸਦਾਈ ਹੈ। ਬਸ ਇਹ ਕਹਿ ਮੈਂ ਕੁਛ ਨਹੀਂ ਕਰਨ ਜੋਗਾ। ਇਹ ਹੈ ਬੜਾ ਮੁਸ਼ਕਿਲ ਜੇ ਕਰੀਏ ਕਿ ਇੱਥੇ ਦਾਦਾ ਪੈਸਾ ਦੇ ਦਿੰਦਾ, ਪ੍ਰਬੰਧਕਾਂ ਦੀ ਸ਼ਾਮਤ ਉਹਦੇ ਪੜਪੋਤੇ ਤੱਕ ਆਈ ਰਹਿੰਦੀ। ਬਣੇ ਫਿਰਦੇ ਮੇਰਾ ਦਾਦਾ ਦੇ ਗਿਆ ਸੀ, ਉਹ ਪੱਖੇ ਉੱਤੇ, ਉਹ ਮੈਂ ਕਹਿੰਦਾ ਉਹਦੀ ਆਤਮਾ ਨੂੰ ਕਿੱਥੇ ਸ਼ਾਂਤੀ ਮਿਲਣੀ। ਉਹ ਗੁਰਦੁਆਰੇ 'ਚ ਪੱਖੇ ਉੱਤੇ ਘੁੰਮੀ ਜਾਂਦਾ, ਨਾਮ ਲਿਖਿਆ ਨਾ। ਉਹ ਮੈਨੂੰ ਕਿਸੇ ਦਿਨ ਕਿਆ ਕਹਿੰਦਾ, ਸੱਚੀ ਲੋ ਵੀ ਕਲਗੀਧਰ ਦੀ ਗੱਲ ਸੀ, ਇਹ ਆ ਪੱਖੇ ਇਸ ਤਰ੍ਹਾਂ ਸਵਾਰੇ ਲਾਏ ਸਨ। ਮੈਂ ਕਿਹਾ ਜਿਵੇਂ ਇਹ ਭਟਕਦਾ ਪਿਆ, ਤੇਰਾ ਦਾਦਾ ਵੀ ਇਸ ਤਰ੍ਹਾਂ ਹੀ ਭਟਕਦਾ ਪਿਆ, ਇਹ ਕਿਹੜਾ ਟਿਕ ਕੇ ਬੈਠਾ? ਨਹੀਂ ਨਹੀਂ ਪਿਆਰਿਓ, ਗੁਰੂ ਸਾਹਿਬ ਦੀ ਫਿਲਾਸਫੀ ਨੂੰ ਸਮਝੋ। ਗੁਰੂ ਕਹਿੰਦਾ ਦੇ ਕੇ ਸ਼ੁਕਰ ਕਰ, ਹੱਥੋਂ ਦੇ ਕੇ ਭਲਾ ਮਨਾਏ, ਕਿ ਹੱਥੋਂ ਦੇ ਕੇ ਆਸਾਨ ਤੇ ਨਹੀਂ ਕਰੇ, ਕਿਆ ਲਿਖਿਆ ਨਾ। ਤੁਸੀਂ ਸੁਖਮਨੀ ਸਾਹਿਬ ਪੜ੍ਹਦੇ ਹੋ, ਜੇ ਪ੍ਰਸਾਦ ਕਰੇ ਪੁੰਨ ਬੋਦਾਨ, ਮਨ ਆਠ ਪੈਰ ਕਰ ਤਿਸਕਾ ਧਿਆਨ। ਜਿੰਨੇ ਤੈਨੂੰ ਦਾਨ ਕਰਨ ਦੀ ਤਾਕਤ ਦੇ ਦਿੱਤੀ। ਕਈ ਬੰਦੇ ਇੰਨੇ ਕੰਜੂਸ ਹੁੰਦੇ ਜੇ, ਸੱਚੀ ਗੱਲ, ਜੇ ਮਰ ਜਾਂਦੇ ਨੇ ਥੇਲੀ ਨਹੀਂ ਛੱਡਦੇ। ਆ ਦਸਵੰਧ ਕੱਢਣ 'ਚ ਇੰਨੀਆਂ ਬੰਦੇ ਚਲਾਕੀਆਂ ਖੇਡਦੇ ਨੇ। ਜੇ ਕਈ ਪੁੱਛੋ ਦਸਵੰਧ ਕੱਢ ਦਿਓ, ਉਹਨੇ ਗਿਣ ਕੇ ਨਹੀਂ ਕੱਢੀਦਾ, ਉਂਝ ਅਸੀਂ ਸਾਰਾ ਕਰ ਲੈਨੇ। ਉਹ ਬੰਦਾ ਬੇਈਮਾਨੀ ਕਰ ਰਿਹਾ ਹੁੰਦਾ ਜ਼ਿਆਦਾਤਰ। ਇਹ ਮਨ ਇੰਨਾ ਭੈੜਾ ਹੈ, ਹਾਸਾ ਨਹੀਂ ਜੇ ਪਿਆਰਿਓ। ਤੁਸੀਂ ਕੱਢੋ ਦਸਵੰਧ, ਗ੍ਰੰਥੀ ਰਾਗੀ ਭਾਈ ਕੀਰਤਨੀਆਂ ਕੋਈ ਵੀ ਕਹੇ, ਗੁਰੂ ਦਾ ਦਸਵੰਧ ਜ਼ਰੂਰ ਕੱਢੋ। ਬੇਨਤੀ ਹੈ, ਮੰਨ ਲਓ 100 ਰੁਪਈਆ ਹੋ ਗਿਆ ਨਾ, 10 ਰੁਪਈਏ ਕੱਢ ਕੇ ਕਹਾਂਗਾ ਮੈਂ ਦਸਵੰਧ ਕੱਢਣਾ ਜੀ, 10 ਨੂੰ ਦੱਸੂਗਾ। 1000 ਚੋਂ 100 ਕਰ ਲੂਗਾ, ਲੱਖ ਚੋਂ 10 ਕੋਈ ਹਜ਼ਾਰ ਕਰ ਲੂਗਾ। ਜਦੋਂ 10 ਲੱਖ ਤੋਂ ਲੱਖ ਕੱਢਣਾ ਪਿਆ ਨਾ, ਕਦੀ ਪਿਛੇ ਹਟਾਉ ਵੇਖੇਗਾ। ਕਰੋੜ ਚੋਂ 10 ਲੱਖ ਕੱਢਣਾ ਪੈ ਜਾਏ, ਮੈਂ ਬੇਨਤੀ ਕਰਾਂ ਜੇ ਅਰਬ ਵਿੱਚੋਂ 10 ਕਰੋੜ ਕੱਢਣਾ ਪੈ ਜਾਏ, ਘਾਊ ਮਾ ਹੋਵੇਗਾ ਯਾਰੋ। ਜੇ 10 ਕਰੋੜ ਕਿਸੇ ਬਿਜਣ 'ਚ ਲਾਇਆ ਹੁੰਦਾ, ਕਿੱਥੇ ਅਪੜ ਜਾਣਾ ਸੀ। ਇਹ ਬੜਾ ਬੇਈਮਾਨ ਹੈ ਮਨ। ਗੁਰੂ ਕਹਿੰਦਾ ਤੂੰ ਕਿਸੇ ਨੂੰ ਦੇ, ਦੇਣ ਤੋਂ ਬਾਅਦ ਇਹ ਕਹਿ ਤੂੰ ਸ਼ੁਕਰ ਕਰ ਗੁਰਮੁਖਾ, ਰੱਬ ਨੇ ਕਿਰਪਾ ਕੀਤੀ, ਮੈਨੂੰ ਤੇਰੀ ਸੇਵਾ ਕਰਨ ਦਾ ਮੌਕਾ ਮਿਲ ਗਿਆ। ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦੇਣਾ। ਮੈਨੂੰ ਸਿਰ 5 ਘੋਰਲਾਂ ਨਾਲ ਕਾਲੇ ਨਾ ਪਿਆਜ, ਤੇ
ਮੈਨੂੰ क्योंकि मेरी मजबूरी, मैं दलजीत सिंह ਨੂੰ ਕਿਹਾ ਵੀ ਮੇਰੇ ਤੋਂ 1.5 ਘੰਟੇ ਮੇਰੀ ਸੂਈ ਨਹੀਂ ਰੱਖਦੀ ਪਿਛਾਂ। ਸੱਚੀ ਗੱਲ, ਜੇ ਮੈਂ ਕੰਮ ਛੱਡ ਕੇ ਆਇਆ, ਇੱਕ ਇੱਕ ਦਿਨ ਸਾਡੇ ਕੋਲ ਕੀਮਤੀ ਹੈ, ਤੇ ਪਲੀਜ਼ ਮੈਂ ਟਾਈਮ ਪਾਸ ਨਹੀਂ ਕਰਨਾ ਹੈ। ਮੈਂ ਚਾਹੁੰਦਾ ਜ਼ਿੰਦਗੀ ਥੋੜੀ ਵਿੱਚ ਬਹੁਤ ਕੁਝ ਸੰਗਤ ਦੀ ਸੇਵਾ ਹੋਵੇ। ਰਾਜੇ ਦਾ ਸੁਭਾਅ ਸੀ ਰੋਜ਼ ਆਣਾ ਦਾਨ ਕਰਨਾ, ਦਾਨ ਪੁੰਨ ਕਰਨਾ ਜੀ। ਪਰ ਉਹ ਚੰਗੇਰ ਨਾ ਭਰ ਕੇ, ਚੰਗੇਰ ਮੋਤੀਆਂ ਦੀ ਬੂਹੇ ਅੱਗੇ ਬਹਿ ਜਾਂਦਾ ਸੀ। ਉਹਨੇ ਇਸ ਤਰ੍ਹਾਂ ਨੀਵੀਂ ਪਾ ਲੈਣੀ ਜੀ, ਇਸ ਤਰ੍ਹਾਂ, ਤੇ ਭਰ ਕੇ ਮੁੱਠੀ ਝੋਲੀ 'ਚ ਪਾ ਦੇਣੀ। ਉਹ ਅੱਖਾਂ ਨਹੀਂ ਸੁੱਚੀਆਂ ਕਰਦਾ। ਅਗਲਾ ਲੰਘ ਗਿਆ, ਦੂਜਾ ਆ ਗਿਆ, ਉਹਦੀ ਝੋਲੀ 'ਚ ਪਾ ਦੇਣੀ। ਇੱਕ ਦਿਨ ਇੱਕ ਬੰਦਗੀ ਵਾਲਾ ਆਇਆ, ਉਹਨੇ ਕਿਹਾ ਵੀ ਇਹ ਬੰਦਾ ਰੋਜ਼ ਵੰਡਦਾ ਮੋਤੀ, ਪਰ ਇਹ ਆਪਣੀ ਨਜ਼ਰ ਨਹੀਂ ਉੱਚੀ ਚੁੱਕਦਾ। ਉਹਨੇ ਕੀ ਕੀਤਾ ਜੀ, ਲਾਈਨ 'ਚ ਲੱਗ ਗਿਆ ਕਿਊ 'ਚ। ਜਦੋਂ ਵਾਰੀ ਉਹਦੀ ਆਈ ਨਾ, ਉਹਨੇ ਇਸ ਤਰ੍ਹਾਂ ਨੀਵੀਂ ਪਾ ਕੇ ਜਦੋਂ ਉਹਦੀ ਝੋਲੀ 'ਚ ਪਾਣ ਲੱਗਾ, ਮੁੱਠ ਭਰ ਕੇ ਉਸ ਦੌਲਤ ਦੀ, ਉਹਨੇ ਅੱਗੋਂ ਹੱਥ ਵਾ ਲਿਆ। ਉਹਨੇ ਥੋੜੀ ਜਿਹੀ ਨਜ਼ਰ ਚੁੱਕੀ। ਉਹ ਕਹਿੰਦਾ ਵੀ ਕੀ ਗੱਲ, ਤੁਸੀਂ ਹੱਥ ਭਾ ਲਿਆ? ਕਹਿੰਦਾ ਰਾਜਨ, ਮੈਂ ਕਈ ਦਿਨਾਂ ਦਾ ਦੇਖਣਾ, ਤੂੰ ਹੱਥ ਤੇਰਾ ਉੱਚਾ ਉੱਠਦਾ ਤੇ ਨਜ਼ਰ ਤੇਰੀ ਨੀਵੀਂ ਜਾਂਦੀ। ਕਰ ਪੁੰਨੋ ਨੀ ਸਦਾਈਏ। ਹੱਥ ਤੇਰਾ ਉੱਚਾ ਉੱਠਦਾ ਦੇਣ ਲੱਗਿਆ ਤੇ ਅੱਖਾਂ ਨੀਵੀਆਂ ਕਿਉਂ ਕਰਨਾ ਹੈ? ਉਹਨੇ ਕਿਹਾ ਅੱਜ ਤੱਕ ਮੈਨੂੰ ਕਿਸੇ ਸਵਾਲ ਨਹੀਂ ਕੀਤਾ, ਤੂੰ ਪੁੱਛਿਆ, ਮੈਂ ਤੈਨੂੰ ਇਕੱਲੇ ਨੂੰ ਦੱਸਣਾ। ਕਹਿੰਦਾ ਕੀ? ਕਹਿੰਦਾ ਮੈਂ ਅੱਖਾਂ ਤਾਂ ਨਹੀਂ ਉੱਚੀਆਂ ਕਰਦਾ ਕਿਤੇ ਲੈਣ ਵਾਲਾ ਇਹ ਨਾ ਸਮਝੇ ਕਿ ਦਾਤਾ ਮੈਂ ਹਾਂ, ਦੇਣ ਵਾਲਾ ਕੋਈ ਹੋਰ ਹੈ, ਮੈਂ ਤੇ ਵਰਤਾਵਾ ਬਣ ਕੇ ਬੈਠਾ, ਤਾਂ ਨੀਵੀਆਂ ਪਾਈਆਂ। ਹਿੰਦੀ 'ਚ ਦੋਹਰਾ ਹੈ ਜੀ, ਦੋਹਰਾ ਹੈ। ਉਹ ਲਿਖਦਾ, ਫਕੀਰ ਕਹਿੰਦਾ, ਸਿੱਖੇ ਕਹਾਂ ਨਵਾਬ ਜੂ ਦੇਣੀ ਐਸੀ ਦੇਨ। ਇਹ ਨਵਾਬ ਕਿੱਥੋਂ ਤੂੰ ਸਿੱਖਿਆ ਇਹੋ ਜਿਹਾ ਦਾਨ ਕਰਨਾ? ਸਿੱਖੇ ਕਹਾਂ ਨਵਾਬ ਜੂ ਦੇਣੀ ਐਸੀ ਦੇਨ, ਜਿਉਂ ਜਿਉਂ ਕਰ ਉੱਪਰ ਉਠੇ ਤਿਉਂ ਤਿਉਂ ਨੀਚੇ ਨੈਣ। ਸਮਝ ਗਿਆ ਜੀ? ਜਿਉਂ ਜਿਉਂ ਕਰ ਉੱਪਰ ਉਠੇ ਤਿਉਂ ਤਿਉਂ ਨੀਚੇ ਨੈਣ। ਅੱਗੋਂ ਨਵਾਬ ਕਹਿੰਦਾ ਹੈ, ਦੇਨ ਹਾਰ ਕੋਈ ਔਰ ਹੈ, ਜੋ ਬੇਜਤ ਹੈ ਦਿਨ ਰੈਨ। ਲੋग भरम मुझ पे करे ताते नीचे नैन। लोग भरम मुझ पे करे। मैनू भाई वीर सिंह की रचना च शायद अटाऊ गुरु घर इत्थे मैं कहा सी, आबशार आखे सुन भोले मैं ते वस्त ना काई। शायद मैं रिपीट कर लगा, इत्थे इत्थे कहा सी, पानी का झरना डिगदा पिया, ए धार पानी दी, ते भाई वीर सिंह कहते किन्ना पुन करनी पई पानी की आबशार। अगों कहते पानी के झरने ने बोल के क्या काहदी बख्शिश? कहते तू पानी मैदानी इलाकों च वंड रही है। उन्हें कहा नहीं, अरशां तो आया कट्ठा होया, मैं चुक के फरशां छड्ड दिता, मैं तो सिर्फ वंडन वाली हाँ, देण वाला कोई होर है। आबशार आखे सुन भोले मैं ते वस्त न काई, अरशों लैना ते फरशी देना रीत असाडी। आही मैं बेनती करांगा, जे लोड़ा चंगा अपना। बाबा जी ने सिद्धे कहा, जे तू चाहना मेरी संतान का भला होवे, जे तू चाहना मेरे व्यापार का भला होवे, जे तू चाहना मेरे बिजनेस का भला होवे, एक काम कर, कर पुन्नो, पुन जरूर कर, पर पुन करके चतार ना कर। पुन्नो नीच सदाई है। अपने आप नीवा समझो। हुण अगली गल, अगलियां सिर्फ तुकां रह गईयां दोख जी। महाराज कहंदे ने कि जे जरवाना पर हर है, जर वे, महाराज कहते जर वेस करेंदी आई है। इत्थे शब्द जे जरवाना, हाँ जी, वैसे जरवाने का अर्थ हमलावर भी है। मैं इस शब्द नूं बड़े बड़े थावां ते वेख्या भी अर्थ कईयां ने अर्थ कीते ने, जेकर कोई हमलावर बन के अपने बुढ़ेपे नूं हराना चाहे। पर नहीं, भाई कान सिंह नाभा ने अर्थ कीते ने, जरवाना मींज जर वर्ण, बुढ़ेपे का रंग चिट्टापन। ध्यान नाल सुनियो इस गल नूं। जे जरवाना पर खरै, प्यारिओ, जेकर कोई बंदा बुढ़ेपे च आए, कोई चिट्टे वालां नूं बुढ़ेपे की निशानी नूं पर हरै, कलब ला के कहे, वेखो महाराज ने कई साल पहले ही कह दिता, उदों भी लांदे सन। जे जरवाना पर खरै, इनू सुन के गुस्सा ना करो, सच्चाई ते सच्चाई। बाबा जी अगली तो कहते जर वेस करेंदी आई है, बुढ़ेपा अपना वेश होर बना के आ जाएगा।
ਤੂੰ ਕੇਸ ਚਿੱਟੇ ਤੋਂ ਕਾਲੇ ਕਰ ਲੇਗਾ, ਪਰ ਦੰਦ ਨੂੰ ਕਿਹੜਾ ਦੁਬਾਰਾ ਫਿੱਟ ਕਰੂਗਾ ਜਿਹੜਾ ਇੱਕ ਵਾਰੀ ਟੁੱਟ ਗਿਆ ਹੈ। ਆਪਾਂ ਕਹਾਂਗੇ ਡਾਕਟਰ ਸਾਹਿਬ ਕਰ ਦੇਣਗੇ, ਨਹੀਂ, ਪਰ ਉਹ ਨਹੀਂ ਆਏਗਾ ਜੋ ਉਹਨੇ ਲਾਇਆ। ਮੰਨ ਲਓ ਮੈਂ ਉਸ ਦਿਨ ਕਿਹਾ ਸੀ ਚਿਹਰੇ ਦੇ ਉੱਪਰ ਇਹਦੇ ਭਾਈ ਵੀਰ ਸਿੰਘ ਉਹਨਾਂ ਨੇ ਅਰਥ ਕੀਤੇ ਨੇ, ਜੇ ਜਰਵਾਣਾ ਪਰ ਹਰੇ ਚਿੱਟਾ ਵਾਲ ਹੈ ਪੱਟ ਦਿੱਤਾ। ਕਿਉਂਕਿ ਸੱਚੀ ਗੱਲ ਜੇ ਜਦੋਂ ਬੱਚਾ ਹੁੰਦਾ ਹੈ ਨਾ 15 ਕੁ 8-9 ਸਾਲ ਦਾ, ਉਹ ਬਾਪੂ ਬਣ ਕੇ ਬਹਿੰਦਾ, ਮੈਂ ਵੱਡਾ ਵਾਂ ਮੈਂ ਵੱਡਾ ਵਾਂ। ਤੇ ਜਿੱਦਣ 45 ਕੁ ਸਾਲ ਉਮਰ ਟੱਪ ਜਾਂਦੀ ਹੈ, ਫਿਰ ਨਾ ਬੰਦਾ 20 ਸਾਲ 45 ਸਾਲ ਦੀ ਰੁਕਿਆ ਰਹਿੰਦਾ। ਤੇਰੀ ਉਮਰ ਕਿੰਨੀ? 45 ਕੁ ਸਾਲ। 10 ਸਾਲ ਪਹਿਲਾਂ ਵੀ 45 ਸਾਲ ਦਾ, ਕਿ ਬੰਦੇ ਦਾ ਮਨ ਨਹੀਂ ਮੰਨਦਾ ਮੈਂ ਬੁੱਢਾ ਹੋ ਗਿਆ। ਮਹਾਰਾਜ ਗੁਰੂ ਨਾਨਕ ਸਾਹਿਬ ਦੇਖੋ ਕਮਾਲ ਕਰ ਦਿੱਤੀ ਸੱਚੇ ਪਾਤਸ਼ਾਹ ਨੇ। ਕਹਿੰਦੇ ਨੇ ਬੁਢੇਪਾ ਆ ਗਿਆ ਪਰ ਹਰੇ ਵਾਲ ਚਿੱਟੇ ਕੱਢ ਦਿੱਤੇ, ਕਾਲੇ ਕਰ ਰਹੇ। ਸਤਿਗੁਰੂ ਕਹਿੰਦੇ ਨੇ ਜਰ ਵੇਸ ਕਰੇਂਦੀ ਆਈ ਹੈ, ਤੇਰੇ ਮੂੰਹ ਤੇ ਝੂੜੀਆਂ ਪੈ ਗਈਆਂ, ਹੁਣ ਚਮੜੀ ਕਿਹੜਾ ਬਦਲੂਗਾ ਤੇਰੀ? ਗੋਡੇ ਦੀਆਂ ਚੱਪਣੀਆਂ ਤੇ ਬਦਲਾ ਲੂੰਗਾ, ਪਰ ਵਿੱਚੋਂ એનર્ਜੀ ਜਿਹੜੀ ਉਹ ਕਿਹੜਾ ਬਦਲੂਗਾ? ਜਰ ਵੇਸ ਕਰੇਂਦੀ ਆਈ ਹੈ ਮੀਨਜ ਬੁਢੇਪਾ ਵੱਖ-ਵੱਖ ਰੂਪ ਧਾਰਨ ਕਰਕੇ ਆਏਗਾ। ਸ਼ੇਖ ਸਾਦੀ ਨੇ ਕਿਹਾ ਸੀ, ਉਹ ਬਜ਼ੁਰਗ ਮਾਈ ਤੂੰ ਆਪਣੇ ਵਾਲ ਕਾਲੇ ਜ਼ਰੂਰ ਕਰ ਲੈਣੀ, ਪਰ ਤੇਰੇ ਲਈ ਤੇਰੀ ਰੀੜ ਦੀ ਹੱਡੀ ਝੁਕ ਗਈ ਹੈ, ਕੁੱਬ ਕੌਣ ਕੱਢੂਗਾ? ਜਿਹੜਾ ਕੱਢੂਗਾ ਤੇਰੀ ਹੱਡੀ ਟੁੱਟ ਜਾਣੀ। ਮੈਂ ਤਾਂ ਕਹਿ ਰਿਹਾ ਮੌਤ ਦਾ ਸੁਨੇਹਾ ਹੈ ਚਿੱਟਾਪਣ। ਇਹ ਕੇਸ ਚਿੱਟੇ ਹੋ ਰਹੇ ਨੇ। ਗੁਰਮਤ ਨੇ ਇਹਨਾਂ ਨੂੰ ਧੌਲੇ ਦੀ ਥਾਂ ਲਾ ਬਾਣੀ ਸ਼ਬਦ ਧੌਲੇ ਆਇਆ, ਇਹਨਾਂ ਨੂੰ ਹੀਰੇ ਸ਼ਬਦ ਵਰਤੇ। ਜਸ ਜਰ ਵੇਸ ਕਰੇਂਦੀ ਆਈ ਹੈ। ਕਦੀ ਪੜੋ ਬਾਬੇ ਫਰੀਦ ਨੂੰ, ਕਹਿੰਦੇ ਨੇ ਜਰ ਵੇਸ ਕਿਵੇਂ ਬਣਾ ਕੇ ਆ ਗਈ? ਚੱਬਨ ਚਰਨ ਰਤਨ ਸੇ ਸੁਨੀਅਰ ਬਹਿ ਗਏ, ਆਜੇ ਜਰ ਵੇਸ ਕਰੇਂਦੀ ਆਈ ਹੈ। ਜਿਹੜੇ ਦਾਣੇ ਚੱਬਦੇ ਸਨ ਛੋਲਿਆਂ ਦੇ ਦੰਦ, ਉਹ ਭੁਰ ਗਏ। ਜਿਹੜੀਆਂ ਪੈਰਾਂ ਮਾਰਦਾ ਸੀ, ਛਾਲਾਂ ਲੁੱਡੀਆਂ ਮਾਰਦਾ ਸੀ, ਜਿਹੜਾ ਨੱਚਣ ਕੁੱਦਣ ਮਨਕਾ ਚਾਹੋ ਨਾ, ਐ ਸਾਰੀ ਧਰਤੀ ਪੁੱਟ ਦਿੰਦਾ ਸੀ। ਮਹਾਰਾਜ ਕਹਿੰਦੇ ਨੇ ਹੁਣ ਵੀਲ ਚੇਅਰ ਤੇ ਤੁਰਿਆ ਫਿਰਦਾ, ਗੁਰਦੁਆਰੇ ਮੱਥੇ ਟਿਕਾ ਲਿਆ। ਮੈਂ ਸੱਚੀ ਗੱਲ ਕਹਿਣਾ, ਕਰੀਏ ਕਿ ਜਦੋਂ ਜਵਾਨੀ ਇੱਕ ਨਸ਼ਾ। ਚੱਬਣ ਚਲਨ ਰਤਨ ਸੇ ਸੁਨੀਅਰ ਬਹਿ ਗਏ, ਹੇੜੇ ਮੁੱਤੀ ਢਾਹ। ਚੱਬਣ ਦੰਦ, ਚੱਲਣ ਪੈਰ, ਰਤਨ ਚਮਕਦੀਆਂ ਅੱਖਾਂ, ਸੁਨੀਅਰ ਕੰਨ, ਚਾਰੇ ਆ ਗਏ। ਹੁਣ ਇਹਦੇ ਚ ਮਸ਼ੀਨਾਂ, ਮੈਂ ਸੱਚੀ ਗੱਲ, ਇੱਕ ਤਾਂ ਸੱਜਣ ਮਿਲਿਆ, ਉਹ ਕਹਿੰਦਾ ਹੁਣ ਮਸ਼ੀਨ ਵੀ ਕੰਮ ਕੋਈ ਨਹੀਂ ਕਰਦੀ। ਮੈਂ ਕਿਹਾ ਤੂੰ ਹੀ ਕੰਮ ਅਗਲਾ ਕੋਈ ਸ਼ੁਰੂ ਕਰ ਦੇ, ਜੇ ਇਹ ਨਹੀਂ ਕਰਦੇ ਪਏ ਤੇ ਬੰਦਗੀ ਕਰ। ਚੱਬਣ ਚਲਨ ਰਤਨ ਸੇ ਸੁਨੀਅਰ ਬਹਿ ਗਏ, ਖੇੜੇ ਮੁੱਤੀ ਢਾਹ। ਪਿਆਰਿਓ, ਸਰੀਰ ਨੇ ਢਾਹ ਮਾਰ ਕੇ ਕਿਹਾ ਸੇ ਜਾਨੀ ਚੱਲ ਗਏ। ਜਰ ਵੇਸ ਕਰੇਂਦੀ ਆਈ ਹੈ, ਇੰਨੀ ਨਿੱਕੀ ਜੰਗੀ ਹੈ, ਇਹਨਾਂ ਲੱਤਾਂ ਨਾਲ ਥਾਂ ਡੂੰਗਰ ਪਵਿਓਮ। ਅੱਜ ਫਰੀਦਾ ਕੁਜੜਾ ਸਹਿ ਕੋਹਾਂ ਥਿਓਮ। ਹੁਣ ਪਾਣੀ ਦਾ ਕੁੱਜਾ ਵੀ ਅੱਜ ਲੱਗਦਾ ਜਿਵੇਂ 100 ਕੋ ਦੂਰ ਪਿਆ। ਬਾਬਾ ਜੀ ਨੇ ਕਿਹਾ ਅੱਖੀ ਦੇਖ ਪਤੀਣੀਆਂ, ਜਰ ਵੇਸ ਕਰੇਂਦੀ ਆਈ ਹੈ। ਜੇ ਜਰਵਾਣਾ ਪਰ ਹਰੈ, ਐਨਕ ਸੋਨੇ ਦੀ ਫਰੇਮ ਵਾਲੀ ਲਾ ਲੈਂਗਾ, ਪਰ ਜੋਤ ਕਿੱਥੋਂ ਲੈ ਕੇ ਆਵੇਂਗਾ? ਬੁਢੇਪੇ ਨੇ ਜ਼ੋਰ ਪਾ ਦਿੱਤਾ। ਸਤਿਗੁਰੂ ਬਚਨ ਕਰਦੇ ਨੇ, ਕਹਿੰਦੇ ਨੇ ਦੇਖ ਅੱਖੀਂ ਦੀਖ ਪਤੀਣੀਆਂ, ਸੁਣ ਸੁਣ ਰੀਣੇ ਕੰਨ। ਸ਼ਾਖ ਪਕੰਦੀ ਆਈਆ ਹੋਰ ਕਰਿੰਦੀ, ਵਨ ਜਰ ਵੇਸ਼ ਕਰਿੰਦੀ ਆਈਏ। ਗੁਰੂ ਗ੍ਰੰਥ ਸਾਹਿਬ 'ਚ ਬੋਲਨੇ ਭੁੰਡੀ ਚਾਲ, ਜਰ ਵੇਸ਼ ਕਰਿੰਦੀ ਆਈਏ। ਪੈਰ ਕਿੱਧਰ ਰੱਖਦਾ, ਤੁਰਿਆ ਕਿੱਧਰ ਜਾ ਰਿਹਾ? ਭੁੰਡੀ ਚਾਲ। ਮੈਂ ਸੱਚੀ ਗੱਲ ਇਹ ਨਹੀਂ ਕਿ ਬਜ਼ੁਰਗਾਂ ਨੂੰ ਲਾ ਗੱਲ ਕਰ ਰਿਹਾ, ਮੈਂ ਤਾਂ ਕਰ ਰਿਹਾ ਮੇਰੇ ਵੀ ਗੋਡੇ ਪੀੜ ਕਰਦੇ ਹੁਣ। ਤੇ ਮੈਂ ਕਹਿਣਾ ਹੁਣਾ ਬੜੀ ਕਥਾ ਗੱਡ ਕੇ ਕੀਤੀ, ਤੇ ਹੁਣ ਬਾਬਾ ਜੀ ਕਹਿੰਦੇ ਨੇ ਭੁੰਡੀ ਚਾਲ ਚਰਨ ਕਰ ਖਿਸਰੇ, ਤਿਤਾ ਤੁਚਾ ਦੇ ਕਮਲਾਣੀ। ਨੇਤਰੀ ਧੁੰਦ ਕਰਨ ਪੈ ਬਹਿਰੇ, ਮਨਮੁਖ ਨਾਮ ਨਾ ਜਾਣੀ। ਅੰਦਲੇ ਕਿਆ ਪਾਇਆ ਜਗਾਏ, ਰਾਮ ਹਿਰਦੈ ਨੇ ਗੁਰ ਕੀ ਸੇਵਾ ਚਾਲੇ, ਮੂਲ ਗਵਾਏ। ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਜਰ ਵੇਸ਼ ਕਰੇਂਦੀ ਆਈ ਹੈ, ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਕਹੋ ਨਾਨਕ ਨਰ ਬਾਵਰੇ, ਕਿਉਂ ਨਾ ਭਜੈ ਭਗਵਾਨ। ਇਹ ਮੇਰੇ ਮੌਲਾ तेरी दुनिया फानी देखी, ए मेरे मौला तेरी दुनिया फानी देखी। हर चीज जहां की आनी जानी देखी। जो आके ना जाए वो बुढ़ेपा देखा, जो जाके ना आए वो जवानी देखी। इन्हें नहीं जे जाना प्यारे, जिन्ना मर्जी लगा लो, इन्हें कबरां तक लैके जाना जी। एक टली वज गई भी तैयार हो जा, क्योंकि चौथे पहरे रहन के बन जा रहा मित्रा। ਲਾਵੀ ਆਇਆ ਖੇਤ, ਜਿੱਦਣ ਝੋਨਾ ਪੱਕ ਜਾਂਦਾ ਸੀ, ਹੁਣ ਤਾਂ ਕੰਬਾਈਨਾਂ ਆ ਗਈਆਂ, ਕਣਕ ਪੱਕ ਜਾਣੀ ਤੇ ਬਜ਼ੁਰਗ ਕਹਿੰਦੇ ਸਨ ਲਾਵੇ ਲਾਇਓ, ਵਕਤ ਨਾਲ ਬੰਦੇ ਕੋਈ ਨਹੀਂ ਲੱਭਣੇ। ਫਿਰ
कणक पक्कन लग पई है तो कामे पहले आ जाते हैं, प्यारे ये तो पक गई फसल, बस काम आने वाला एक दिन उन्हें कटना। पर अक्सर बुढ़ेपे च हंकार बहुत तंग करता है, छड्डदा नहीं बंदे नूं। मैं तुहानूं एक निक्की जी कहानी कह के समाप्ति कर देना। रूमी का एक मसनवी रूम है जी, बड़ी सोहनी उहदी किताब है, ये भाषा विभाग ने भी छापी सी। सब तो ज़्यादा तजर्बे अंग्रेजी च मिल जाती है, उपलब्ध है। उन्हें मसनवी च लिखे कि कुरान विच जितना भी मगज सी वो मैं सारा कढ़ के अपनी किताब च पा दिता है, तो बाकी हुण वो कुछ रह गया जिन्हों मलाने चूंडते पे ने, हड्डियां रहन दित्तियां। इसदा मतलब मैं तत्त खिंचिया। ਉਹਦੇ 'ਚ ਉਹਨੇ एक घटना दी है बजुर्ग की, कहता जदों बंदे पल्ले नाम नहीं, सिमरन नहीं, हुण हत्थों ताकत भी चली गई। घर एडा वड्डा बनाया, मंजी बाहर की ड्यूटी चलाती पोतरियां ने। ये वैगुरू चंगे ने जिन्हां दे पुत पोते अगों सामभदे ने, मुख अपियाओ बैठ को दैन, खुशकिस्मत ने। फिर वो बेचारा सोचता यार घर तो मैं बनाया, ये कौन आ गए? पड़पोतरा आ गया, उस तो अगे आ गया, बीबियां आ गई। बेचारा बैठा वेखी जाता उल्लू की तरह चार चफेरे, की हुंदा पिया घर च, कुछ कर नहीं सकता। वो बीमार हो गया, वैद को लै गया। मौलाना रूम कहता भी वैद भी अक गया सी बेचारा दवाई दे दे के, हुण की पल्ले तो रह कुछ नहीं गया। ਉਹਨੂੰ ਜਾ ਕੇ ਕਹਿੰਦਾ ਵੀ मैं ना ਜਦੋਂ ਹੁਣ ਤੁਰਨਾ ਤੇ ਮੈਨੂੰ ਚੱਕਰ ਆਉਂਦੇ ਨਹੀਂ ਤੇ ਨਾਲੇ ਅੱਖਾਂ ਅੱਗੇ ਹਨੇਰਾ ਹਨੇਰਾ ਹੁੰਦਾ। ਉਹ ਕਹਿੰਦਾ ਇਹ ਆਉਣੇ ਨੇ। ਉਹ ਕਹਿੰਦਾ ਆਉਣੇ ਨੇ? ਉਹ ਕਹਿੰਦਾ ਇਸ ਕਰਕੇ ਤੂੰ ਬੁਢੇਪਾ ਆ ਗਿਆ, ਬੁਢੋਬਾ ਕਰੋਗੇ, ਤੈਨੂੰ ਆਉਣੇ ਨੇ। ਉਹਨੇ ਕਿਹਾ ਅੱਛਾ। ਕਹਿੰਦਾ ਹੁਣ ਗੋਡੇ ਵੀ ਪੀੜ ਕਰਦੇ ਆ। ਕਹਿੰਦਾ ਬੁਢੇਪੇ ਕਰਕੇ। ਕਹਿੰਦਾ ਰਾਤ ਨੂੰ ਸੁੱਤਿਆਂ ਤਲਖੀ ਜੀ ਪੈਂਦੀ, ਸੂਈਆਂ ਜੀਆਂ ਚੁੱਭਦੀਆਂ। ਉਹ ਕਹਿੰਦਾ ਇਹ ਵੀ ਬੁਢੇਪੇ ਕਰਕੇ। ਉਹਨੇ ਕਿਹਾ ਵੀ ਇਹਨੂੰ ਇੰਝ ਲੱਗਦਾ ਸਾਹ ਹੱਫ ਜਾਣਾ ਹੁਣ ਮੈਂ। ਕਹਿੰਦਾ ਉਹ ਬੁਢੇਪੇ ਕਰੇ। ਉਹਦੇ ਕੋਲ ਸੋਟੀ ਸੀ, ਉਹਨੇ ਠਾਹ ਮਾਰੀ ਵੈਦ ਦੇ ਸਿਰ 'ਚ। ਕਹਿੰਦਾ ਨਕੰਮਿਆ ਤੈਨੂੰ ਕਿਹਨੇ ਵੈਦ ਬਣਾਤਾ? ਗੋਡੇ ਬੁਢੇਪੇ ਕਰਕੇ, ਸਾਹ ਬੁਢੇਪੇ ਕਰਕੇ, ਚੱਕਰ ਬੁਢੇਪੇ ਕਰਕੇ। ਉਹ ਹੱਥ ਜੋੜ ਕੇ ਕਹਿੰਦਾ ਬਾਪੂ ਮੇਰਿਆ ਕਸੂਰ ਮੇਰਾ ਕੋਈ ਨਹੀਂ, ਜ਼ੋਰ ਤੇਰਾ ਜਵਾਬ ਦੇ ਗਿਆ, ਮੈਨੂੰ ਕੀ ਕੁੱਟਣ ਲੱਗ ਪਿਆ ਵੀ ਬੁਢੇਪੇ ਕਰਕੇ? ਇਹ ਡਾਂਗ ਵੀ ਬੁਢੇਪੇ ਕਰਕੇ ਤੈਨੂੰ ਮਾਰੀ, ਤੂੰ ਲਚਾਰ ਹੈ। ਪਰ ਗੁਰੂ ਘਰ 'ਚ ਬੁਢੇਪਾ ਇਹੋ ਜਿਹਾ ਨਹੀਂ। 80 साल का बजुर्ग बैठा लाहौर के चौंक च, जलाद कहता बंद बंद कटना है। वह चेहरा देखो, दगदा करदा चेहरा, चांदी वर्गा चिट्टा वह स्वरूप। वो कातिल नूं मुखातब करदा। मैं 4 सतरां पंजाबी च कहांगा। कातिल भाई मनी सिंह का गुट कट्टन लगा, क्योंकि भाई मनी सिंह बच्चों को संथ्या देंदे पढ़ाते हैं। एक शहीद बिलास ग्रंथ है जी, ਉਹਦੇ 'ਚ एक कवित है कि सेवा सी करंत ते रहंत सदा गुरां पास सदा, लिख लिख बाणी करे पोथियां तैयार। सेवा सी करंत ते रहंत गुरां पास सदा, लिख लिख बाणी करे पोथियां तैयार। पढ़दा पढ़ांदा ते जतांदा नहीं, आप ताई मन नीवा मत उच्ची ए दिलों तार। हठी जपी तपी पूरा सिक्खी, सिदक दा पुतला सी, साखियां सिदक दियां करदा तैयार। सेवा खरी इवें किवें बेत गए बरख कई, जुद्ध दे करन विच वड्डा होशियार। भाई मनी सिंह वो कट्टन लगा। हुण देखो इस बजुर्ग नूं बुढ़ेपा खा गया नहीं। गुरमुख बुढ़े कदे नहीं, जिन्हां अंतर सुरत ज्ञान। इत्थे बुढ़ेपा भी सच एवे जिवें चेहरा चमकदा चिट्टा हुंदा, बुढ़ेपे दा अंदर भी चमकन लग पैंदा बंदगी नाल। वो गुट ते मारन लगा। भाई साहब ने बांह पकड़ ली अगों टोके वाली। उन्हें कहा बाबा डर गए? कहता डर नहीं गया, तेनू पता नहीं बंद कित्थों शुरू हुंदा? उन्हें कहा इत्थों। कहता नहीं पहला बंद आ पोटा, आ कट इत्थों का इन्ने कट, फिर इत्थे आई। उन्हें कहा मैं हैरान हाँ, तेरा बंद बंद कट्टिया जाना, तू टीचर बन के मैनू समझा रहा है, तेनू इह सुख मिलना? प्रिंसीपल गंगा सिंह ने इत्थे रुबाइयां लिखियां सन। जिते ने रुबाई दा अर्थ हुंदा वो रचना जिहदियां 4 सतरां। वो कहंदे ने भाई मनी सिंह बोले, अंग अंग ते मेरे तू कातिल, खंजर जदों चलाएगा, कट कट के बंद तू मेरे धरती जदों वगाएगा, दर्द प्याले भर भर के असी जाम वांग पी जावांगे, सुन कातिल आपां रल मिल दोवें अजब तमाशा लावांगे। समझ गया पंजाबी दियां सतरां दी?
ਸੁਣ ਕਾਤਲ ਆਪਾਂ ਦੋਵੇਂ ਰਲ ਮਿਲ ਅਜਬ ਤਮਾਸ਼ਾ ਲਾਵਾਂਗੇ। ਕਾਤਲ ਕਹਿੰਦਾ ਬੰਦ ਬੰਦ ਕੱਟਿਆ ਜਾਣਾ, ਇਹ ਸੌਖਾ ਨਹੀਂ। ਤੂੰ ਇਹਨੂੰ ਕਹਿਣਾ ਪਿਆ ਦਰਦ ਪਿਆਲੇ ਭਰ ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ, ਇਹ ਖੂਨ ਦੇ ਪਿਆਲੇ। ਅੱਗੋਂ ਭਾਈ ਮਨੀ ਸਿੰਘ ਕਹਿੰਦੇ ਨੇ, ਹਾਂ ਮੈਂ ਉਸ ਮੁਰਸ਼ਦ ਦਾ ਚੇਲਾ ਵਾਂ ਜਿਹੜਾ ਪੁੱਤਰਾਂ ਦੇ ਟੁਕੜਿਆਂ ਕੋਲੋਂ ਲੰਘ ਕੇ ਵੀ ਮਿੱਤਰ ਪਿਆਰੇ ਨੂੰ ਉਲਾਮੀ ਨਹੀਂ ਸੀ ਦਿੰਦਾ। ਉੱਥੇ ਸ਼ਬਦ ਨੇ ਕਹਿਣ ਲੱਗੇ, ਸੂਲ ਸੁਰਾਈ ਖੰਜ਼ਰ ਪਿਆਲਾ ਜਿਸ ਨੇ ਆਖ ਸੁਣਾਇਆ ਏ, ਬਿੰਗ ਕਸਾਈਆਂ ਦਾ ਸਹਿਣਾ ਜਿਨਨੇ ਸਦ ਇਸ਼ਕ ਦਾ ਲਾਇਆ ਹੈ, ਉਸ ਮੁਰਸ਼ਿਦ ਦੇ ਚੇਲੇ ਆ ਇਹ ਸਾਬਤ ਕਰ ਦਿਖਲਾਵਾਂਗੇ। ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਗੁਰੂ ਗੋਬਿੰਦ ਸਿੰਘ ਦਾ ਪੁੱਤਰ ਆ, ਮੈਂ ਸਾਬਤ ਕਰਾਂਗਾ। ਉਹਨੇ ਕਿਹਾ, ਬਾਬਾ ਟੁਕੜਿਆਂ ਤੋਂ ਬਾਅਦ ਤੈਨੂੰ ਕੀ ਮਿਲਣਾ? ਭਾਈ ਮਨੀ ਸਿੰਘ ਕਹਿੰਦੇ, ਤੂੰ ਮੈਨੂੰ ਪੁੱਛਣਾ, ਮੈਂ ਤੈਨੂੰ ਪੁੱਛਣਾ ਚਾਹੁੰਦਾ, ਟੁਕੜਾ ਕਰਨਾ ਕੋਈ ਸੌਖੀ ਗੱਲ ਹੈ? ਬੰਦ ਬੰਦ ਜਿਉਂਦੇ ਦਾ ਕੱਟਣਾ ਪੱਥਰ ਦੇ ਚਾਹੀਦਾ, ਤੈਨੂੰ ਕੀ ਮਿਲੇਗਾ? ਉਹਨੇ ਕਿਹਾ, ਬਾਬਾ ਤੇਰਾ ਬੰਦ ਬੰਦ ਕੱਟ ਕੇ ਤੇਰੇ ਟੁਕੜੇ ਟੋਕਰੇ 'ਚ ਪਾਵਾਂਗਾ, ਮੈਨੂੰ ਨਿੱਕੀ ਜੀ ਟੋਕਰੀ ਆਟੇ ਦੀ ਮਿਲੇਗੀ ਰੋਟੀ ਖਾਣ ਵਾਸਤੇ, ਬਸ ਆਹ ਕੁਝ ਮੈਨੂੰ ਮਿਲਣਾ। ਕਹਿੰਦਾ ਫਿਰ ਤੇਰਾ ਮੇਰਾ ਰਸਤਾ ਵੱਖਰਾ ਹੈ, ਤੂੰ ਮੇਰੇ ਟੁਕੜੇ ਟੋਕਰੇ 'ਚ ਪਾਏ ਹੋਣਗੇ। ਤੇ ਮਨੀ ਸਿੰਘ ਦਾ ਨਿਰਾਕਾਰ ਆਪਾ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪਹੁੰਚਿਆ ਹੋਵੇ। ਉੱਥੇ ਉਹਨਾਂ ਲਿਖਿਆ, ਤੂੰ ਆਖੇ ਟੁਕੜੇ ਦਾ ਨੌਕਰ, ਮਾਲਕ ਹੁਕਮ ਮਨਾਨਾ ਵਾਂ, ਮੈਂ ਜੀਵਨ ਦਾ ਮੰਗਤ ਜਿਸ ਦਾ, ਤਿਸ ਨੂੰ ਪਿਆਰ ਰਿਝਾਨਾ ਵਾਂ, ਤੇਰੀ ਤਲਬ ਰੁਪਈਏ ਆਪਾਂ ਜੀਵਨ ਪਦਵੀ ਪਾਵਾਂਗੇ। ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਮੈਂ ਬੇਨਤੀ ਕਰਾਂਗਾ, ਜੇ ਜਰਵਾਣਾ ਪਰ ਹਰ ਜਰ ਵੇਸ਼ ਕਰਿੰਦੀ ਆਈ ਹੈ, ਜੇ ਮੰਨ ਲਓ ਉਸ ਰੰਗ ਨੂੰ ਚੇਂਜ ਕਰਾਂਗੇ, ਗੁਰੂ ਨਾਨਕ ਸਾਹਿਬ ਕਹਿੰਦੇ ਬੁਢੇਪਾ ਹੋਰ ਅੰਗਾ ਨਹੀਂ ਪ੍ਰਗਟ ਹੋਵੇਗਾ। ਅਖੀਰਲੀ ਤੋਕੂ ਰਹੇ ਨਾ ਭਰੀਐ ਪਾਈਐ, ਬਸ ਇਹਦੇ ਸਮਾਪਤੀ ਤੇ ਨਹੀਂ ਕੋਈ ਬਚੇ ਜਾ, ਜਦੋਂ ਪਾਈ ਭਰੀ ਜਾਏਗੀ। ਪਾਈਐ ਦਾ ਅਰਥ ਹੈ ਪਾਈ। ਆਮ ਟੀਕਾਕਾਰਾਂ ਨੇ ਅਰਥ ਕੀਤੇ ਨੇ ਪੜੋਪੀ। ਦਾਣੇ ਦੀ ਭਰੀ ਕੋਈ ਪੜੋਪੀ ਜਦੋਂ ਭਰ ਜਾਂਦੀ ਉਦੋਂ ਖਾਲੀ ਹੋ ਜਾਂਦੀ, ਪਰ ਨਹੀਂ, ਇਹਦੇ ਅਰਥ ਕੱਲ ਵੀ ਅਸੀਂ ਕੀਤੇ ਸਨ। ਪਾਈ ਇੱਕ ਪਿਆਲੀ ਹੁੰਦੀ ਮਿੱਟੀ ਦੀ, ਉਹਦੇ ਥੱਲੇ ਸੁਰਾਖ ਕੱਢਦੇ ਸਨ ਜਦੋਂ ਘੜੀਆਂ ਨਹੀਂ ਸਨ। ਉਸ ਪਿਆਲੀ ਨੂੰ ਪਾਣੀ ਦੇ ਵਿੱਚ ਰੱਖ ਦੇਣਾ, ਥੱਲਿਓਂ ਸੁਰਾਖ ਰਾਹੀਂ ਪਾਣੀ ਅੰਦਰ ਜਾਂਦਾ ਸੀ, ਤੇ ਜਦੋਂ ਐਸਤਾ ਪਿਆਲੀ ਪਾਣੀ ਨਾਲ ਭਰ ਜਾਣੀ, ਭਰਨ ਤੋਂ ਬਾਅਦ ਡੁੱਬ ਜਾਣੀ। ਉਹ ਟਾਈਮ ਦੀ ਗਿਣਤੀ ਕਰਦੇ ਹੁੰਦੇ ਸਨ ਵੀ ਮੰਨ ਲਓ ਅੱਧੇ ਪੈਰ 'ਚ ਡੁੱਬੀ, ਪਿਆਲੀ ਰੱਖ ਦੇਣੀ ਤੇ ਪਤਾ ਲੱਗ ਜਾਣਾ ਵੀ ਇੰਨੀ ਕੁ ਭਰੀਗੀ ਤੇ ਇੰਨਾ ਟਾਈਮ ਆ ਗਿਆ। ਜਿਹੜੀ ਪਿਆਲੀ ਭਰੇਗੀ ਉਹ ਡੁੱਬੇਗੀ। ਤੇ ਗੁਰੂ ਸਾਹਿਬ ਕਹਿੰਦੇ ਤੇਰਾ ਵੀ ਸਰੀਰ ਪਿਆਲੀ ਏ, ਜਿੱਦਣ ਦਾ ਜੰਮਿਆ ਸੁਰਾਖ ਤਾਂ ਉਦੋਂ ਦਾ ਹੀ ਪੈ ਗਿਆ, ਇਹ ਭਰੀਂਦੀ ਪਈ ਏ, ਜਿੱਦਣ ਮੌਤ ਆ ਗਈ ਇਹਨੇ ਭਰੀ ਹੋਈ ਨੇ ਡੁੱਬ ਜਾਣਾ। ਕੋ ਰਹੇ ਨਾ ਭਰੀਐ ਪਾਈਐ, ਭਰੀ ਹੋਈ ਪਿਆਲੀ ਨੇ ਬਚਣਾ ਨਹੀਂ। ਗੁਰਮਖੋ, ਅੱਜ ਦੀ ਇਸ ਪੌੜੀ ਦਾ ਤੱਤ ਭਾਵ ਕੇਵਲ ਤੁਹਾਡੇ ਲਈ ਨਹੀਂ, ਅਸੀਂ ਸਾਰੇ ਇਹ ਗੱਲ ਨੂੰ ਚੇਤੇ ਰੱਖਿਓ, ਨਿਰਾਕਾਰ ਆਤਮਾ ਦਾ ਸਾਥ ਸਿਰਫ ਨਿਰੰਕਾਰ ਦੇ ਨਾਮ ਨੇ ਦੇਣਾ। ਆਕਾਰ ਦੇ ਹੁੰਦਿਆਂ ਆਕਾਰ ਦੇਖਣਾ ਪੈਣਾ, ਕਿਉਂਕਿ ਸ਼ਬਦ ਆਕਾਰਕ ਹੈ, ਗੁਰਬਾਣੀ ਆਕਾਰਕ ਹੈ। ਉਸ ਤੋਂ ਬਾਅਦ ਕਿਸੇ ਦੀ ਸੇਵਾ ਕਰ, ਚਿਤਾਰ ਨਾ ਮੈਂ ਤੈਨੂੰ ਇੰਨਾ ਕੁਝ ਦਿੱਤਾ, ਸੱਚੀ ਗੱਲ ਹੈ, ਨਾ ਚਿਤਾਰ। ਤੀਜੀ ਗੱਲ, ਬੁਢੇਪਾ ਆ ਗਿਆ ਨੂੰ ਸਵੀਕਾਰ ਕਰ ਲੈ। ਐਵੇਂ ਲੱਤਾਂ ਲੁੱਤਾਂ ਮਾਰੀਆਂ ਫਿਰ ਵੀ ਇਹਨੇ ਲੈ ਜਾਣਾ ਕਿ ਅੰਗ ਦੱਸਣਗੇ ਬੁਢੇਪਾ ਪ੍ਰਗਟ ਹੋ ਗਿਆ, ਯਾਦਾਸ਼ਤ ਦੱਸੇਗੀ ਬੁਢੇਪਾ ਹੋ ਗਿਆ। ਸਤਿਗੁਰੂ ਕਹਿੰਦੇ ਨੇ, ਦੇਖ ਜਿਨ੍ਹਾਂ ਦੀ ਪਿਆਲੀ ਭਰੀ ਜਾਏ ਉਹ ਡੁੱਬ ਜਾਂਦੇ ਨੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਬੇਅੰਤ ਭੁੱਲਾਂ ਮੇਰੇ ਤੋਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਦਿਓ। ਮੈਂ ਬੜੇ ਸਿੱਧੇ ਝਟਕੇ ਪੇਂਡੂ ਸ਼ਬਦ ਵਰਤੇ ਨੇ ਅੱਜ,